ਜਗਸੇਵਕ ਨਾਲ ਜੁੜੇ ਸਾਰੇ ਹੀ ਦੋਸਤੋ ਮਿੱਤਰੋ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਆਪਾਂ ਪਹਿਲਾਂ ਵੀ ਕਈ ਮੁੱਦਿਆਂ ਦੇ ਉੱਪਰ ਵੱਖ-ਵੱਖ ਜਗ੍ਹਾ ਦੇ ਉੱਤੋਂ ਆਪਾਂ ਸ਼ਖਸੀਅਤ ਨੂੰ ਲਾਈਵ ਲੈਂਦੇ ਹੁੰਦੇ ਆ। ਅੱਜ ਵੀ ਅਸੀਂ ਬਰਗਾੜੀ ਮਸਲੇ ਨੂੰ ਲੈ ਕੇ ਜੋ 2015 ਦੇ ਵਿੱਚ ਬੇਅਦਬੀ ਹੋਈ ਸੀਗੀ, ਉਸ ਮਸਲੇ ਨੂੰ ਲੈ ਕੇ ਦੋ ਸ਼ਖਸੀਅਤਾਂ ਨਾਲ ਜੁੜੇ ਹੈਗੇ ਆ, ਉਹਨਾਂ ਨੂੰ ਨਾਲ ਜੋੜਿਆ ਹੈਗਾ। ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਵੀ ਜਿਹੜਾ ਇਹ ਪ੍ਰੋਗਰਾਮ ਪੇਸ਼ ਕਰਦੇ ਹੈਗੇ ਆ, ਜਿਹੜੇ ਸਾਡੇ ਸਪੋਰਟਰ ਹੈਗੇ ਆ, ਇਸ ਪ੍ਰੋਗਰਾਮ ਨੂੰ ਸਪੋਰਟ ਕਰਨ ਵਾਲੇ ਅਨਮੋਲ ਸਿੰਘ ਢਿੱਲੋਂ, ਹਰਮਨਪ੍ਰੀਤ ਸਿੰਘ, ਇੰਦਰਪਾਲ ਸਿੰਘ, ਸ਼ੁਭ ਹਾਕਮ ਵਾਲੀਆ, ਜਸਪ੍ਰੀਤ ਸਿੰਘ ਬਰਾੜ, ਇਹ ਕੈਨੇਡਾ ਵਾਸੀ ਹੈਗੇ ਆ। MS ਬਰਾੜ, ਇਹ ਆਪਣੇ ਪੰਜਾਬ ਤੋਂ, ਤੇ ਸਰਦਾਰਾ ਸਿੰਘ ਜੋ ਕਿ ਹਾਂਗਕਾਂਗ ਬੈਠੇ ਹੈਗੇ। ਜਦੋਂ ਵੀ ਅਸੀਂ ਪ੍ਰੋਗਰਾਮ ਪੇਸ਼ ਕਰਦੇ ਆ ਹਮੇਸ਼ਾ ਸਾਡੇ ਨਾਲ ਇਹ ਸਪੋਰਟ ਕਰਦੇ ਆ। ਤੇ ਹੁਣ ਇਸ ਟਾਈਮ ਸਾਡੇ ਨਾਲ ਜਿਹੜੀਆਂ ਸ਼ਖਸੀਅਤਾਂ ਜੁੜੀਆਂ ਹੈਗੀਆਂ ਜਿਨ੍ਹਾਂ ਤਾਂ ਆਪਾਂ ਗੱਲਬਾਤ ਕਰਨੀ ਹੈਗੀ ਆ ਉਸ ਮਸਲੇ ਨੂੰ ਲੈ ਕੇ, ਰਣਜੀਤ ਇੰਸਾ ਜੋ ਕਿ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਬੈਠੇ ਹੈਗੇ ਆ। ਉਹਨਾਂ ਨੇ ਕੁਝ ਗੱਲਾਂ ਕਰਨੀਆਂ ਹੈਗੀਆਂ ਜਿਹੜੀਆਂ ਪਿਛਲੇ ਦਿਨੀ ਗ੍ਰਿਫਤਾਰੀਆਂ ਹੋਈਆਂ, ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸੰਬੰਧ ਵਿੱਚ ਉਹਨਾਂ ਨੇ ਸਾਨੂੰ ਕੁਝ ਦੱਸਣਾ ਹੈਗਾ, ਉਹਨਾਂ ਤੋਂ ਪੁੱਛਣਾ ਹੈਗਾ। ਤੇ ਇਹਦੇ ਨਾਲ ਹੀ ਸਾਡੇ ਨਾਲ ਜਸਵਿੰਦਰ ਸਿੰਘ ਸਾਹੋ ਕੇ ਉਹ ਵੀ ਜੁੜੇ ਹੋਏ ਆ, ਜੋ ਕਿ ਜਥੇਬੰਦੀਆਂ ਦੇ ਆਗੂ ਵੀ ਹੈ। ਤੇ ਜੋ ਬਰਗਾੜੀ ਦੇ ਵਿੱਚ ਮਸਲਾ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਸਰਗਰਮੀ ਕਰ ਰਿਹਾ ਹੈ। ਤੇ ਜਿਨ੍ਹਾਂ ਲੋਕਾਂ ਨੇ ਬੇਅਦਬੀਆਂ ਕੀਤੀਆਂ ਸੀ ਉਹਨਾਂ ਦੇ ਖਿਲਾਫ ਉਹ ਆਪਦੀ ਲੜਾਈ ਲੜ ਰਹੇ ਹੈਗੇ ਆ, ਜਥੇਬੰਦੀਆਂ ਨਾਲ ਸਪੋਰਟ ਕਰ ਰਹੇ ਹੈ ਤੇ ਉਹਨਾਂ ਕੇਸਾਂ ਦੀ ਪੈਰਵਾਈ ਕਰ ਰਿਹਾ। ਤੇ ਚੌਥੇ ਨੰਬਰ ਤੇ ਸਾਡੇ ਨਾਲ ਸਾਡਾ ਜਗਤਾਰ ਸਿੰਘ ਸਰਾਂ, ਜਿਹੜਾ ਸਾਡਾ ਪੱਤਰਕਾਰ ਵੀ ਹੈਗਾ, ਉਹ ਵੀ ਨਾਲ ਜੁੜਿਆ ਹੈਗਾ। ਉਹਨਾਂ ਨੇ ਵੀ ਆਪਣੀ ਜਿਹੜੀ ਉਹ ਗੱਲਬਾਤ ਰੱਖਣੀ ਹੈਗੀ ਹੈ। ਤੇ ਮੈਂ ਤੁਹਾਡਾ ਰਣਜੀਤ ਇੰਸਾ ਜੀ ਤੇ ਜਸਵਿੰਦਰ ਸਿੰਘ ਤੇ ਜਗਤਾਰ ਸਿੰਘ ਉਹਨਾਂ ਦਾ ਸਵਾਗਤ ਕਰਦਾ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਉਹਨਾਂ ਦੇ ਖਿਲਾਫ ਉਹ ਆਪਦੀ ਲੜਾਈ ਲੜ ਰਹੇ ਹੈਗੇ ਆ ਤੇ ਉਹਨਾਂ ਕੇਸਾਂ ਦੀ ਪੈਰਵਾਈ ਕਰ ਰਹੇ। ਰਣਜੀਤ ਜੀ ਉਹਨਾਂ ਕੋਲੇ ਸ਼ਾਇਦ ਆਵਾਜ਼ ਮੇਰੀ ਘੱਟ ਜਾ ਰਹੀ ਹੈ ਤੇ ਮੈਂ ਇਹੀ ਕਹੂੰਗਾ ਅਗਰ ਜੇ ਉਹਨਾਂ ਦੇ ਹੈੱਡਫੋਨ ਨਹੀਂ ਲਾਏ ਤਾਂ ਹੈੱਡਫੋਨ ਜ਼ਰੂਰ ਲਾ ਲੈਣ, ਕਿਉਂਕਿ ਹੋ ਸਕਦਾ ਵੀ ਜਿਹੜੀ ਆਵਾਜ਼ ਮੇਰੇ ਕੋਲ ਵਾਪਸ ਬੈਕ ਆ ਰਹੀ ਹੈ। ਤੇ ਅਗਰ ਜੇ ਮੇਰੀ ਆਵਾਜ਼ ਰਣਜੀਤ ਜੀ ਉਹਨਾਂ ਕੋਲੇ ਹੈਗੀ ਹੈ ਤਾਂ ਇੱਕ ਵਾਰ ਜ਼ਰੂਰ ਉਹ ਥੋੜਾ ਜਿਹਾ ਦੱਸ ਦੇਣੋ ਵੀ ਕੀ ਉਹਨਾਂ ਨੂੰ ਮੇਰੀ ਆਵਾਜ਼ ਗੱਲਬਾਤ ਸੁਣਾਈ ਦਿੱਤੀ ਹੈ ਜਾਂ ਨਹੀਂ। ਮੈਨੂੰ ਬਿਲਕੁਲ ਵੀ ਆਵਾਜ਼ ਨਹੀਂ ਸਮਝ ਆਈ ਤੁਹਾਡੀ। ਰਣਜੀਤ ਜੀ, ਮੈਂ ਤੁਹਾਨੂੰ ਸਵਾਲ ਕਰਨ ਲੱਗਾ ਹੈ। ਜਿਹੜਾ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ ਤੇ ਜਿਸ ਤੋਂ ਬਾਅਦ ਦੇ ਵਿੱਚ ਇੱਕ ਸਿੱਟ ਬਣੀ ਸੀ, ਸਿੱਟ ਨੇ ਜਿਹੜੀ ਜਾਂਚ ਕੀਤੀ ਸੀ, ਉਸ ਤੋਂ ਬਾਅਦ ਦੇ ਵਿੱਚ ਡੇਰਾ ਪ੍ਰੇਮੀ ਜਿਹੜੇ ਉਹ 'ਚ ਇਨਵੋਲਵ ਪਾਏ ਗਏ ਸੀਗੇ। ਤੇ ਫਿਰ ਥੋੜੇ ਸਮੇਂ ਬਾਅਦ CBI ਕੋਲੇ ਵੀ ਇਹ ਜਾਂਚ ਚਲੀ ਜਾਂਦੀ ਹੈ ਤੇ ਉਹਨਾਂ ਨੇ ਜਿਹੜੇ ਲੋਕ ਇਹਦੇ ਵਿੱਚ ਦੋਸ਼ੀ ਪਾਏ ਗਏ ਸੀਗੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤੇ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਜ਼ਮਾਨਤਾਂ ਦੇ ਬਾਹਰ ਵੀ ਕੱਢ ਦਿੱਤਾ ਗਿਆ ਸੀ। ਹੁਣ ਦੁਬਾਰਾ ਫੇਰ ਰਣਜੀਤ ਸਿੰਘ ਖੱਟੜਾ ਦੀ ਸਿੱਟ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚ 7 ਬੰਦਿਆਂ ਨੂੰ ਉਹਨਾਂ ਨੇ ਰਾਉਂਡ ਅਪ ਕੀਤਾ ਸੀ, ਪਰ 2 ਬੰਦੇ ਅਗਾਊਂ ਜ਼ਮਾਨਤ ਹੋਣ ਕਰਕੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਪੈ ਸਕੀ। ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹ ਨੀਲਾ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਤੇ ਨਰਿੰਦਰ ਕੁਮਾਰ ਤੇ ਰਣਜੀਤ ਸਿੰਘ ਭੋਲਾ। ਤੁਹਾਡੇ ਨਾਲ ਮੇਰਾ ਜੁੜਨ ਦਾ ਮਤਲਬ ਇਹ ਹੈਗਾ ਵੀ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੈਗੇ ਆ, ਵੀ ਜਿਹੜੇ ਲੋਕਾਂ ਨੇ ਡੇਰਾ ਸਿਰਸਾ ਨਾਲ ਸੰਬੰਧਿਤ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਹੈ ਉਹਦੇ ਕਿਹੜੇ ਕਾਰਨ ਰਹੇ ਹੈ ਤੇ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨੂੰ ਚੋਰੀ ਕਰਕੇ ਤੇ ਬਾਅਦ ਦੇ ਵਿੱਚ ਉਹਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਗਏ। ਹਾਂਜੀ, ਇਹ ਪਹਿਲਾਂ ਤਾਂ ਸਾਰੇ ਤੁਹਾਡੇ ਜਿਹੜੇ ਵਿਊਅਰ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਰਣਜੀਤ ਸਿੰਘ ਇੰਸਾ ਸਿਡਨੀ ਆਸਟ੍ਰੇਲੀਆ ਤੋਂ ਬੋਲ ਰਿਹਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜੀ ਵੀ ਡੇਰਾ ਸੱਚਾ ਸੌਦਾ ਦੇ ਜਿਹੜੇ ਆਪਣੇ ਮੌਕੇ ਦੇ ਗੱਦੀ ਮਸ਼ੀਨ ਗੁਰੂ ਜੀ ਸੰਤ ਗੁਰਮੀਤ ਰਾਮ ਸਿੰਘ ਇੰਸਾ ਜੀ, ਉਹਨਾਂ ਨੇ ਸਾਨੂੰ ਹਰ ਇੱਕ ਸਾਰੇ ਧਰਮਾਂ ਨੂੰ ਹੀ ਮੰਨਣਾ ਸਿਖਾਇਆ, ਸਾਰੇ ਧਰਮਾਂ ਨਾਲ ਪ੍ਰੇਮ ਕਰਨਾ ਸਿਖਾਇਆ। ਤੇ ਮੈਂ ਖੁਦ ਮੇਰਾ ਜਿਹੜਾ ਉਦਾਂ ਗੋਤ ਹੈ ਉਹ ਭੁੱਲਰ ਹੈ ਤੇ ਮੈਂ ਪੰਜਾਬ ਦੇ ਵਿੱਚ ਜੱਟ ਪਰਿਵਾਰ ਨਾਲ ਹੀ ਸੰਬੰਧਿਤ ਰੱਖਦਾ ਤੇ ਸਾਡਾ ਪੂਰਾ ਪਰਿਵਾਰ ਗੁਰਦੁਆਰਾ ਸਾਹਿਬ ਪਹਿਲਾਂ ਤੋਂ ਵੀ ਜਾਂਦਾ ਤੇ ਪੂਰਾ ਜ਼ਿਆਦਾ ਆਪਣੀ ਜਾਂਦੀ ਸਿੱਖ ਧਰਮ ਦੇ ਭਾਈਚਾਰੇ ਨਾਲ ਆਪਣਾ ਪੂਰਾ ਪ੍ਰੇਮ ਮੁਹੱਬਤ ਸਾਰਿਆਂ ਨਾਲ ਹੈਗਾ, ਏਦਾਂ ਦੀ ਤਾਂ ਕੋਈ ਗੱਲ ਹੈ ਨੀ ਗੀ। ਪਰ ਜਿਹੜਾ ਇਹ ਬਰਗਾੜੀ ਕਾਂਡ 2015 ਦੇ ਵਿੱਚ ਹੋਇਆ, ਜਿਹੜੀ ਕਿ ਮੈਨੂੰ ਇਨਫੋਰਮੇਸ਼ਨ ਮਿਲੀ ਹੁਣ ਤੱਕ ਦੀ,
ਉਹ ਇਹ ਮਿਲੀ ਹੈ ਵੀ ਉਸ ਟਾਈਮ ਦੇ ਵਿੱਚ ਕਿਤੇ ਕੋਈ ਨਾਮ ਚਰਚਾ ਦੇ ਵਿੱਚ ਸ਼ਾਇਦ ਜਿਹੜੇ ਸਾਡੇ ਜੋ ਲੋਕ ਪਾਉਣੇ ਜੋ ਇਨਸਾਫ ਵਾਲੇ ਸੀ ਗੱਲ ਦੇ ਵਿੱਚ ਉਹਨਾਂ ਦੀ ਕਿਤੇ ਬੇਅਦਬੀ ਕਿਸੇ ਨੇ ਕਰੀ ਹੋਣੀ ਹੈ ਕਿਸੇ ਬੰਦਿਆਂ ਨੇ। ਪਰ ਜਿਹੜੀ ਉਹ ਹੁਣ ਤੱਕ ਮੇਰੇ ਕੋਲ ਇਨਫੋਰਮੇਸ਼ਨ ਜਿਹੜੀ ਹੁਣ ਮੈਨੂੰ ਬਿਲਕੁਲ ਕਲੀਅਰ ਲੱਗ ਰਿਹਾ ਹੈ ਵੀ ਉਹ ਜਿਹੜੀ ਲੋਕਾਂ ਦੀ ਜਾਂ ਡੇਰਾ ਪ੍ਰੇਮੀਆਂ ਦੇ ਜਾਂ ਸਾਡੇ ਗੁਰੂ ਜੀ ਦੇ ਸਰੂਪਾਂ ਦੀ ਤਸਵੀਰਾਂ ਦੀ ਜਿਹੜੀ ਬੇਅਦਬੀ ਕਰੀ ਆ, ਮੈਨੂੰ ਪਰਸਨਲੀ ਇਹ ਲੱਗਦਾ ਵੀ ਜਿਹੜੀ ਡੇਰੇ ਦੀ ਮੈਨੇਜਮੈਂਟ ਹੈ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਰਵਾਈਆਂ। ਉਹ ਕਿਉਂ ਕਰਵਾਈਆਂ? ਅਸਲ ਦੇ ਵਿੱਚ ਇਹ ਜਿਹੜੇ ਲੋਕ ਆ ਜਿਹੜੇ ਡੇਰੇ ਦੇ ਵਿੱਚ ਬੈਠੇ ਨੇ ਇਸ ਟਾਈਮ ਗੁਰੂ ਜੀ ਜਾਣ ਤੋਂ ਬਾਅਦ, ਇਹ ਬੰਦੇ ਬੜੇ ਤਕੜੇ ਜਾਂਦੀ ਅਸਲ ਦੇ ਵਿੱਚ ਲੋਕ ਟੈਰਰਿਸਟ ਨੇ, ਆਤੰਕਵਾਦੀ ਹੈ। ਇਹ ਲੋਕ ਉਹ ਲੋਕ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ। ਇਹਨਾਂ ਦੇ ਵਿੱਚ ਮੇਨ ਜਿਹੜੇ ਬੰਦੇ ਆ ਉਹਨਾਂ ਦਾ ਇੱਕ ਤਾਂ ਬਿੱਟੂ ਸੀਗਾ ਜਿਨ੍ਹਾਂ ਦੀ ਹੱਤਿਆ ਹੋ ਚੁੱਕੀ ਹੈ ਆਲਰੇਡੀ। ਬਿੱਟੂ ਨੇ 2 ਨਾਮ ਲਿੱਤੇ ਸੀਗੇ ਆਪਣੇ ਬਿਆਨ ਦੇ ਵਿੱਚ, ਉਹਦੇ ਵਿੱਚ ਉਹਨਾਂ ਨਾਮ ਲਿੱਤਾ ਸੀ ਇੱਕ ਤਾਂ ਜਿੰਮੀ, ਇੱਕ ਪਿਰਥੀ ਆ। ਇਹ ਜਿਹੜਾ ਪਿਰਥੀ ਹੈ ਇਹ ਤੁਹਾਡੇ ਸ਼ਾਇਦ ਬਾਘਾ ਪੁਰਾਣੇ ਏਰੀਆ ਦਾ ਹੀ ਹੈ, ਤੇ ਜਿੰਮੀ ਦਾ ਮੈਨੂੰ ਪਤਾ ਨਹੀਂ ਵੀ ਕਿਹੜੇ ਸ਼ਹਿਰ ਦਾ ਬਿਲੋਂਗ ਕਰਦਾ। ਤੇ ਇੱਕ ਹੋਰ ਜਿਹੜੀ ਪਹਿਲੀ SIT ਬਣੀ ਸੀ ਉਹਦੇ ਵਿੱਚ ਹਰਸ਼, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਇਹ ਬੰਦੇ ਸੀਗੇ। ਜਾਂਦੀ ਇਹ 5-6 ਬੰਦੇ ਇਹ ਪੂਰੇ ਡੇਰੇ ਦੀ ਮੈਨੇਜਮੈਂਟ ਨਾਲ ਸੰਬੰਧਿਤ ਹੈ। ਤੇ ਇਹਨਾਂ ਦਾ ਜਿਹੜਾ ਮਾਸਟਰਮਾਈਂਡ ਹੈ ਉਹ ਸੀ ਰਕੇਸ਼। ਉਹ ਡੇਰੇ ਦਾ ਡੇਰੇ ਦੇ ਵਿੱਚ ਬ੍ਰਹਮਚਾਰੀ ਦੀ ਪੋਸਟ ਤੇ ਸੀਗਾ, ਤੇ ਉਹ ਸਾਡੇ ਗੁਰੂ ਜੀ ਦੇ ਆਸ-ਪਾਸ ਰਹਿਣ ਵਾਲਾ ਬੰਦਾ ਹੀ ਸੀ। ਤੇ ਉਹ ਬੰਦੇ ਦਾ ਨਾਮ ਬਿੱਟੂ ਨੇ SIT ਵਾਲੇ ਜਿਹੜੇ ਵੀ ਜਿਹਨਾਂ ਨੇ ਪੁੱਛ ਪੜਤਾਲ ਕਰੀ ਸੀ ਉੱਥੇ ਉਸਨੇ ਮਾਸਟਰਮਾਈਂਡ ਉਸ ਰਕੇਸ਼ ਕੁਮਾਰ ਦਿੜਵੇ ਤੋਂ ਉਹਦਾ ਨਾਮ ਉਹਨੇ ਦਿੱਤਾ ਸੀਗਾ। ਪਰ ਹੁਣ ਉਹ ਦੋਨੇ SIT ਜਿਹੜੀਆਂ ਬਣੀਆਂ ਤੇ ਪਲੱਸ ਜਿਹੜੀ ਆਪਣੀ CBI ਦੀ ਜਾਂਚ ਸੀ, ਇਹਨਾਂ ਦੇ ਵਿੱਚ 5-6 ਬੰਦੇ ਆ। ਇੱਕ ਬਿੱਟੂ, ਇੱਕ ਹਰਸ਼ ਧੂਰੀ, ਉਹ ਧੂਰੀ ਤੋਂ ਹੈ, ਇੱਕ ਪ੍ਰਦੀਪ ਕਲੇਰ ਹੈ, ਇੱਕ ਸੰਦੀਪ ਬਰੇਟੇ ਤੋਂ ਹੈ, ਇੱਕ ਜਿੰਮੀ ਹੈ, ਇੱਕ ਪਿਰਥੀ, ਇੱਕ ਬਿੱਟੂ ਜਿਹਦੀ ਹੱਤਿਆ ਹੋ ਚੁੱਕੀ ਹੈ। ਹੁਣ ਇਹਨਾਂ ਬੰਦਿਆਂ ਦੇ ਉੱਤੇ ਹੀ ਅਸਲ ਦੇ ਵਿੱਚ ਇਹ ਸਾਰੇ ਬੰਦਿਆਂ ਦੇ ਨਾਮ ਆਲਰੇਡੀ ਜਿਹੜੇ ਖੱਟੜਾ ਸਾਹਿਬ ਆ ਇਹਨਾਂ ਕੋਲ ਹੈਗੇ। ਜੇ ਤੁਸੀਂ ਕੱਲ ਪਰਸੋਂ ਦੀ ਜਿਹੜੀ ਇੱਕ ਲਾਈਵ ਡਿਬੇਟ ਹੋਈ ਸੀਗੀ ਚੈਨਲ 18 ਦੇ ਉੱਤੇ, ਉੱਥੇ ਖੱਟੜਾ ਸਾਹਿਬ ਨੇ ਕਿਹਾ ਵੀ ਜਦੋਂ ਉਹਨਾਂ ਨੇ 7 ਪ੍ਰੇਮੀ ਇਹਦੇ ਚੱਕੇ ਜਿਹੜੇ ਬਾਈ ਆਪਣੇ, ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਇਹ SIT ਵਿੱਚ ਮੈਂ ਇਹਨਾਂ ਜੰਗੀ ਬੰਦਿਆਂ ਨੂੰ ਆਲਰੇਡੀ ਚੱਕ ਲਿਆ ਤੇ ਇਹਨਾਂ ਦੇ ਇਸ ਮਾਮਲੇ ਦੀ ਮੈਂ ਘੋਖ ਪੜਤਾਲ ਸਟੈਪ ਬਾਈ ਸਟੈਪ ਕਰੂੰਗਾ। ਜਾਂਦੀ ਸਟੈਪ ਬਾਈ ਸਟੈਪ ਜਾਂਦੀ ਚੱਲ ਪਹਿਲਾਂ ਪ੍ਰੇਮੀ ਚੱਕੇ, ਫਿਰ ਉਦੋਂ ਬਾਅਦ ਉੱਪਰਲੇ ਬੰਦੇ ਕਿੱਥੇ ਮੀਟਿੰਗ ਹੋਈ, ਕਿੱਥੇ ਇਹਨਾਂ ਨੇ ਪ੍ਰੋਗਰਾਮ ਬਣਾਇਆ, ਸਾਰਾ ਕੁਛ ਹੈ ਨਾ। ਪਰ ਹੁਣ ਇਹਨਾਂ ਨੇ ਕੀ ਕੀਤਾ, ਕੱਲ ਦੀ ਜਿਹੜੀ ਖਬਰ ਚੱਲ ਰਹੀ ਹੈ ਉਹਦੇ ਵਿੱਚ ਇਹ ਹੈ ਵੀ ਜਿਹੜੇ ਸੰਤ ਗੁਰਮੀਤ ਰਾਮ ਸਿੰਘ ਜੀ ਨੇ ਉਹਨਾਂ ਦੇ ਨਾਂ ਤੇ ਇਹਨਾਂ ਨੇ FIR ਦਰਜ ਕਰ ਲਈ ਹੈ, ਜਦ ਕਿ ਬਿੱਟੂ ਨੇ ਉਹਨਾਂ ਦਾ ਹਜੇ ਤੱਕ ਕਦੇ ਨਾਂ ਨਹੀਂ ਲਿਆ। ਨਾ ਜਿਹੜੇ ਆ 5 ਬੰਦੇ ਜਿਹੜੇ 7 ਬੰਦੇ ਚੱਕੇ ਗਏ ਇਹਨਾਂ ਨੇ ਕੋਈ ਸਾਡੇ ਗੁਰੂ ਜੀ ਦਾ ਨਾਮ ਲਿੱਤਾ। ਪਰ ਜਿਹੜੇ ਬੰਦੇ ਵਿੱਚ ਵਿਚਾਲੇ ਸੀ ਜਿਨ੍ਹਾਂ ਦਾ ਨਾਮ ਪਹਿਲਾਂ ਤੋਂ ਹੀ ਦੋਨੇ SIT ਨੇ ਜਿਹੜੀ ਫੈਸਲਾ ਕਰ ਲਿਆ ਸੀ, ਇਹ ਬੰਦਿਆਂ ਨੇ ਕੰਮ ਕਰਵਾਇਆ। ਜਿਵੇਂ ਕਿ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ, ਰਕੇਸ਼, ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ, ਜਿੰਮੀ ਤੇ ਪਿਰਥੀ, ਇਹ ਬੰਦਿਆਂ ਦੇ ਉੱਤੇ FIR ਦਰਜ ਹੋਣੀ ਚਾਹੀਦੀ ਸੀ। ਪਰ ਨਹੀਂ, ਐਕਚੁਅਲ ਇਹ ਜਿਹੜੇ ਲੋਕ ਨੇ ਇਹ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੇਨ ਬੰਦੇ ਨੇ ਤੇ ਇਹ ਬੰਦੇ ਪੋਲੀਟਿਕਸ ਨੂੰ ਬਹੁਤ ਚੰਗੀ ਜਿਹੜਾ ਇਹ ਮਾਮਲਾ ਚੱਲ ਰਿਹਾ, ਮੈਨੂੰ ਇਹ ਲੱਗ ਰਿਹਾ ਅਸਲ ਦੇ ਵਿੱਚ ਜਿਹੜਾ ਇਹ ਨਾਮ ਪਵਾਇਆ ਨਾ ਗੁਰੂ ਜੀ ਦਾ, ਇਹ ਨਾਮ ਜੇ ਤੁਸੀਂ ਕਹੋ ਕੈਪਟਨ ਨੇ ਜਾਂ DIG ਨੇ ਨਹੀਂ ਪਾਇਆ, ਅਸਲ ਦੇ ਵਿੱਚ ਇਹ ਇਹਨਾਂ ਬੰਦਿਆਂ ਨੇ ਪਵਾਇਆ। ਕਿਉਂਕਿ ਇਹ ਬੰਦਿਆਂ ਦੀ ਜਿਹੜੀ ਡੇਰੇ ਨੂੰ ਹਥਿਆਉਣ ਦੀ, ਡੇਰੇ ਦੀ ਗੱਦੀ ਤੇ ਬੈਠਣ ਦੀ ਜਿਹੜੀ ਅਸਲ ਦੇ ਵਿੱਚ ਹਨੀਪ੍ਰੀਤ ਇਹਨਾਂ ਸਾਰਿਆਂ ਦੀ ਮਾਸਟਰਮਾਈਂਡ ਆ, ਉਹ ਆਲਰੇਡੀ ਤੁਹਾਨੂੰ ਪਤਾ ਜੇਲ੍ਹ ਚੋਂ ਆ ਚੁੱਕੀ ਹੈ। ਤੇ ਰਕੇਸ਼ ਜਿਹੜਾ ਦਿੜਵਾ ਜਿਹੜਾ ਬੇਅਦਬੀ ਕਾਂਡ ਦਾ ਮੇਨ ਦੋਸ਼ੀ ਜਾਂ ਮਾਸਟਰਮਾਈਂਡ ਆਪਾਂ ਕਹਾਂਗੇ, ਉਹ ਬੰਦੇ ਦਾ ਨਾਂ ਨਾ ਪੈ ਜਾਵੇ ਤੇ ਇਹਨਾਂ ਸਾਰੇ ਬੰਦਿਆਂ ਦਾ ਨਾਂ ਨਾ ਪੈ ਜਾਵੇ ਤਾਂ ਇਹਨਾਂ ਨੇ, ਮੈਨੂੰ ਏਦਾਂ ਲੱਗਦਾ ਵੀ ਹੋ ਸਕਦਾ ਇਹਨਾਂ ਨੇ ਖੱਟਰ ਤੱਕ ਪੈਸਾ ਦਿੱਤਾ ਹੋਵੇ, ਮੁੱਖ ਮੰਤਰੀ ਸਾਹਿਬ ਤੱਕ ਪੈਸਾ ਪਹੁੰਚਾਇਆ ਹੋਵੇ। ਤੇ DIG ਖੱਟੜਾ ਸਾਨੂੰ ਤਾਂ ਇਹ ਗਰੰਟੀ ਹੈ, ਜਿਹੜਾ ਬੰਦਾ ਕੱਲ ਇੱਕ ਦਿਨ ਪਹਿਲਾਂ ਆ ਕੇ ਲਾਈਵ ਪ੍ਰੋਗਰਾਮ ਵਿੱਚ ਖੱਟੜਾ ਸਾਹਿਬ ਇਹ ਕਹਿ ਰਹੇ ਕਿ ਸਟੈਪ ਬਾਈ ਸਟੈਪ ਚੱਲੂ, ਤਾਂ ਅੱਜ ਉਹਨਾਂ ਦਾ ਸਟੈਪ ਇੱਕਦਮ ਟੁੱਟ ਗਿਆ। ਜਦੋਂ ਕਿ 7 ਬੰਦੇ 6-7 ਬੰਦੇ ਜਿਨ੍ਹਾਂ ਦਾ ਨਾਮ ਬੇਅਦਬੀ ਕਾਂਡ ਦੇ ਵਿੱਚ ਦੋਨਾਂ SIT ਨੇ ਰੱਖਿਆ, ਉਹਨਾਂ ਦੇ ਉੱਤੇ FIR ਦਰਜ ਨਾ ਕਰਕੇ ਸਿੱਧਾ ਇੱਕ ਫਕੀਰ ਦੇ ਨਾਂ ਤੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਇਸ ਚੀਜ਼ ਦੇ ਵਿੱਚ, 2015 ਤੋਂ ਲੈ ਕੇ ਆਪਾਂ ਸਾਰਾ ਇਹ ਮਾਮਲਾ ਵਿਚਾਰ ਰਹੇ ਹਾਂ, ਕਦੇ ਵੀ ਉਹਨਾਂ ਦਾ ਨਾਮ ਨਹੀਂ ਆਇਆ। ਤੇ ਨਾ ਹੀ ਕਦੇ ਪ੍ਰੇਮੀਆਂ ਨੂੰ ਕਦੇ ਵੀ ਉਹਨਾਂ ਨੇ ਹਮੇਸ਼ਾ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲਿਆ ਤਾਂ ਹਮੇਸ਼ਾ ਉਹਨਾਂ ਨੇ ਪਵਿੱਤਰ ਗੁਰਬਾਣੀ ਜਾਂ ਹਮੇਸ਼ਾ ਗੁਰੂ ਸਾਹਿਬਾਨਾਂ ਨੂੰ ਕਦੇ ਵੀ ਕੱਲੇ ਐ ਨਹੀਂ ਕਦੇ ਕਿਹਾ ਵੀ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ, ਨਾ, ਹਮੇਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਮੇਸ਼ਾ ਬੜੇ ਅਦਬ ਤੇ ਸਤਿਕਾਰ ਨਾਲ ਉਹਨਾਂ ਨੇ ਨਾਮ ਲਿੱਤਾ। ਤੇ ਸਾਨੂੰ ਇਦਾਂ ਦੀਆਂ ਚੰਗੀਆਂ ਗੱਲਾਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ। ਪਰ ਅਸਲ ਦੇ ਵਿੱਚ ਜਿਹੜੇ ਲੋਕ ਦੋਸ਼ੀ ਆ ਉਹਨਾਂ ਨੂੰ ਆਪਾਂ ਨੂੰ ਇਹ ਤਾਂ ਪਤਾ ਲੱਗ ਰਿਹਾ ਵੀ ਜਿਹੜਾ ਇਹ ਕੇਸ ਚੱਕਿਆ ਆਪਣੀ ਕਾਂਗਰਸ ਸਰਕਾਰ ਨੇ, ਉਹ ਵੋਟਾਂ ਲੈਣ ਦੇ ਲਈ ਚੱਕਿਆ ਤਾਂ ਜੋ ਕਿ ਸਿੱਖ ਭਾਈਚਾਰੇ ਦੀਆਂ ਵੋਟਾਂ ਵੀ ਲੈਤੀਆਂ ਜਾ ਸਕਣ ਅਤੇ ਪ੍ਰੇਮੀਆਂ ਦੀ ਵੋਟਾਂ ਲੈ ਸਕਣ। ਪ੍ਰੇਮੀਆਂ ਦੀਆਂ ਵੋਟਾਂ ਕਿੱਦਾਂ ਲੈਤੀਆਂ ਜਾਣਗੀਆਂ? ਜੇ ਗੁਰੂ ਜੀ ਦਾ ਨਾਮ FIR ਚ ਪਾਵਾਂਗੇ ਤਾਂ ਪ੍ਰੇਮੀਆਂ ਨੂੰ ਜਿਹੜੀ ਮੈਨੇਜਮੈਂਟ ਹੈ, ਜਿਹੜੀ ਵੋਟਾਂ ਦਾ ਸਾਰਾ ਇਹ ਚੀਜ਼ ਰਨ ਕਰਦੀ ਹੈ, ਡੇਰਾ ਪ੍ਰੇਮੀਆਂ ਨੂੰ ਕਹਿੰਦੀ ਹੈ ਵੀ ਵੋਟ ਆਪਾਂ ਇੱਥੇ ਪਾਉਣੀ ਹੈ, ਏਕਾ ਕਰਕੇ ਪਾਉਣੀ ਹੈ,
ਉਹ ਬੰਦਿਆਂ ਨੇ ਜਦੋਂ ਗੁਰੂ ਜੀ ਦਾ ਨਾਮ FIR ਚ ਪਵਾਤਾ ਤਾਂ ਕਿ ਗੁਰੂ ਜੀ ਕਦੇ ਜੇਲ੍ਹ ਚੋਂ ਬਾਹਰ ਆ ਨਾ ਸਕਣ। ਇਹਨਾਂ ਦੀ ਮੈਨੂੰ ਜੋ ਲੱਗਦਾ ਆਪਣੇ ਪਰਸਨਲ ਤੌਰ ਤੇ ਵੀ ਇਹਨਾਂ ਦੀ ਕਾਂਗਰਸ ਦੇ ਨਾਲ ਡੀਲ ਹੋਈ ਹੈ ਵੀ ਤੁਸੀਂ ਵੀ ਉਹਨਾਂ ਦਾ ਨਾਮ ਪਾਓ ਤੇ ਇਹਨਾਂ ਨੇ ਮੋਟਾ ਪੈਸਾ ਵੀ ਚੜ੍ਹਾਇਆ ਤੇ ਸਾਡੇ ਬੰਦਿਆਂ ਦਾ ਨਾਮ ਕੱਢ ਦਿਓ। ਜਿਹੜੇ ਬੰਦੇ ਆਲਰੇਡੀ ਡੇਰੇ ਦੇ ਵਿੱਚ ਇਸ ਟਾਈਮ ਜਾਂਦੀ ਡੇਰੇ ਨੂੰ ਰਨ ਕਰ ਰਹੇ ਆ, ਉਹ ਬੰਦੇ ਆਪਣਾ ਨਾਮ ਨਾ ਪੈ ਕੇ ਉਹ ਸਿੱਧਾ ਗੁਰੂ ਜੀ ਤੇ FIR ਦਰਜ ਕਰਵਾ ਰਿਹਾ। ਖੱਟੜਾ ਸਾਹਿਬ ਨੂੰ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸੋ ਤੁਹਾਨੂੰ ਕਿੰਨਾ ਪੈਸਾ ਇਹਨਾਂ ਬੰਦਿਆਂ ਨੇ ਦਿੱਤਾ? ਕਿਉਂਕਿ ਜਦੋਂ ਤੁਹਾਡੇ ਕੋਲ 6-7 ਬੰਦਿਆਂ ਦਾ ਪ੍ਰੋਪਰਲੀ ਬਿੱਟੂ ਨੇ 2 ਬੰਦਿਆਂ ਦਾ ਨਾਮ ਦਿੱਤਾ ਤੁਹਾਨੂੰ, ਜਿਮੀ ਪਿਰਥੀ ਤੇ ਤੀਜਾ ਰਕੇਸ਼ ਮਾਸਟਰਮਾਈਂਡ, ਉਹਨਾਂ ਬੰਦਿਆਂ ਤੇ ਤੁਸੀਂ FIR ਦਰਜ ਨਾ ਕਰਕੇ ਤੁਸੀਂ ਇੱਕ ਫਕੀਰ ਤੇ ਜਿਹੜਾ ਜੱਜ ਬੈਠਾ ਉਹ ਤੇ FIR ਦਰਜ ਕਰ ਰਹੇ ਹੋ। ਥੋੜੀ ਮੋਟੀ ਸ਼ਰਮ ਕਰੋ। ਤੁਸੀਂ ਖੁਦ DIG ਖੱਟੜਾ ਸਾਹਿਬ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਮਹਾਰਾਜ ਜੀ ਤੁਹਾਡਾ ਇਹੋ ਜਿਹੇ ਗਲਤ ਕੰਮ ਕਰ ਰਹੇ ਹੋ, ਤੁਹਾਨੂੰ ਸ਼ਰਮ ਚਾਹੀਦੀ ਇਸ ਚੀਜ਼ ਦੀ। ਮੈਂ ਤੁਹਾਨੂੰ ਇਹੀ ਗੱਲ ਕਹੂੰਗਾ, ਤੁਸੀਂ ਏਡੇ ਵੱਡੇ ਸਿੱਖ ਧਰਮ ਦੇ। ਹਾਂਜੀ ਹਾਂਜੀ ਰਣਜੀਤ ਜੀ, ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਜਾਂ ਪਿਰਥੀ ਦੀ ਗੱਲ ਕਰ ਰਹੇ ਹੋ ਕਿ ਜੰਮੀ ਦੀ ਕਿਸੇ ਦੀ ਗੱਲ ਕਰ ਰਹੇ ਹੋ, ਕੀ ਉਹ ਇੰਨੀ ਜੋਗੇ ਹੈਗੇ ਆ ਵੀ ਜਿਹੜੇ ਉਹ ਉੱਪਰ ਤੱਕ ਇੰਨਾ ਪੈਸਾ ਚੜਾ ਦੇਣ ਤੇ ਜਾਂ ਉਹ ਬਾਬੇ ਨੂੰ ਉਹ ਫਸਾ ਦੇਣ? ਅਜੇ ਵੀ ਜਿਹੜੇ ਉਹ ਲੋਕ ਅਜੇ ਡੇਰੇ ਦੇ ਵਿੱਚ ਬੈਠੇ ਹੈਗੇ ਆ ਜਿਹੜੇ ਉਹ ਬਾਬੇ ਨੂੰ ਪਾਸੇ ਰੱਖ ਕੇ ਉੱਤੇ ਡੇਰੇ ਤੇ ਰਾਜ ਕਰਨਾ ਚਾਹੁੰਦੇ ਆ? ਬਿਲਕੁਲ ਬਿਲਕੁਲ ਜੀ। ਐਕਚੁਅਲ ਚ ਕੀ ਹੈ ਜੀ, ਇਹਨਾਂ ਨੇ ਸਾਰੀ ਜਿਹੜੀ ਸਾਧ ਸੰਗਤ ਹੈ, ਐਕਚੁਅਲ ਚ ਸਾਰੀ ਸਾਧ ਸੰਗਤ ਕੋਈ ਪੜ੍ਹੇ ਲਿਖੇ ਲੋਕ ਤਾਂ ਹੈ ਨਹੀਂਗੇ, ਸਾਰੇ ਪਿੰਡਾਂ ਵਾਲੇ ਆਮ ਲੋਕ ਹੈ ਜੀ। ਸਾਰੇ ਲੋਕ ਇੰਨਾ ਚੰਗੀ ਤਰ੍ਹਾਂ ਸੋਚਦੇ ਵੀ ਨਹੀਂ। ਅਸਲ ਦੇ ਵਿੱਚ ਕੀ ਹੈ, ਸਾਰੇ ਡੇਰਾ ਪ੍ਰੇਮੀ ਜੋ ਇਸ ਵਕਤ ਡੇਰੇ ਜਾਂਦੇ ਆ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਗੁਰੂ ਜੀ ਨੂੰ ਬਾਹਰ ਲਿਆਉਣ ਲਈ ਉਹਨਾਂ ਦੇ ਕੇਸਾਂ ਵਾਸਤੇ ਅਸੀਂ ਵੱਡੇ ਵੱਡੇ ਵਕੀਲ ਜਿਵੇਂ ਜੇਠ ਮਲਾਨੀ ਹੋ ਗਏ ਜਾਂ ਜੋ ਵੀ ਵੱਡੇ ਵੱਡੇ ਵਕੀਲ ਆ, ਹੁਣ ਤਾਂ ਵੈਸੇ ਉਹਨੇ ਡੈਥ ਹੋ ਗਈ, ਉਹਨਾਂ ਦੇ ਨਾਮ ਇਹਨਾਂ ਬੰਦਿਆਂ ਨੇ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ ਵੀ ਅਸੀਂ ਗੁਰੂ ਜੀ ਦੇ ਕੇਸ ਦੇ ਲਈ ਪੈਰਵਾਈ ਕਰਨੀ ਹੈ, ਸਾਨੂੰ ਪੈਸਾ ਦਿਓ। ਹੁਣ ਐਕਚੁਅਲ ਵਿੱਚ ਲੋਕਾਂ ਨੇ ਚਲੋ ਪੈਸਾ ਦਿੱਤਾ ਆਪਣੇ ਗੁਰੂ ਲਈ, ਹਰ ਬੰਦਾ ਕਰਦਾ, ਪਰ ਇਹਨਾਂ ਲੋਕਾਂ ਨੇ ਉਹ ਪੈਸਾ ਕਿਸ ਤਰ੍ਹਾਂ ਯੂਜ਼ ਕਰ ਰਿਹਾ, ਉਹ ਪੂਰਾ ਪੈਸਾ ਗੁਰੂ ਜੀ ਨੂੰ ਫਸਾਉਣ ਦੇ ਵਿੱਚ ਹੀ ਲਗਾ ਰਿਹਾ। ਤੇ ਇਸ ਚੀਜ਼ ਦੀ ਇਨਫੋਰਮੇਸ਼ਨ ਜੋ ਆਮ ਪ੍ਰੇਮੀ ਨੇ, ਆਮ ਸਾਧ ਸੰਗਤ ਆ, ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗ ਰਿਹਾ। ਉਹ ਅਣਜਾਣ ਬਣੇ ਹੋਏ ਆ, ਉਹ ਭੋਲੇ ਬੰਦੇ, ਉਹਨਾਂ ਨੂੰ ਪਤਾ ਹੀ ਨਹੀਂ ਹੋ ਕੀ ਰਿਹਾ। ਇਸ ਦਾ ਮਤਲਬ ਹਨੀਪ੍ਰੀਤ ਵੀ ਮਤਲਬ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਆ? ਬਿਲਕੁਲ। ਐਕਚੁਅਲ ਹਨੀਪ੍ਰੀਤ ਹੀ ਅਸਲ ਦੇ ਵਿੱਚ ਜਿਹੜੀ ਮੇਨ ਇਸ ਟਾਈਮ ਜੇ ਆਪਾਂ ਕਹੀਏ ਵੀ ਗੱਦੀ ਦੇ ਉੱਤੇ ਬੈਠਣ ਦੇ ਜੇ ਕਾਬਜ ਕੋਈ ਬੰਦਾ ਹੋਊਗਾ ਤਾਂ ਉਹ ਹਨੀਪ੍ਰੀਤ ਹੀ ਹੈ, ਕੋਈ ਹੋਰ ਨਹੀਂ ਹੈਗੀ। ਉਹ ਹਨੀਪ੍ਰੀਤ ਖੁਦ ਡੇਰੇ ਨੂੰ ਦੱਬਣਾ ਚਾਹੁੰਦੀ ਹੈ, ਗੱਦੀ ਤੇ ਬੈਠਣਾ ਚਾਹੁੰਦੀ ਹੈ। ਉਹ ਹੁਣ ਮੈਂ ਕੀ ਕਹਾਂ ਉਸ ਭੈਣ ਬਾਰੇ, ਕੀ ਕਹਾਂ ਉਹਨਾਂ ਬਾਰੇ, ਜਿਹੜੇ ਬੰਦੇ ਇਦਾਂ ਦੇ ਹੈਗੇ ਆਪਣੇ ਗੁਰੂ ਦੇ ਨਹੀਂ ਹੋਏ, ਪੀਰ ਫਕੀਰ ਦੇ ਨਹੀਂ ਹੋਏ, ਉਹ ਹੋਰ ਕਿਸੇ ਦੇ ਕੀ ਹੋਣ। ਇਹ ਅਸਲ ਦੇ ਵਿੱਚ ਇਹ ਲੋਕ ਪੈਸੇ ਦੇ ਯਾਰ ਨੇ। ਸਾਰਾ ਸਿਸਟਮ ਹੀ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਤਾਂ ਪੈਸੇ ਦਾ ਯਾਰ, ਇਸ ਤਾਂ ਕੋਈ ਦੋ ਰਾਹ ਹੈ ਹੀ ਨਹੀਂ, ਕੋਈ ਸ਼ੱਕ ਹੀ ਨਹੀਂ ਸਾਨੂੰ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਆਪਾਂ ਤਾਂ ਇਹੀ ਅਰਜ਼ ਕਰਾਂਗੇ, ਅਰਦਾਸ ਕਰਾਂਗੇ ਸਾਰਿਆਂ ਨੂੰ ਵੀ ਜੋ ਵੀ ਪੋਲੀਟੀਸ਼ੀਅਨ ਹੈਗੇ ਆ, ਚਾਹੇ ਆਪਣੇ ਕੈਪਟਨ ਸਾਹਿਬ ਹੈ, ਇਹ ਬੇਅਦਬੀ ਮਾਮਲੇ ਨੂੰ ਚੰਗੀ ਤਰ੍ਹਾਂ ਘੋਖਣ। ਜਿਹੜੇ ਬੰਦੇ ਦੋਸ਼ੀ ਹੈ ਉਹਨਾਂ ਨੂੰ ਫਾਂਸੀ ਚੜਾਉਣ, ਗੋਲੀ ਮਾਰਨ ਉਹਨਾਂ ਨੂੰ, ਤਾਂ ਜੋ ਕਿ ਸਾਰਿਆਂ ਨੂੰ ਇਨਸਾਫ ਮਿਲ ਸਕੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਛੋਟੀ ਮੋਟੀ ਗੱਲ ਥੋੜੀ ਹੈ। ਇਹ ਪੰਜਾਬ ਦੀ ਸ਼ਾਂਤੀ ਭੰਗ ਕਰਨ ਕਿਉਂ ਲੱਗੇ ਹੋਏ ਨੇ? ਦੋ ਭਾਈਚਾਰੇ ਆਪਸ ਵਿੱਚ, ਇੱਕ ਪਿੰਡ ਵਿੱਚ ਰਹਿਣ ਵਾਲੇ ਭਾਈਚਾਰੇ ਨੂੰ ਆਪਸ ਵਿੱਚ ਲੜਾ ਰਹੇ ਆ ਲੋਕ, ਸਿਰਫ ਵੋਟਾਂ ਦੀ ਖਾਤਰ, ਆਪਣੇ ਇੱਕ ਪੈਸੇ ਦੀ ਖਾਤਰ। ਕਿਉਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲੱਗਦੇ ਜੀ? ਰਣਜੀਤ ਜੀ, ਆਪਣੇ ਨਾਲ ਇਸ ਟਾਈਮ ਜਿਹੜੇ ਇਸ ਟਾਈਮ ਪੈਰਵਾਈ ਕਰ ਰਹੇ ਹੈਗੇ ਆ ਸਾਰੇ ਇਸ ਮਸਲੇ ਦੀ ਨਾਲ, ਆਪਣੇ ਜਸਵਿੰਦਰ ਸਿੰਘ ਸਾਹੋਕੇ ਵੀ ਹੈਗੇ ਆ, ਉਹਨਾਂ ਤੋਂ ਵੀ ਥੋੜਾ ਜਿਹਾ ਆਪਾਂ ਪੁੱਛ ਲਈਏ ਵੀ ਜਸਵਿੰਦਰ ਸਿੰਘ ਜੀ, ਰਣਜੀਤ ਸਿੰਘ ਉਹਨਾਂ ਨੇ ਜੋ ਗੱਲਬਾਤ ਕੀਤੀ ਹੈਗੀ ਹੈ, ਤੁਸੀਂ ਕਿੰਨਾ ਕੁ ਇਤਫਾਕ ਰੱਖਦੇ ਹੋ ਇਸ ਗੱਲ ਨਾਲ? ਸਭ ਤੋਂ ਪਹਿਲਾਂ ਤਾਂ ਮੈਂ ਜਗਤ ਸੇਵਕ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਦੇ ਵਿੱਚ ਜੁੜੀ ਹੋਈ ਸਿੱਖ ਸੰਗਤ, ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਅਤੇ ਸਰਦਾਰ ਤਰਲੋਚਨ ਸਿੰਘ ਜੀ ਬਰਾੜ, ਉਹਨਾਂ ਦੇ ਚੈਨਲ ਦੇ ਜ਼ਰੀਏ ਆਪਾਂ ਸਾਰੇ ਜੁੜ ਬੈਠੇ ਹਾਂ। ਤੋਂ ਸਭ ਤੋਂ ਪਹਿਲਾਂ ਬੁਲਾਓ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ ਦੁਬਾਰਾ ਸਵਾਲ ਕਰਿਓ ਤੁਸੀਂ। ਜੋ ਰਣਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈਗੀ ਆ, ਉਹ ਕਹਿੰਦੇ ਵੀ ਜੇ ਕੁਝ ਲੋਕ ਇਸ ਟਾਈਮ ਡੇਰੇ ਦੇ ਵਿੱਚ ਕਾਬਜ ਹੋਏ ਬੈਠੇ ਆ, ਉਹਨਾਂ ਨੇ ਹਨੀਪ੍ਰੀਤ ਦੇ ਉੱਪਰ ਵੀ ਦੋਸ਼ ਲਾਏ ਆ, ਤੇ ਕੁਝ ਲੋਕ ਜਿਹੜੇ ਇਸ ਟਾਈਮ ਬਾਹਰ ਬੈਠੇ ਹੈਗੇ ਆ, ਕੋਈ ਜਿੰਮੀ ਨਾਂ ਦੇ ਲੋਕ ਆ ਜਾਂ ਕੋਈ ਪਿਰਥੀ ਨਾਂ ਦਾ ਬੰਦਾ ਹੈਗਾ, ਇਹ ਸਾਰੇ ਰਲ ਕੇ ਉਹ ਕਹਿੰਦੇ ਵੀ ਸਾਡੇ ਬਾਬੇ ਨੂੰ ਜਾਣਬੁੱਝ ਕੇ ਅੰਦਰ ਹੀ ਦਿਖਾਉਣਾ ਚਾਹੁੰਦੇ ਆ। ਇਸ ਕਰਕੇ ਜਿਹੜਾ ਇਸ FIR ਦੇ ਵਿੱਚ ਨਾਮ ਪਵਾਇਆ ਗਿਆ ਵੀ ਉਹਨਾਂ ਬੰਦਿਆਂ ਨੇ ਮੋਟਾ ਪੈਸਾ ਸਰਕਾਰ ਨੂੰ ਦਿੱਤਾ ਵੀ ਬਾਬੇ ਦਾ ਨਾਮ ਵਿੱਚ ਇਨਵੋਲਵ ਕਰ ਦਿਓ ਤੇ ਡੇਰੇ ਦੇ ਉੱਤੇ ਉਹ ਬੰਦੇ ਕਾਬਜ ਰਹਿਣ ਹਮੇਸ਼ਾ। ਤੇ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਵੱਲੋਂ ਵੀ ਹਜੇ ਤੱਕ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਹੈ ਨਹੀਂ ਵੀ ਜੇ ਕੋਈ ਬਾਬਾ ਇਸ ਗੱਲ ਦੇ ਵਿੱਚ ਇਨਵੋਲਵ ਹੈਗਾ। ਤੁਹਾਡਾ ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਮੈਂ ਭਾਈ ਰਣਜੀਤ ਇੰਸਾਂ ਦਾ ਧੰਨਵਾਦ ਕਰਦਾ ਵੀ ਉਹਨੇ ਕਬੂਲ ਤਾਂ ਕੀਤਾ ਵੀ ਜਿਹੜਾ ਸਾਡਾ ਡੇਰਾ ਹੈ ਜਾਂ ਉੱਥੋਂ ਦੇ ਪੈਰੋਕਾਰ ਆ ਜਿਹੜੇ
ਜਾਂ ਜਿਹੜੇ ਉੱਥੋਂ ਦੀ ਕਮੇਟੀ ਆ, ਪ੍ਰਬੰਧਕ ਕਮੇਟੀ ਜਿਹੜੀ ਚਲਾ ਰਹੀ ਹੈ, ਉਹ ਸਾਰੇ ਅੱਤਵਾਦੀ ਟਾਈਪ ਦੇ ਬੰਦੇ ਆ, ਇਹਨਾਂ ਦੀ ਆਪਦੀ ਵਰਡਿੰਗ। ਤੋਂ ਜਿਹੜੇ ਇਹੋ ਜਿਹੀ ਮਾਨਸਿਕਤਾ ਵਾਲੇ ਬੰਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਿੱਖ ਧਰਮ ਚੀਜ਼ ਕੀ ਹੈ, ਚਾਹੇ ਉਹਨਾਂ ਦੇ ਜਨਮ ਵੀ ਸਿੱਖ ਧਰਮ ਦੇ ਵਿੱਚ ਹੋਏ ਆ, ਚਾਹੇ ਉਹ ਰਣਜੀਤ ਸਿੰਘ ਇੰਸਾ ਹੀ ਹੈ, ਇਹਨਾਂ ਦਾ ਜਨਮ ਵੀ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ, ਤੇ ਪਰ ਜਿਹੜਾ ਕਾਰਨ ਹੈਗਾ ਵੀ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਬਹੁਤ ਘਿਨੌਣੀਆਂ। ਸਭ ਤੋਂ ਵੱਧ ਮੈਂ ਕਹਿੰਦਾ ਵੀ ਜੇ ਇਹ ਨੁਕਸਾਨ ਇਹਨਾਂ ਨੇ ਕਰਨਾ ਚਾਹਿਆ, ਚਾਹੇ ਉਹ ਸਾਰੇ ਧਰਮਾਂ ਦਾ ਉੱਥੇ ਸਤਿਕਾਰ ਕਿਸੇ ਧਰਮ ਦਾ ਨਹੀਂ ਕੀਤਾ ਗਿਆ, ਹਰੇਕ ਧਰਮ ਨੂੰ ਟਿੱਚ ਕਰਕੇ ਜਾਣਿਆ ਗਿਆ, ਤੇ ਸਿੱਖ ਧਰਮ ਦੇ ਉੱਪਰ ਵਾਰ-ਵਾਰ ਹਮਲੇ ਕੀਤੇ ਗਏ। ਜਿਸ ਤਰ੍ਹਾਂ ਪਹਿਲਾਂ ਗੁਰੂ ਸਾਹਿਬ ਦੀ ਪੁਸ਼ਾਕ ਪਾਈ ਉਸ ਪਖੰਡੀ ਸਾਧ ਨੇ, ਬਲਾਤਕਾਰੀ ਸਾਧ ਨੇ। ਉਸ ਤੋਂ ਬਾਅਦ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖੋ ਵੀ ਪੰਜਾਬ ਦਾ ਮਾਹੌਲ ਉਸ ਸਮੇਂ ਕੀ ਸੀਗਾ। ਪੰਜਾਬ ਦੇ ਵਿੱਚ ਇਹਨਾਂ ਦੀ ਕਿਤੇ ਵੀ ਸੰਗਤ ਨਹੀਂ ਸੀ ਲੱਗੀ, ਉਹਦੇ ਤੇ ਬਕਾਇਦਾ FIR ਉਦੋਂ ਵੀ ਦਰਜ ਹੋਈ। ਉਦੋਂ ਵੀ ਜਿਹੜਾ ਹੈਗਾ ਬਾਦਲ ਸਰਕਾਰ ਨੇ ਉਹਨੂੰ ਬਚਾਇਆ। ਤੇ ਹੁਣ 2015 ਦੇ ਵਿੱਚ ਜਿਵੇਂ ਭਾਈ ਰਣਜੀਤ ਸਿੰਘ ਇੰਸਾ ਜਿਹੜਾ ਕਹਿ ਰਹੇ ਆ ਵੀ ਉਹਨਾਂ ਦਾ ਕੋਈ ਹੱਥ ਨਹੀਂ ਹੈਗਾ, ਤੇ ਇਹ ਬਿਲਕੁਲ ਗਲਤ ਕਹਿ ਰਹੇ ਆ। ਇਹ ਸਿਰਫ ਇੱਕ ਬੰਦੇ ਦਾ ਪੱਖ ਲੈ ਰਹੇ ਆ, ਤੇ ਬਾਕੀ ਸਾਰੇ ਹੈ ਤਾਂ ਸਾਰੇ ਗੁਨਾਹਗਾਰ ਹੀ। ਉਹ ਜਿਹੜੇ ਬਰੇਟੇ ਵਰਗੇ ਇਹਨਾਂ ਨੇ ਨਾਮ ਲਏ ਸਾਰਿਆਂ ਦੇ, ਉਹਨਾਂ ਦੇ ਉਹ ਸਾਰੇ ਜਿਵੇਂ ਬਿਰਤੀ ਬਾਘਾ ਪੁਰਾਣਾ ਤੋਂ ਤੁਹਾਨੂੰ ਪਤਾ ਹੀ ਹੈ ਕਿ ਮੰਨ ਕੇ ਬੇਅਦਬੀ ਕਾਂਡ ਦੇ ਵਿੱਚ ਸਾਰੇ ਗੁਨਾਹਗਾਰ ਆ ਜਿਹੜੇ ਉਹ ਆਪਣਾ ਗੁਨਾਹ ਕਬੂਲ ਚੁੱਕੇ ਆ। ਕੇਸ ਆ ਜਿਹੜਾ ਉਹ ਸਜ਼ਾ ਦੇ ਬਿਲਕੁਲ ਲਾਗੇ ਆ। ਲੋਕਡਾਊਨ ਹੋਣ ਕਾਰਨ ਜਿਹੜਾ ਹੈਗਾ ਉਹ ਕੇਸ ਦੇ ਵਿੱਚ ਵੀ ਥੋੜੀ ਰੁਕਾਵਟ ਆਈ ਹੋਈ ਹੈ। ਸੋ ਮੇਰਾ ਕਹਿਣ ਤੋਂ ਭਾਵ ਵੀ ਸਭ ਤੋਂ ਜਿਹੜਾ ਹੈਗਾ ਨੁਕਸਾਨ ਜਿਸ ਕੌਮ ਦਾ ਕੀਤਾ, ਉਹ ਸਰਸੇ ਵਾਲੇ ਉਸ ਪਖੰਡੀ ਬਲਾਤਕਾਰੀ ਸਾਧ ਨੇ ਕੀਤਾ। ਅਤੇ ਦੂਸਰਾ ਨੰਬਰ ਬਾਦਲ ਸਰਕਾਰ ਜਿਨ੍ਹਾਂ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ, ਉਹਦੇ ਤੇ ਬਣਦੇ ਪਰਚੇ ਜਿਹੜੇ ਉਹ ਦਰਜ ਨਹੀਂ ਕੀਤੇ। ਕਿਸੇ ਟਾਈਮ ਤਾਂ ਇਹ ਸਮਾਂ ਸੀਗਾ ਵੀ ਇਹਨਾਂ ਦੇ ਜਿਹੜੇ ਪੋਸਟਰ ਲੱਗਦੇ ਸੀ ਫਿਲਮਾਂ ਦੇ, ਉਹ ਫਿਲਮਾਂ ਦੇ ਪੋਸਟਰਾਂ ਦੇ ਉੱਪਰ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਉਹਦੀ ਰਾਖੀ ਕਰਦੀ ਸੀ, ਤੇ ਸਾਡੇ ਸਿੱਖਾਂ ਦੇ ਉੱਪਰ, ਨੌਜਵਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਂਦੇ ਸਨ ਇਸ ਪੰਥਕ ਸਰਕਾਰ ਵੱਲੋਂ। ਤੋਂ ਬਹੁਤ ਜਿਹੜੀ ਹੈਗੀ ਹੈ ਇਹ ਸਿੱਖ ਕੌਮ ਵਾਸਤੇ ਨਮੋਸ਼ੀ ਦੀ ਗੱਲ ਹੈ ਕਿ ਇੱਕ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਜਿਹੜੀ ਕਿ ਉਸ ਬਲਾਤਕਾਰੀ ਸਾਧ ਦੇ ਮਾਫੀਨਾਮੇ ਦੇ ਉੱਪਰ 90-95 ਲੱਖ ਰੁਪਇਆ ਖਰਚ ਕਰਦੀ ਹੈ, ਉਸ ਦੇ ਇਸ਼ਤਿਹਾਰ ਲਵਾਉਂਦੀ ਹੈ ਅਖਬਾਰਾਂ ਦੇ ਵਿੱਚ। ਤੇ ਦੂਸਰਾ ਜਥੇਦਾਰ ਅਕਾਲ ਤਖਤ ਸਾਹਿਬ ਜਿਹੜਾ ਉਹਨੂੰ ਬਿਨਾਂ ਮੰਗਿਆ ਤੋਂ ਮਾਫੀ ਦਿੰਦਾ, ਤੇ ਦਬਾਉਣ ਵਾਲੇ ਤੁਹਾਨੂੰ ਪਤਾ ਹੀ ਹੈ, ਸਾਰੀ ਸੰਗਤ ਨੂੰ ਪਤਾ ਹੀ ਹੈ ਵੀ ਬਾਦਲ ਦਲ ਦਬਾ ਰਿਹਾ ਸੀਗਾ। ਤੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਾਰਵਾਈਆਂ ਜਿਹੜੀਆਂ ਉਹ ਤਕਰੀਬਨ ਸਿੱਖ ਵਿਰੋਧੀ ਰਹੀਆਂ। ਜੇਕਰ ਇੱਥੇ ਮੰਨਿਆ ਜਾਵੇ, ਤੁਹਾਨੂੰ ਵੀ ਪਤਾ ਬਰਾੜ ਸਾਹਿਬ, ਤਕਰੀਬਨ ਸੰਗਤਾਂ ਨੂੰ ਸਾਰੀਆਂ ਨੂੰ ਪਤਾ ਹੈ ਕਿ ਮੇਰੇ ਉੱਪਰ ਬਾਦਲ ਸਰਕਾਰ ਨੇ ਤਸ਼ੱਦਦ ਕਿੰਨਾ ਕੀਤਾ। 304 ਦਾ ਪਰਚਾ ਮੇਰੇ ਤੇ ਨਜਾਇਜ਼ ਦਰਜ ਕਰਵਾਇਆ, ਤੇ ਉਸ ਸਮੇਂ ਦੇ ਇਹਨਾਂ ਦੇ MLA ਜਿਹੜੇ ਸੀ ਆਪਣੇ ਬਾਘਾ ਪੁਰਾਣਾ ਹਲਕੇ ਤੋਂ ਮਹੇਸ਼ਿੰਦਰ ਸਿੰਘ, ਉਹਨੇ ਕਹਿ ਕੇ ਪਰਚਾ ਦਰਜ ਕਰਵਾਇਆ ਤੇ ਗਵਾਹੀ ਦਵਾਈ ਮੇਰੀ ਪਿੰਡ ਦੀ ਪੰਚਾਇਤ ਤੋਂ। ਤੇ ਉਸ ਤੋਂ ਬਾਅਦ ਦੇ ਵਿੱਚ ਸੁਖਬੀਰ ਬਾਦਲ ਜਿਹੜਾ ਪਿੰਡ ਸਮਾਧ ਭਾਈ ਆਇਆ, ਤੇ ਉੱਥੇ ਮੇਰੇ ਪਿੰਡ ਦੀ ਪੰਚਾਇਤ ਜਾ ਕੇ ਫੇਰ ਮਿਲੀ ਆ ਉਹਨੂੰ, ਤੇ ਉੱਥੋਂ ਦੁਬਾਰਾ ਕਹਿ ਕੇ ਫੇਰ ਮੇਰੇ ਤੇ 22 ਨੇਮ ਜਿਹੜਾ ਹੈਗਾ ਪਰਚਾ। ਹਾਲਾਂਕਿ ਮੈਂ ਜਿਹੜਾ ਘਟਨਾ ਸਥਾਨ ਆ ਉਸ ਤੋਂ 12 ਕਿਲੋਮੀਟਰ ਦੂਰ ਬੈਠਾ ਸੀਗਾ, ਤੇ ਮੇਰਾ ਪਰਚੇ ਦੇ ਵਿੱਚ ਨਾਮ ਜਿਹੜਾ ਹੈਗਾ ਉਹ 8 ਦਿਨ ਬਾਅਦ ਦੇ ਵਿੱਚ ਪਰਚਾ ਜਿਹੜਾ ਮੇਰੇ ਤੇ ਦਰਜ ਕੀਤਾ ਜਾਂਦਾ। ਜਸਵਿੰਦਰ ਜੀ, ਜਿਵੇਂ ਰਣਜੀਤ ਇੰਸਾ ਨੇ ਇਹ ਗੱਲ ਕਹੀ ਹੈ ਵੀ ਬਾਬੇ ਨੂੰ ਜਿਹੜੀ ਇੱਕ ਮੈਜੋਰਟੀ ਬੈਠੀ ਹੈਗੀ ਹੈ ਜਿਹੜੀ ਉਹ ਉਸ ਗੱਦੀ ਤੋਂ ਬਾਹਰ ਰੱਖਣਾ ਚਾਹੁੰਦੀ ਹੈ, ਉਹਨਾਂ ਬੰਦਿਆਂ ਨੇ ਸਾਰੀ ਇਹ ਗੇਮ ਰਚੀ, ਬਾਬੇ ਨੂੰ ਬਦਨਾਮ ਕਰਨਾ ਚਾਹੁੰਦੇ ਆ, ਤੇ ਉਹ ਬਦਨਾਮ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਪਹੁੰਚਦਾ ਕੀਤਾ, ਤੇ ਹੁਣ ਵੀ ਉਹ ਨਿਕਲ ਨਹੀਂ ਦੇਣਾ ਚਾਹੁੰਦੇ। ਇਸ ਕਰਕੇ ਉਹਨਾਂ ਨੇ ਮੋਟਾ ਪੈਸਾ ਸਰਕਾਰਾਂ ਨੂੰ ਦਿੱਤਾ, ਪਹਿਲਾਂ ਵੀ ਦਿੱਤਾ ਤੇ ਹੁਣ ਵੀ ਦਿੱਤਾ। ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਵੀ ਕੀ ਤੁਹਾਨੂੰ ਇਹ ਲੱਗਦਾ ਵੀ ਉਹਨਾਂ ਦੀ ਗੱਲ ਦੇ ਵਿੱਚ ਸੱਚਾਈ ਹੈਗੀ ਇਹ? ਨਹੀਂ, ਇਸ ਗੱਲ ਦੇ ਵਿੱਚ ਤਾਂ ਜਿਹੜਾ ਹੈਗਾ ਸੱਚਾਈ ਹੈ ਵੀ ਸਾਰੇ ਜਿਹੜੇ ਹੈਗੇ ਉਹ ਗੱਦੀ ਦੇ ਵਾਰਸ ਬਣਨ ਨੂੰ ਫਿਰਦੇ ਆ, ਕਿਉਂਕਿ ਉਹਨੇ ਤਾਂ ਹੁਣ ਸਾਧ ਨੇ ਬਾਹਰ ਆਉਣਾ ਹੀ ਨਹੀਂ ਸਾਰੀ ਉਮਰ। ਉਹਦੀ ਸਾਰੀ ਉਮਰ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਹੀ ਰਹਿਣੀ ਹੈ, ਕਿਉਂਕਿ ਜਿਹੜਾ ਆਉਣ ਵਾਲਾ ਉਹਦੇ ਤੇ ਇੱਕ ਕੇਸ ਨਹੀਂ, ਉਹਦੇ ਤੇ ਹੋਰ ਵੀ ਕੇਸ ਚੱਲਦੇ ਪਏ ਆ। ਉਹਨਾਂ ਕੇਸਾਂ ਦੇ ਵਿੱਚ ਵੀ ਉਸ ਨੂੰ ਸਜ਼ਾ ਹੋਣੀ ਆ। ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਦਾ ਜਿਹੜਾ ਕਤਲ ਕੀਤਾ ਛਤਰਪਤੀ ਜੀ ਦਾ, ਉਹਦੇ ਵਿੱਚ ਵੀ ਉਹਨੂੰ ਸਜ਼ਾ ਹੋਣੀ ਹੈ। ਜਿਹੜੇ ਹੋਰ ਉੱਥੇ ਨੌਜਵਾਨ ਜਿਹੜੇ ਆਪਣੇ
ਅਣਪਛਾਤੀਆਂ ਲਾਸ਼ਾਂ ਜਿਹੜੀਆਂ ਹੈਗੀਆਂ, ਇਹਨਾਂ ਨੇ ਜਿਹੜਾ ਕੋਈ ਬੰਦਾ ਬੋਲਦਾ ਸੀਗਾ ਉਹਨੂੰ ਦੱਬ ਕੇ ਥੱਲੇ ਤੇ ਉੱਪਰ ਦਰਖਤ ਲਾ ਦਿੰਦੇ ਸੀਗੇ, ਕੋਈ ਬੂਟੇ ਲਾ ਦਿੰਦੇ ਸੀ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ, ਉਹ ਸਾਰੇ ਪਰਚੇ ਜਿਹੜੇ ਉਹਦੇ ਉੱਪਰ ਦਰਜ ਆ ਤੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਹੈ ਤੇ ਸਜ਼ਾ ਜਿਹੜੀ ਆ ਉਹ ਸੱਤੇ ਵਾਲੇ ਸਾਧ ਨੂੰ ਮਿਲਣੀ ਹੈ। ਤੇ ਜਿਹੜਾ ਇਹ ਕਹਿ ਰਹੇ ਆ ਨਾ ਭਾਈ ਰਣਜੀਤ ਸਿੰਘ ਵੀ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਗਲਤ ਲਿਆ ਜਾ ਰਿਹਾ, ਇਹਨਾਂ ਨੇ ਨਹੀਂ ਨਾਮ ਲਿਆ, ਉਹਨਾਂ ਨੇ ਬਕਾਇਦਾ ਨਾਮ ਲਿਆ ਹੈਗਾ। ਸਭ ਕੁਝ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੈ। ਜਿਹੜਾ ਕੁਝ ਹਾਂ ਇਹ ਹੋ ਸਕਦਾ ਵੀ ਇਹ ਬੰਦੇ ਆ ਜਿਹੜੇ ਉਹ ਉਹਨਾਂ ਨੂੰ ਨਾ ਮਿਲੇ ਹੋਣ, ਜਿਹੜੇ ਤੁਹਾਡੇ ਹੈਗੇ ਆ ਪਿਤਾ ਜੀ ਜਿਹਨਾਂ ਨੂੰ ਕਹਿੰਦੇ ਆ ਤੁਸੀਂ, ਉਹਨਾਂ ਨੂੰ ਹੋ ਸਕਦਾ ਇਹ ਨਾ ਮਿਲੇ ਹੋਣ, ਪਰ ਜਿਹੜਾ ਬਿੱਟੂ ਆ ਇਹ ਜ਼ਰੂਰ ਮਿਲਿਆ ਹੋਇਆ ਸੀ। ਜਾਂ ਜਿਹੜੇ ਤੁਹਾਡੀ 45 ਮੈਂਬਰੀ ਕਮੇਟੀ ਹੈ ਜਿਹੜੀ ਬਣੀ ਹੋਈ ਹੈ ਪੰਜਾਬ ਦੇ ਵਿੱਚ, ਉਹ 45 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਆ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਕਿਸ ਤਰ੍ਹਾਂ ਡੀਲਿੰਗ ਹੋਈ ਆ ਪੰਜਾਬ ਦੇ ਵਿੱਚ ਥਾਂ ਥਾਂ ਬੇਅਦਬੀਆਂ ਜਿਹੜੀਆਂ ਕਰਵਾਈਆਂ, ਇਹ ਕਰਵਾਈਆਂ ਉਸੇ ਸਾਧ ਨਹੀਂ ਹੈ। ਇਹ ਤੁਹਾਨੂੰ ਮੰਨਣਾ ਪੈਣਾ। ਜੇ ਤੁਸੀਂ ਇਸ ਤਰ੍ਹਾਂ ਮੰਨਣਾ ਠੀਕ ਹੈ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਅਦਾਲਤ ਦੇ ਜਰੀਏ ਤੁਹਾਡਾ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਹੋ ਗਿਆ। ਜਸਵਿੰਦਰ ਜੀ, ਰਣਜੀਤ ਜੀ ਸਾਡੇ ਨਾਲ ਜਗਤਾਰ ਸਿੰਘ ਸਾਡਾ ਰਿਪੋਰਟਰ ਬੈਠਾ, ਉਹ ਵੀ ਗੱਲਬਾਤ ਕਰਨੀ ਚਾਹੁੰਦਾ, ਉਹ ਵੀ ਆਪਣੇ ਕੋਈ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਹੈਗਾ, ਉਹਨੂੰ ਪੁੱਛਦੇ ਹੈਗੇ ਵੀ ਉਹ ਕੀ ਕਹਿਣਾ ਚਾਹੁੰਦੇ। ਹਾਂ ਜਗਤਾਰ ਜੀ, ਤੁਹਾਡਾ ਕੀ ਸਵਾਲ ਹੈ ਜੀ? ਮੈਂ ਸਵਾਲ ਰਣਜੀਤ ਸਿੰਘ ਨੂੰ ਮੈਂ ਕਰਨਾ ਚਾਹੁੰਦਾ। ਰਣਜੀਤ ਸਿੰਘ ਇੰਸਾ ਜਿਹੜੇ ਆਸਟ੍ਰੇਲੀਆ ਜੁੜਿਆ ਸਾਡੇ ਨਾਲ, ਵੀ ਉਹਨਾਂ ਨੇ ਇੱਕ ਏਡਾ ਵੱਡਾ ਇਲਜ਼ਾਮ ਲਾਇਆ, ਇੱਕ ਪ੍ਰੇਮੀ ਹੋਣ ਦੇ ਨਾਤੇ ਉਹ ਪ੍ਰੇਮੀਆਂ ਦੇ ਉੱਤੇ ਇਲਜ਼ਾਮ ਲਾ ਰਹੇ ਆ ਕਿ ਵੀ ਜਿਹੜੀ ਬੇਅਦਬੀ ਹੋਈ ਆ ਉਹ ਬੇਅਦਬੀ ਡੇਰੇ ਦੇ ਵਿੱਚ ਬਹਿ ਕੇ ਕੀਤੀ ਗਈ ਆ, ਡੇਰੇ ਦੀ ਮੈਨੇਜਮੈਂਟ ਨੇ ਕੀਤੀ ਗਈ ਆ, ਵੀ ਉਹ ਇੱਕ ਇਸ ਹਾਲ ਦੇ ਉੱਤੇ ਜਿਹੜਾ ਇਹ ਇਲਜ਼ਾਮ ਆ ਜਿਹੜਾ ਇਹ ਲਾ ਰਹੇ ਆ। ਰਣਜੀਤ ਸਿੰਘ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਰਣਜੀਤ ਸਿੰਘ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ? ਜਗਤਾਰ ਸਿੰਘ ਸ਼ਾਇਦ ਰਣਜੀਤ ਸਿੰਘ ਜਿਹੜੇ ਹਜੇ ਜੋ ਆਪਣੇ ਨਾਲ ਮੈਨੂੰ ਲੱਗਦਾ ਹੈ ਵੀ ਉਹਨਾਂ ਦਾ ਕੰਟੈਕਟ ਸ਼ਾਇਦ ਟੁੱਟ ਨਾ ਗਿਆ ਹੋਵੇ, ਤੇ ਦੁਬਾਰਾ ਉਹਨਾਂ ਨੂੰ ਮੈਂ ਇਹੀ ਕਹੂੰਗਾ ਫਿਰ ਜੋੜੋ, ਕਿਉਂਕਿ ਇਸ ਟਾਈਮ ਜਿਹੜੀ ਆਪਣੀ ਉਹ ਗੱਲਬਾਤ ਜਸਵਿੰਦਰ ਸਿੰਘ ਨੂੰ ਵੀ ਕਰ ਰਹੇ ਸੀਗੇ। ਤੇ ਜਸਵਿੰਦਰ ਸਿੰਘ ਜੀ, ਜਿਵੇਂ ਰਣਜੀਤ ਸਿੰਘ ਹੋਣੀ ਮਤਲਬ ਉਹੀ ਬਾਰ-ਬਾਰ ਇਹੀ ਆਪਣੀ ਗੱਲ ਮੂਹਰੇ ਆ ਜਾਂਦੀ ਆ, ਉਹਨਾਂ ਨੇ ਹਨੀਪ੍ਰੀਤ ਨੂੰ ਵੀ ਦੋਸ਼ੀ ਠਹਿਰਾਇਆ ਹੈਗਾ, ਤੇ ਜਿਹੜੇ ਬੰਦੇ ਬਾਹਰ ਤੁਰੇ ਫਿਰਦੇ ਹੈਗੇ ਆ ਵੀ ਉਹਨਾਂ ਦੀ ਕਿੰਨੀ ਕੁ ਪਹੁੰਚ ਹੋ ਸਕਦੀ ਹੈ, ਜਿਹੜੇ ਮਾਸਟਰਮਾਈਂਡ ਸੀ, ਜਿਹੜੇ ਸਾਰੀਆਂ ਘਿਨਾਉਣੀਆਂ ਕਾਰਵਾਈਆਂ ਕਰਦੇ ਸੀਗੇ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਲੋਕ ਮੈਨੂੰ ਜਸਵਿੰਦਰ ਜੀ ਤੁਹਾਡੇ ਕੋਲ ਆਵਾਜ਼ ਆ ਰਹੀ ਜਾਂ ਨਹੀਂ? ਆ ਰਹੀ ਸੀ ਜੀ, ਥੋੜੀ ਜਿਹੀ ਕੱਟੀ ਗਈ ਹੈ ਵਿੱਚੋਂ। ਹਾਂ, ਉਹੀ ਆਪਾਂ ਗੱਲ ਕਰ ਰਹੇ ਸੀਗੇ। ਜੋ ਦੂਜਾ ਆਪਣੇ ਨੇ ਰਣਜੀਤ ਸਿੰਘ ਉਹਨਾਂ ਨੇ ਜਿਹੜੀ ਗੱਲ ਪਹਿਲਾਂ ਕੀਤੀ ਹੈਗੀ ਹੈ ਵੀ ਹਨੀਪ੍ਰੀਤ ਵੀ ਇਹਦੇ ਵਿੱਚ ਸ਼ਾਮਲ ਹੈਗੀ ਹੈ, ਵੀ ਉਹਨਾਂ ਨੂੰ ਫਸਾਉਣ ਵਾਸਤੇ ਜਿਹੜੇ ਦੂਸਰੇ ਜਿਹੜੇ ਥੱਲੇ ਕੰਮ ਕਰਦੇ ਸੀ ਉਹਨਾਂ ਦੇ ਉਹ ਲੋਕ ਵੀ ਮਤਲਬ ਜਿਹੜੇ ਮਤਲਬ ਮਾਸਟਰਮਾਈਂਡ ਸੀ, ਜਿਨ੍ਹਾਂ ਨੇ ਸਾਰੀ ਇਹ ਘਾੜਤ ਘੜੀ ਬੇਅਦਬੀਆਂ ਕੀਤੀਆਂ, ਉਹ ਲੋਕ ਤੁਸੀਂ ਉਹਨਾਂ ਦਾ ਦੋਸ਼ ਅਸਲ ਦੇ ਵਿੱਚ ਇਹ ਹੈ, ਉਹ ਕਹਿੰਦੇ ਵੀ SIT ਨੇ ਉਹਨਾਂ ਬੰਦਿਆਂ ਨੂੰ ਦੁਬਾਰਾ ਗ੍ਰਿਫਤਾਰ ਨਹੀਂ ਕੀਤਾ, ਕਿਉਂਕਿ ਇਹ 7 ਬੰਦੇ ਦੁਬਾਰਾ ਉਹਨਾਂ ਨੇ ਗ੍ਰਿਫਤਾਰ ਕਰ ਲਏ, ਜਿਨ੍ਹਾਂ ਦੇ ਵਿੱਚ 2 ਨੇ ਅਗਾਊਂ ਜ਼ਮਾਨਤ ਲੈ ਲਈ, 5 ਤੋਂ ਨਿਸ਼ਾਨਦੇਹੀ ਵੀ ਕਰਵਾਈ ਗਈ। ਤੇ ਉਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਸੀਗਾ ਵੀ ਜਿੱਥੇ ਸੀਨੀਅਰ ਅਫੀਸਰ ਉਹਨਾਂ ਤੋਂ ਸਾਹਮਣੇ ਲੋਕਾਂ ਦੇ ਘਵਾ ਰਿਹਾ ਵੀ ਕੀ ਤੁਹਾਡੇ ਤੇ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਗਈ ਜਾਂ ਕੋਈ ਤੁਹਾਨੂੰ ਟਾਰਚਰ ਤਾਂ ਨਹੀਂ ਕੀਤਾ, ਉਹਨਾਂ ਦੇ ਕਹਿਣ ਦਾ ਭਾਵ ਇਹ ਸੀ, ਪਰ ਉਹ ਸਿਰ ਹਿਲਾ ਕੇ ਕਹਿ ਰਹੇ ਸੀ ਨਹੀਂ ਅਸੀਂ ਬਸ ਆਪ ਸਾਰਾ ਕੁਝ ਦੱਸਿਆ, ਤੁਸੀਂ ਵੀ ਉਸ ਟਾਈਮ ਨਾਲ ਸੀਗੇ। ਤੇ ਉਹਨਾਂ ਦਾ ਦੋਸ਼ ਇਹੀ ਹੈਗਾ ਵੀ ਜਿਹੜੇ ਪਿਰਥੀ ਵਰਗੇ ਜਾਂ ਹੋਰ ਜਿੰਮੀ ਵਰਗੇ ਜਿਹੜੇ ਲੋਕ ਆ, ਹੋਰ ਵੀ ਕਾਫੀ ਲੋਕ ਆ ਜਿਹੜੇ ਉਹਨਾਂ ਨੂੰ ਅਜੇ ਤੱਕ SIT ਨੇ ਛੇੜਿਆ ਤੱਕ ਨਹੀਂ, ਉਹਦੇ ਕੀ ਕਾਰਨ ਹੈ? ਦੇਖੋ, ਮੈਂ ਤਾਂ ਇਹ ਇਸ ਦੇ ਵਿੱਚ ਸਮਝਦਾ ਹਾਂ ਵੀ ਸਭ ਤੋਂ ਜਿਹੜਾ ਵੱਡਾ ਕਾਂਡ ਸੀ ਨਾ, ਵੱਡਾ ਤੇ ਪਹਿਲਾ, ਉਹ ਬਰਗਾੜੀ ਕਾਂਡ ਸੀਗਾ। ਬਰਗਾੜੀ ਕਾਂਡ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਜੇ ਹੋਣੀ ਆ ਅੱਗੇ। ਜਿਹੜਾ ਇਹ ਪੁੱਛਗਿੱਛ ਹੋਈ ਹੈ, ਇਹ ਜਿਹੜਾ ਬੁਰਜ ਤੋਂ 1 ਜੂਨ ਨੂੰ ਸਰੂਪ ਚੋਰੀ ਕੀਤਾ ਇਹਨਾਂ ਪੰਥ ਦੇ ਦੋਸ਼ੀਆਂ ਨੇ, ਇਹ ਉਸ ਦੇ ਸੰਬੰਧ ਦੇ ਵਿੱਚ ਇਹ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹੁੰਦਾ ਸਮੂਹ ਸਿੱਖ ਸੰਗਤ ਨੂੰ ਕਿ ਇਸ ਕਾਂਡ ਦੇ ਵਿੱਚ 3 FIR ਦਰਜ ਹੋਈਆਂ। ਸਭ ਤੋਂ ਪਹਿਲੀ 1 ਜੂਨ ਨੂੰ,
ਜਿਸ ਦਿਨ ਗੁਰੂ ਸਾਹਿਬ ਦਾ ਸਰੂਪ ਚੋਰੀ ਹੁੰਦਾ। ਤੇ ਦੂਸਰੀ FIR ਜਿਹੜੀ ਹੈਗੀ ਆ ਉਹ ਦਰਜ ਹੋਈ ਹੈ 24 ਸਤੰਬਰ ਨੂੰ, ਜਦੋਂ ਇਹ ਪਰਚੇ ਲਾ ਕੇ ਆਉਂਦੇ ਆ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਗੇਟਾਂ ਦੇ ਉੱਪਰ, ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ। ਦੂਸਰੀ FIR ਉਦੋਂ ਹੋਈ ਹੈ। ਅਤੇ ਤੀਸਰੀ FIR ਹੈ ਜਿਹੜੀ ਉਹ ਹੋਈ ਹੈ ਜਦੋਂ 12 ਅਕਤੂਬਰ ਦੀ ਰਾਤ ਤੇ 13 ਅਕਤੂਬਰ ਦੀ ਸਵੇਰ ਨੂੰ, ਜਦੋਂ ਇਹਨਾਂ ਨੇ ਬੇਅਦਬੀ ਕੀਤੀ ਬਰਗਾੜੀ ਨਗਰ ਦੇ ਵਿੱਚ। ਤੀਸਰੀ FIR ਉਹ ਹੈ। ਇਸ ਦੇ ਵਿੱਚ ਜਿਸ ਤਰ੍ਹਾਂ DIG ਖੱਟੜਾ ਸਾਹਿਬ ਕਹਿ ਰਹੇ ਆ ਵੀ ਸਟੈਪ ਬਾਈ ਸਟੈਪ ਜਿਹੜਾ ਹੈਗਾ ਅਸੀਂ ਕਾਰਵਾਈ ਕਰਾਂਗੇ, ਤੇ ਸਟੈਪ ਬਾਈ ਇਸ ਦੇ ਵਿੱਚ 3 ਕੇਸ ਹੈ। ਗੁਰੂ ਸਾਹਿਬ ਦਾ ਸਰੂਪ ਚੱਕਣਾ, ਪਰਚੇ ਲਾਉਣੇ ਤੇ ਬੇਅਦਬੀ ਕਰਨੀ। ਤਿੰਨੇ FIR ਦੇ ਉੱਪਰ ਵੱਖ-ਵੱਖ ਜਿਹੜਾ ਅਲੱਗ-ਅਲੱਗ ਨਿਸ਼ਾਨਦੇਹੀਆਂ ਵੀ ਹੋਣਗੀਆਂ। ਜਿਸ ਤਰ੍ਹਾਂ ਇਹ ਨਿਸ਼ਾਨਦੇਹੀ ਹੋਈ ਹੈ ਬੁਰਜ, ਜਿਸ ਤਰ੍ਹਾਂ ਜਦੋਂ ਸਰੂਪ ਚੱਕਿਆ, ਕਿੱਥੇ ਰੱਖਿਆ, ਉਹ ਕਿੱਥੇ-ਕਿੱਥੇ ਲੈ ਕੇ ਗਏ ਆ, ਕਿਹੜੇ-ਕਿਹੜੇ ਬੰਦੇ ਸੀਗੇ, ਉਹ ਸਾਰਿਆਂ ਨੇ ਜਿਹੜਾ ਹੈਗਾ ਗੁਨਾਹ ਕਬੂਲ ਕੀਤਾ। ਇਹ ਗੁਨਾਹ ਨਾਲੇ ਅੱਜ ਦਾ ਕਬੂਲ ਨਹੀਂ ਕੀਤਾ। ਜਦੋਂ 2018 ਦੇ ਵਿੱਚ ਆਪਣਾ ਬਰਗਾੜੀ ਮੋਰਚਾ ਲੱਗਦਾ ਹੈ ਤੇ ਉਸ ਮੋਰਚੇ ਦੇ ਦਬਾਅ ਦੇ ਕਾਰਨ ਕੈਪਟਨ ਸਰਕਾਰ ਨੂੰ ਇਹਨਾਂ ਗੁਨਾਹਗਾਰਾਂ ਨੂੰ ਗ੍ਰਿਫਤਾਰ ਕਰਨਾ ਪਿਆ। ਭਾਵੇਂ ਕਿ ਸਰਦਾਰ ਰਣਬੀਰ ਸਿੰਘ ਜੀ ਖੱਟੜਾ, ਉਹਨਾਂ ਨੂੰ ਇਸ ਦੀ ਜਿਹੜੀ ਹੈਗੀ ਆ ਜਾਣਕਾਰੀ ਪਹਿਲਾਂ ਹੀ ਸੀ ਵੀ ਆਹ ਦੋਸ਼ੀ ਆ ਬੰਦੇ, ਇਹਨਾਂ ਨੇ ਗੁਨਾਹ ਕੀਤਾ ਤੇ ਆਹ ਬੰਦੇ ਕਰਨ ਵਾਲੇ ਆ। ਸਾਰਾ ਉਹਨਾਂ ਨੇ ਸਟੈਪ ਵਾਈਜ਼ ਜਿਹੜਾ ਹੈਗਾ ਕੰਮ ਕੀਤਾ। ਤੇ ਜਿਸ ਤਰ੍ਹਾਂ ਜਿਹੜਾ ਹੈਗਾ ਭਾਈ ਸਾਹਿਬ ਕਹਿ ਰਹੇ ਆ ਵੀ ਖੱਟੜਾ ਸਾਹਿਬ ਕਹਿੰਦੇ ਮੈਂ ਸਟੈਪ ਵਾਈਜ਼ ਜਿਹੜਾ ਕਰੂੰਗਾ, ਤੇ ਉਹਨਾਂ ਨੇ ਜਿਹੜਾ ਹੈਗਾ ਸਰਸੇ ਵਾਲੇ ਸਾਹਿਬ ਦਾ ਨਾਮ ਸਿੱਧਾ ਹੀ ਲੈ ਦਿੱਤਾ ਵੀ ਉਹਨਾਂ ਤੇ FIR ਦਰਜ ਕਰ ਦਿੱਤੀ। ਇਹਦੇ ਵਿੱਚ ਪੁੱਛ-ਗਿੱਛ ਭਰਾ ਜੀ ਸਾਰਿਆਂ ਤੋਂ ਹੋ ਚੁੱਕੀ ਆ, ਤੇਰੇ ਬਰੇਟੇ ਬਰੂਟੇ ਵਰਗਿਆਂ ਤੋਂ, ਸਾਰਿਆਂ ਤੋਂ। ਸਾਰੇ ਗੁਨਾਹਗਾਰ ਆ ਉਹ, ਜਿਹੜੇ ਕੰਮ ਦੇ ਵਿੱਚ ਜਿਹਦਾ ਹੱਥ ਹੈਗਾ, ਜਿਹਦਾ ਜਿੰਨਾ ਰੋਲ ਆ, ਉਨੀ ਸਜ਼ਾ ਜਿਹੜੀ ਆ ਸਾਰਿਆਂ ਨੂੰ ਮਿਲਣੀ ਆ। ਚਾਹੇ ਉਹ ਤੁਹਾਡੇ ਜਿਹੜੇ ਹੈਗੇ ਡੇਰੇ ਦੇ ਮੁਖੀ ਹੈ, ਤੇ ਚਾਹੇ ਉਹ ਜਿਹੜੇ ਪੰਜਾਬ ਦੇ ਸਾਬਕਾ ਜਿਹੜੇ ਹੈਗੇ ਆਪਣੇ ਅਕਾਲੀ ਸਰਕਾਰ ਦੇ ਨੁਮਾਇੰਦੇ ਰਹੇ ਆ ਉਹ ਹੈ, ਤੇ ਚਾਹੇ ਜਾਂ ਜਿਹੜੇ ਬਾਈਬਲ ਕਾਂਡ ਦੇ ਵਿੱਚ ਗੋਲੀ ਚਲਾਉਣ ਵਾਲੇ ਪੁਲਿਸ ਅਫਸਰ ਆ, ਉਹ ਸਾਰਿਆਂ ਨੂੰ ਜਿਹੜੀਆਂ ਸਟੈਪ ਵਾਈਜ਼ ਸਜ਼ਾਵਾਂ ਹੋਣਗੇ। ਦੂਜਾ, ਹਾਂ ਜਗਤਾਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਅਰਸ਼ ਜਿਹੜਾ ਤੇਰੇ ਦੇ ਵਿੱਚ ਰਹਿ ਰਿਹਾ ਸੀਗਾ, ਤੇ ਪੈਰਥੀ ਤੇ ਪ੍ਰਦੀਪ ਕਲੇਰ ਤੇ ਬਰੇਟਾ, ਆਪਾਂ ਮੰਨੀਏ ਇੱਕ ਉਹਨਾਂ ਦੇ ਜਿਹੜੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ DIG ਜਿਹੜੇ ਖੱਟੜਾ ਸਾਹਿਬ ਆ ਉਹ ਬਾਹਰ ਕੱਢਣ ਲੱਗੇ ਆ, ਜਾਂ ਉਹਨਾਂ ਨੇ ਕੋਈ ਪੈਸੇ ਦੀ ਪੇਸ਼ਕਸ਼ ਕਰਤੀ ਆ, ਜਿਹਨਾਂ 4 ਬੰਦਿਆਂ ਨੂੰ ਜਾਂਚ ਤੋਂ ਬਾਹਰ ਕਰ ਦਿੱਤਾ ਜਾਂਦਾ, ਤੇ ਤੁਹਾਡਾ ਕੀ ਸਟੈਪ ਹੋਊਗਾ? ਜਸਵਿੰਦਰ ਸਿੰਘ ਜੀ, ਸ਼ਾਇਦ ਤੁਹਾਡੇ ਤੱਕ ਆਵਾਜ਼ ਜਗਤਾਰ ਸਿੰਘ ਦੀ ਨਹੀਂ ਪਹੁੰਚੀ। ਉਹਨਾਂ ਨੇ ਕਿਹਾ ਹੈਗਾ ਵੀ ਅਗਰ ਪਹੁੰਚੀ ਆਵਾਜ਼, ਹਾਂ ਮੇਰੀ ਆਵਾਜ਼ ਤੁਹਾਡੇ ਸ਼ਾਇਦ ਤੱਕ ਆਉਂਦੀ ਹੈ। ਮੈਂ ਦੱਸ ਦਿੰਦਾ ਵੀ ਉਹਨਾਂ ਦਾ ਸਵਾਲ ਕੀ ਸੀਗਾ। ਉਹ ਕਹਿੰਦੇ ਵੀ ਅਗਰ ਪਿਰਥੀ ਜਾਂ ਦੂਸਰੇ ਉਹਨਾਂ ਦੇ ਨਾਲ ਦੇ ਸਾਥੀ ਹੈਗੇ ਆ, ਵੀ ਸੁਣਨ ਵਿੱਚ ਇਹ ਕਹਿ ਰਹੇ ਵੀ, ਜਾਂ ਰਜੀਤ ਸਿੰਘ ਇਹ ਕਹਿ ਰਿਹਾ ਵੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਇਸ ਕੇਸ ਤੋਂ। ਅਗਰ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ, ਉਹਨਾਂ ਦੀ ਦੁਬਾਰਾ ਗ੍ਰਿਫਤਾਰੀ ਨਹੀਂ ਹੁੰਦੀ, ਜਾਂ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ, ਤੇ ਜਥੇਬੰਦੀਆਂ ਦਾ ਕੀ ਰੁਖ ਹੋਊਗਾ? ਨਹੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਜਿਹੜਾ ਪਿਰਥੀ ਦਾ ਰੋਲ ਹੈ, ਪਿਰਥੀ ਦਾ ਰੋਲ ਮੱਲ ਕੇ ਬੇਅਦਬੀ ਦੇ ਵਿੱਚ ਹੈ, ਜਿਹੜਾ ਆਪਣਾ ਕੇਸ ਮੋਗਾ ਅਦਾਲਤ ਦੇ ਵਿੱਚ ਚੱਲਦਾ ਪਿਆ, ਉਹਦਾ ਰੋਲ ਉਸ ਦੇ ਵਿੱਚ ਹੈ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ, ਸਾਨੂੰ ਸ਼ੋਰ ਹੈ। ਹਾਂਜੀ, ਇੱਕ ਦੂਸਰਾ ਸਵਾਲ ਆ ਜੀ। ਤੇਰਾ ਪ੍ਰੇਮੀਆਂ ਨੇ ਇਲਜ਼ਾਮ ਲਾਇਆ ਜੀ ਵੀ ਸਾਨੂੰ ਧੱਕੇ ਨਾਲ ਟੌਰਚਰ ਕਰਕੇ ਬਣਾਇਆ ਗਿਆ ਜੀ, ਤੁਸੀਂ ਕਿੰਨਾ ਸਹਿਮਤ ਹੋ ਸਵਾਲ ਦੇ ਨਾਲ? ਇਹ ਬਿਲਕੁਲ ਗਲਤ ਹੈ। ਜੇ ਇਹਨਾਂ ਨੂੰ ਟੌਰਚਰ ਕੀਤਾ ਸੀ ਨਾ, ਉਹ 2018 ਦੇ ਵਿੱਚ ਕੀਤਾ ਸੀਗਾ। ਉਹ ਵੀ ਜਿਹੜਾ ਹੈਗਾ ਉਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ, ਜੋ ਤੁਹਾਡੇ ਬਾਘੇ ਪੁਰਾਣੇ ਆਪਣੇ ਮੰਡੀ ਦੇ ਕੋਲ, ਮੰਡੀ ਦੇ ਵਿੱਚ ਹੀ ਬੱਸ ਸਾਡੀ ਸੀ ਇੱਕ ਬਿਲਕੁਲ ਨਵੀਂ, ਇਸੇ ਤਰ੍ਹਾਂ ਮੋਗਾ ਚੌਂਕ ਜਾਮ ਕੀਤਾ ਸੀਗਾ। ਤੇ ਉਹ ਉਸ ਦੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਨਾ, ਤੇ ਇਹਨਾਂ ਨੂੰ ਤਾਂ ਕਰਕੇ ਜਿਹੜਾ ਹੈਗਾ ਉਦੋਂ ਗ੍ਰਿਫਤਾਰ ਕੀਤਾ ਸੀ, ਤੇ ਉਦੋਂ ਇਹਨਾਂ ਨੂੰ ਟੌਰਚਰ ਕੀਤਾ, ਤੇ ਉਦੋਂ ਇਹਨਾਂ ਨੇ ਬੇਅਦਬੀ ਮੰਨੀ ਹੈ। ਬੇਅਦਬੀ ਜਿਹੜਾ ਇਹਨਾਂ ਨੇ ਕੀਤੀ ਆ, ਇਹਨਾਂ ਨੇ ਉਦੋਂ ਮੰਨੀ ਆ, ਤੇ ਇਹਨਾਂ ਤੇ ਜਿਹੜਾ FIR ਦਰਜ ਆ ਉਹ ਕੀਤੀ ਆ, ਉਹ ਹੁਣ ਕੀਤੀ ਹੈ। ਤੇ ਦੂਸਰੀ ਗੱਲ ਜੀ, ਜਿਹੜਾ ਆਪਾਂ ਕਹਿ ਦਈਏ ਨਹੀਂ, ਹੁਣ ਟੌਰਚਰ ਇਹਨਾਂ ਨੂੰ ਕੋਈ ਨਹੀਂ ਕੀਤਾ, ਕਿਉਂਕਿ ਮੈਂ ਨਾਲ ਸੀਗਾ ਜਦੋਂ ਇਹਨਾਂ ਨੇ ਨਿਸ਼ਾਨਦੇਹੀ ਕਰਵਾਈ ਹੈ। ਤੁਹਾਨੂੰ ਤੁਸੀਂ ਦੇਖਿਆ ਹੀ ਹੋਣਾ ਜਦ ਆਪਾਂ ਚੈਨਲਾਂ ਦੇ ਰਾਹੀਂ, ਤੇ ਮੈਂ ਉਸ ਸਮੇਂ ਨਾਲ ਸੀ।
ਪਰ ਇਹਨਾਂ ਨੇ ਹਾਂਜੀ ਬਿਲਕੁਲ ਇਹਨਾਂ ਨੇ ਕੋਈ ਜਿਹੜਾ ਹੈਗਾ ਟੌਰਚਰ ਨਹੀਂ ਕੀਤਾ। ਹੁਣ ਜਿਹੜੇ ਇਹਨਾਂ ਦੀਆਂ ਪਿਛਲਾ ਕੁਛ ਇਹਨਾਂ ਨੇ ਮੰਨਿਆ ਸੀਗਾ ਉਸ ਸਮੇਂ ਟੌਰਚਰ ਵੀ ਕੀਤਾ ਇਹਨਾਂ ਨੂੰ, ਕੋਈ ਉਹਦੇ ਵਿੱਚ ਦੋ ਰਾਏ ਨਹੀਂ ਹੈਗੀਆਂ, ਕਿਉਂਕਿ ਇਹ ਜਿਹੜੀ ਘਟਨਾ ਹੈ ਪਿਆਰ ਦੇ ਨਾਲ ਮੰਨਣ ਵਾਲੀ ਨਹੀਂ। ਹੁਣ ਜਦੋਂ ਅਸੀਂ ਗਏ ਆ ਬਲਜੀਤ ਸਿੰਘ ਦੇ ਘਰ, ਇੱਕ ਲਾਸਟ ਸਵਾਲ ਆਈ ਸਾਡਾ ਕਿ ਜਿਹੜਾ ਕਿ ਪੈਰਥੀ ਨੂੰ ਗਨਮੈਨ ਦਿੱਤਾ ਗਿਆ ਬਕਾਇਦਾ, ਜਦੋਂ ਕਿ ਉਹ ਬੇਅਦਬੀ ਦੇ ਦੋਸ਼ੀ ਪਾਏ ਗਏ ਆ ਜਾਂ ਉਹਨਾਂ ਦੀ ਜਾਂਚ ਚੱਲ ਰਹੀ ਆ, ਘੇਰੇ ਦੇ ਵਿੱਚ ਜਾਂਚ ਦੇ ਵਿੱਚ, ਤੇ ਬਕਾਇਦਾ ਗਨਮੈਨ ਦਿੱਤਾ ਗਿਆ। ਤੇ ਜੇ ਗੱਲ ਕਰੀਏ ਤਾਂ ਗੁਰਸੇਵਕ ਸਿੰਘ ਫੌਜੀ ਆ ਜਿਹੜੇ ਲਗਾਤਾਰ ਗਵਾਹ ਬਣੇ ਰਹੇ ਆ, ਤੇ ਪਰ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸੁਰੱਖਿਆ ਛਤਰੀ ਨਹੀਂ ਦਿੱਤੀ ਗਈ। ਤੁਸੀਂ ਹੁਣ ਤੱਕ ਦਵਾਈ ਵੀ ਪਾਈ ਆ, ਮੀਡੀਆ ਰਾਹੀਂ ਵੀ ਗੱਲ ਕੀਤੀ ਆ, ਕੋਰਟ ਦੇ ਵਿੱਚ ਵੀ ਗਏ ਆ, ਤੇ ਕੀ ਤੁਸੀਂ ਅੱਗੇ ਕੋਈ ਪੰਜਾਬ ਸਰਕਾਰ ਤੋਂ ਕੋਈ ਮੰਗ ਕਰਦੇ ਆ? ਕੋਈ ਪੰਜਾਬ ਸਰਕਾਰ ਤੋਂ ਮੰਗ ਅਸੀਂ ਬੜੇ ਵਾਰੀ ਕੀਤੀ ਹੈ ਜੀ, ਪਰ ਇਹਨਾਂ ਨੇ ਮੰਗ ਸਾਡੀ ਕੋਈ ਮੰਨੀ ਨਹੀਂ ਹੈ। ਕਿਉਂਕਿ ਜਿਹੜੀਆਂ ਸਰਕਾਰਾਂ ਹੈ ਨਾ, ਸਰਕਾਰਾਂ ਇਹੋ ਜਿਹੇ ਲੋਕਾਂ ਦੇ ਨਾਲ ਹੀ ਚੱਲਦੀਆਂ, ਕਿਉਂਕਿ ਇਹਨਾਂ ਨੇ ਗੁਨਾਹ ਕਰਵਾਉਣੇ ਹੁੰਦੇ ਆ। ਜੇ ਇਹ ਜਿਹੜੇ ਸਰਕਾਰਾਂ ਦੇ ਪਾਲਤੂ ਪੁੱਤਰ ਕਿਹਾ ਜਾ ਸਕਦਾ ਹੈ ਇਹੋ ਜਿਹੇ ਲੋਕਾਂ ਨੂੰ, ਜਿਵੇਂ ਆ ਮਲਕਿਆਂ ਵਾਲੇ ਮਿੱਠੂ ਤੇ ਦੀਪਾ ਤੇ ਆ ਬਾਘੇ ਪੁਰਾਣੇ ਵਾਲੇ ਪਿਰਥੀ ਵਰਗੇ, ਇਹਨਾਂ ਨੂੰ, ਜਾਂ ਇੱਕ ਉਹ ਦਵਿੰਦਰ ਹਰਗੇ ਵਾਲੇ ਦਾ, ਤੇ ਇਹਨਾਂ ਨੂੰ ਜਿਹੜਾ ਹੈਗਾ ਸਰਕਾਰ ਦੇ ਪਾਲਤੂ ਪੁੱਤਰ ਕਿਹਾ ਜਾ ਸਕਦਾ, ਕਿਉਂਕਿ ਇਹਨਾਂ ਨੂੰ ਗਨਮੈਨ ਦਿੱਤੇ ਬਕਾਇਦਾ ਸਰਕਾਰ ਨੇ। ਇਹਨਾਂ ਦੀ ਤਾਂ ਜਾਨ ਦਾ ਖਤਰਾ ਹੋ ਗਿਆ। ਤੇ ਜਿਹੜਾ ਬੰਦਾ ਹਿੱਕ ਠੋਕ ਕੇ ਗਵਾਹੀ ਦੇਈ ਜਾਂਦਾ ਇਹਨਾਂ ਦੇ ਖਿਲਾਫ, ਜਿਹੜੇ ਨੂੰ ਕੋਈ ਲਾਲਚ ਨਹੀਂ, ਜਿਹੜੇ ਨੂੰ ਇਹਨਾਂ ਨੇ 2 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਤੇ 2 ਲੱਖ ਰੁਪਇਆ ਨਗਦ ਵੀ ਕਿਹਾ ਵੀ ਜਦੋਂ ਤੂੰ ਗਵਾਹੀ ਮੁਕਰੇਗਾ ਨਾਲ ਦੀ ਨਾਲ 2 ਲੱਖ ਰੁਪਇਆ ਕੈਸ਼ ਵੀ ਲੈ ਲਈ। 4 ਲੱਖ ਦੀ ਗੱਲ ਹੋਈ। ਉਸ ਤੋਂ ਬਾਅਦ ਦੇ ਵਿੱਚ ਕਿਸੇ ਜਗ੍ਹਾ ਦੇ ਵਿੱਚ ਇਹਨਾਂ ਦੇ ਸਹੁਰੇ ਪਰਿਵਾਰ ਜਿਹੜੇ ਉਹ ਬੈਠੇ ਗੱਲਬਾਤ ਕਰ ਰਹੇ ਆ ਵੀ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਇਹਨਾਂ ਨੂੰ ਛਡਾਇਆ ਜਾਵੇ। ਤੇ ਉਸ ਦਿਨ ਤਰੀਕ ਸੀ ਤੇ ਜਿਹੜੀ ਗਵਾਹੀ ਹੈ ਸੇਵਕ ਸਿੰਘ ਦੀ ਉਹ ਅੱਧ ਵਿਚਾਲੇ ਸੀ। ਤੇ ਮੇਰੇ ਨਾਲ ਫੋਨ ਤੇ ਕਿਸੇ ਨੇ ਗੱਲ ਕੀਤੀ ਤੇ ਉਹਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੇ ਤੁਸੀਂ ਜਿਹੜਾ ਕੇਸ ਆ ਉਹ ਕਿੱਥੇ ਗਏ ਆ। ਮੈਂ ਕਿਹਾ ਗਵਾਹੀਆਂ ਹੋ ਰਹੀਆਂ ਤੇ ਸੇਵਕ ਸਿੰਘ ਦੀ ਗਵਾਹੀ ਜਿਹੜੀ ਚੱਲ ਰਹੀ ਆ, ਅੱਧੀ ਕੁ ਹੋ ਗਈ, ਅੱਧੀ ਕੱਲ ਨੂੰ ਹੋਊ। ਤੇ ਕਹਿੰਦਾ ਜੇ ਕੱਲ ਨੂੰ ਗਵਾਹੀ ਨਾ ਦਵਾਈਏ ਮੈਂ ਕੀ ਕਾਰਨ? ਮੈਂ ਗਵਾਹੀ ਤਾਂ ਹੋਊਗੀ, ਹਰ ਹਾਲਤ ਦੇ ਵਿੱਚ ਹੋਣੀ ਹੈ ਗਵਾਹੀ। ਤੇ ਨਹੀਂ ਕੋਈ ਨਹੀਂ, ਚਲੋ ਆਪਾਂ ਬੈਠ ਕੇ ਗੱਲ ਕਰਦੇ, ਮੈਂ ਬਾਅਦ ਚ ਲਾਉਣਾ ਗੱਲ ਤੁਹਾਨੂੰ। ਉਹ ਕਿਤੇ ਫੋਨ ਕੱਟਣਾ ਭੁੱਲ ਗਿਆ ਆਪਣਾ ਉਹ ਬੰਦਾ। ਉਹ ਫੋਨ ਦੇ ਵਿੱਚ ਮੇਰੇ ਕੋਲ ਅੱਜ ਵੀ ਰਿਕਾਰਡਿੰਗ ਹੈਗੀ ਆ। ਉਹ 15 ਲੱਖ ਰੁਪਏ ਤੱਕ ਦੀ ਗੱਲ ਕੀਤੀ ਵੀ 15 ਲੱਖ ਰੁਪਏ ਤੱਕ ਸੇਵਕ ਫੌਜੀ ਨੂੰ ਦੇ ਦਿਓ ਤੇ ਜਿਹੜਾ ਹੈਗਾ ਇਹਨੂੰ ਗਵਾਹੀ ਮਕਰਾ ਦਿਓ, ਬਿਠਾ ਦਿਓ ਘਰੇ। ਪਰ ਜਿਹੜਾ ਮੈਂ ਧੰਨਵਾਦ ਕਰਦਾ ਸਰਦਾਰ ਗੁਰਸੇਵਕ ਸਿੰਘ ਫੌਜੀ ਦਾ, ਜਿਹੜੇ ਕਿ ਏਡੇ ਏਡੇ ਵੱਡੇ ਲਾਲਚਾਂ ਦੀ ਨਹੀਂ ਡੋਲੇ ਤੇ ਪਿੰਡ ਦੇ ਲੋਕ ਜਾਂ ਹੋਰ ਕੋਈ ਵੀ ਉਹਨੂੰ ਕੁਝ ਵੀ ਕਹਿਣ, ਤੇ ਪਰ ਜੋ ਕੰਮ ਸਰਦਾਰ ਗੁਰਸੇਵਕ ਸਿੰਘ ਫੌਜੀ ਨੇ ਕੀਤਾ ਤੇ ਮੈਂ ਸਮਝਦਾ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਉਹ ਕੰਮ ਨਹੀਂ ਕਰ ਸਕਦੇ। ਬਹੁਤ ਵਧੀਆ ਜਸਵਿੰਦਰ ਸਿੰਘ ਜੀ ਪਰ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਆ ਉਹ ਮੰਗਣ ਦੇ ਬਾਵਜੂਦ ਵੀ ਸਿਕਿਉਰਿਟੀ ਨਹੀਂ ਦਿੱਤੀ ਗਈ। ਤੇ ਜਿਹੜੇ ਬੇਅਦਬੀ ਦੇ ਗੁਨਾਹਗਾਰ ਆ, ਦੋਸ਼ੀ ਆ ਲੋਕ, ਉਹਨਾਂ ਨੂੰ ਜਿਹੜੀ ਹੈਗੀ ਸਿਕਿਉਰਿਟੀ ਦਿੱਤੀ ਹੋਈ ਆ ਤੇ ਉਹ ਨਜਾਇਜ਼ ਉਹਦਾ ਇਸਤੇਮਾਲ ਕਰਦੇ ਆ। ਜੇਕਰ ਖੇਤ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਹੈ ਤੇ ਜਗਤਾਰ ਸਿੰਘ ਸ਼ੌਕੇ ਸਾਹਿਬ, ਰਣਜੀਤ ਸਿੰਘ ਦੁਆਰਾ ਜੁੜ ਚੁੱਕੇ ਸਾਡੇ ਨਾਲ। ਰਣਜੀਤ ਸਿੰਘ ਜੀ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਆ? ਰਣਜੀਤ ਸਿੰਘ ਜੀ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਆ ਜੀ? ਮੈਨੂੰ ਬਾਈ ਜਗਤਾਰ ਦੀ ਆਵਾਜ਼ ਨਹੀਂ ਆ ਰਹੀ। ਆਪਣਾ ਬਰਾੜ ਸਾਹਿਬ ਤੁਸੀਂ ਬੋਲੋਗੇ? ਤੁਸੀਂ ਜੇ ਬੋਲੋ ਤਾਂ ਜ਼ਿਆਦਾ ਬੈਟਰ ਹੈ। ਤੁਹਾਡੀ ਆਵਾਜ਼ ਆ ਰਹੀ ਸੀ ਪਹਿਲਾਂ ਮੇਰੇ ਕੋਲ। ਅੱਛਾ, ਤੁਹਾਡੇ ਕੋਲ ਆਵਾਜ਼ ਆ ਰਹੀ ਆ। ਜਗਤਾਰ ਤੁਹਾਡਾ ਕੀ ਸਵਾਲ ਹੈਗਾ? ਤੁਸੀਂ ਮੈਨੂੰ ਦੱਸ ਦਿਓ, ਤੁਹਾਡੀ ਆਵਾਜ਼ ਉੱਥੇ ਤੱਕ ਨਹੀਂ ਜਾ ਰਹੀ। ਮੇਰਾ ਸਵਾਲ ਇਹੀ ਸੀਗਾ ਕਿ ਇਹਨਾਂ ਨੇ ਪਹਿਲਾਂ ਇਲਜ਼ਾਮ ਲਾਏ ਆ ਕਿ ਜਿਹੜੀ ਇਹੀ ਸਵਾਲ ਸੀਗਾ ਮੇਰਾ। ਆਵਾਜ਼ ਦੀ ਜਗਤਾਰ ਬਾਈ ਦੀ ਆਵਾਜ਼ ਨਹੀਂ ਆ ਰਹੀ ਮੇਰੇ ਕੋਲ। ਤਰਲੋਚਨ ਸਿੰਘ ਜੀ ਬਿਲਕੁਲ ਵੀ ਨਹੀਂ ਆ ਰਹੀ। ਹਾਂਜੀ ਹਾਂਜੀ ਅਰਜੀਤ ਜੀ ਸਾਹਿਬ ਤੁਸੀਂ ਬੋਲੋ। ਮੇਰੀ ਹੁਣ ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ? ਮੇਰੇ ਰਣਜੀਤ ਸਿੰਘ ਦੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਬੋਲੋ ਜਗਤਾਰ ਸਿੰਘ ਬੋਲੋ, ਆਵਾਜ਼ ਬੋਲੋ ਤੁਸੀਂ। ਮੇਰੀ ਆਵਾਜ਼ ਇਹੀ ਸੀਗੀ, ਤੁਸੀਂ ਇਲਜ਼ਾਮ ਲਾਏ ਆ ਡੇਰਾ ਸਿਰਸਾ ਦੇ ਮੈਨੇਜਮੈਂਟ ਦੇ ਉੱਤੇ, ਹਨੀਪ੍ਰੀਤ ਦੇ ਉੱਤੇ ਇਲਜ਼ਾਮ ਲਾਏ ਆ ਕਿ ਇਹਨਾਂ ਨੇ ਬੇਅਦਬੀ ਇਹਨਾਂ ਨੇ ਕਰਾਈ ਆ, ਇਹ ਅੱਤਵਾਦੀ ਟਾਈਪ ਦੇ ਬੰਦੇ ਬੈਠੇ ਆ। ਕੀ ਤੁਸੀਂ ਇੰਨੀ ਸ਼ੌਰਟੀ ਨਾਲ ਆਪਦੇ ਕਿਵੇਂ ਕਹਿਤਾ ਹੈ ਵੀ ਇਹ ਬੰਦਿਆਂ ਨੇ ਬੇਅਦਬੀ ਕਰਾਈ ਆ? ਤੁਹਾਨੂੰ ਕੀ ਸਬੂਤ ਆ ਤੁਹਾਡੇ ਕੋਲੇ? ਰਣਜੀਤ ਸਿੰਘ ਜੀ, ਜਗਤਾਰ ਸਿੰਘ ਉਹਨਾਂ ਦਾ ਸਵਾਲ ਇਹ ਹੈਗਾ, ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ, ਮੇਰੇ ਕੋਲ ਮੈਨੂੰ ਸੁਣ ਨਹੀਂ ਰਿਹਾ ਕੁਝ। ਹਾਂ, ਮੇਰੀ ਆਵਾਜ਼ ਆ ਰਹੀ ਨਾ ਤੁਹਾਡੇ ਕੋਲ? ਜਗਤਾਰ ਸਿੰਘ ਜੀ, ਰਣਜੀਤ ਸਿੰਘ ਜੀ,
ਜਗਤਾਰ ਸਿੰਘ ਉਹਨਾਂ ਦਾ ਮੈਨੂੰ ਸਵਾਲ ਸਵਾਲ ਇਹ ਕਰ ਰਹੇ ਹੋ ਤਾਂ ਹੈਗਾ, ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ ਵੀਰ ਜੀ। ਜਗਤਾਰ ਸਿੰਘ ਉਹਨਾਂ ਦਾ ਸਵਾਲ ਇਹ ਹੈਗਾ ਵੀ ਜਿਹੜੀ ਤੁਸੀਂ ਆਰੋਪ ਲਾਏ ਹੈਗੇ ਆ ਡੇਰੇ ਦੀ ਮੈਨੇਜਮੈਂਟ ਦੇ ਉੱਪਰ ਵੀ ਉਹ ਅੱਤਵਾਦੀ ਟਾਈਪ ਦੇ ਲੋਕ ਹੈ ਤੇ ਉਹ ਸਾਰਾ ਡੇਰੇ ਨੂੰ ਹੜੱਪਣਾ ਚਾਹੁੰਦੇ ਹੈਗੇ ਆ, ਵੀ ਤੁਸੀਂ ਇਹ ਕਿਹੜੇ ਸਬੂਤਾਂ ਦੇ ਆਧਾਰ ਤੇ ਮਤਲਬ ਉਹਨਾਂ ਦੇ ਆਰੋਪ ਲਾਏ ਆ, ਵੀ ਕੀ ਤੁਹਾਡੇ ਕੋਲ ਸਬੂਤ ਆ? ਉਹਨਾਂ ਦਾ ਸਵਾਲ ਆ ਜਗਤਾਰ ਸਿੰਘ ਦਾ। ਹਾਂਜੀ, ਸਾਡੇ ਕੋਲ ਸਬੂਤ, ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਅੱਛਾ। ਵੀ ਕਿਹੜੇ ਸਬੂਤਾਂ ਦੇ ਆਧਾਰ ਤੇ ਇਹਨਾਂ ਬੰਦੇ ਤੇ ਤੁਸੀਂ ਇਹ ਕਹਿ ਰਹੇ ਹੋ ਵੀ ਡੇਰੇ ਨੂੰ ਹੜੱਪਣ ਦੀ ਗੱਲ ਕਰ ਰਹੇ ਹੋ ਤੁਸੀਂ, ਜਾਂ ਕੁਝ ਹੋਰ ਕਰ ਰਹੇ ਹੋ? ਹਾਂਜੀ 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 ਹਾਂਜੀ, ਉਹਨਾਂ ਨੇ ਇਹੀ ਕਿਹਾ ਵੀ ਜਿਹੜੇ ਤੁਸੀਂ ਡੇਰੇ ਦੀ ਮੈਨੇਜਮੈਂਟ ਦੇ ਉੱਪਰ ਤੁਸੀਂ ਇਹ ਆਰੋਪ ਲਾਏ ਆ ਵੀ ਉਹ ਸਾਰੀਆਂ ਇਹ ਗਤੀਵਿਧੀਆਂ ਗਲਤ ਕਰ ਰਹੇ ਆ। ਹਾਂਜੀ ਬਿਲਕੁਲ ਬਿਲਕੁਲ, ਹਾਂਜੀ 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 ਬਿਲਕੁਲ। ਹਾਂ ਜਲਦੀ ਮੈਨੂੰ ਥੋੜੀ ਗਲਤ ਕਰ ਰਿਹਾ। ਕੀ ਸਵਾਲ ਕੀ, ਮੈਨੂੰ ਸਵਾਲ ਨਹੀਂ ਥੋੜਾ ਸਮਝਿਆ ਤੁਸੀਂ ਪੁੱਛਣਾ ਕੀ ਚਾਹ ਰਹੇ ਹੋ? ਸੁਣੋ ਜਗਤਾਰ ਸਿੰਘ ਹੋਣੀ ਇਹ ਪੁੱਛ ਰਹੇ ਆ ਵੀ ਜਿਹੜਾ ਤੁਸੀਂ ਡੇਰੇ ਦੀ ਮੈਨੇਜਮੈਂਟ ਉੱਪਰ ਇਸ ਆਰੋਪ ਲਾਏ ਆ ਵੀ ਉਹ ਸਾਰਾ ਡੇਰੇ ਦੇ ਮੈਨੇਜਮੈਂਟ ਵਾਲੇ ਹੀ ਬਾਬੇ ਨੂੰ ਫਸਾ ਰਹੇ ਆ ਜਾਣਬੁੱਝ ਕੇ। ਉਹਨਾਂ ਨੇ ਅੱਤਵਾਦੀ ਟਾਈਪ ਦੇ ਲੋਕ ਆ ਉਹਨਾਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ, ਜੋ ਮਾਹੌਲ ਖਰਾਬ ਕੀਤਾ ਕਰਕੇ ਉਹਨਾਂ ਨੇ ਬਾਬੇ ਨੂੰ ਫਸਾਇਆ। ਤੇ ਕੀ ਤੁਹਾਡੇ ਇਸ ਕਹਿਣ ਦੇ ਵਿੱਚ ਤੁਸੀਂ ਕੀ ਇਹਦੀ ਕਿਸ ਤਰ੍ਹਾਂ ਪੁਸ਼ਟੀ ਕਰੋਗੇ? ਕੀ ਤੁਹਾਡੇ ਕੋਲੇ ਇਸ ਦੇ ਸਬੂਤ ਹੈ ਕੋਈ? ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ। ਐਕਚੁਅਲੀ ਸਾਡੇ ਕੋਲ ਪੂਰੇ ਸਬੂਤ ਨੇ। ਤੁਸੀਂ ਬਹੁਤ ਜਲਦੀ ਅਗਸਤ ਦੇ ਪਹਿਲੇ ਵੀਕ ਹੀ ਅਸੀਂ ਕੇਸ ਕਰਨ ਜਾ ਰਹੇ ਹਾਂ। ਆਲਰੇਡੀ ਅਸੀਂ ਪੂਰੇ ਜਿਹੜੇ ਡੇਰੇ ਪ੍ਰੇਮੀ ਹੈ, ਜਿਹੜੇ ਬੰਦੇ ਜਾਗਰੂਕ ਹੈ, ਜਿਨ੍ਹਾਂ ਨੂੰ ਸਮਝਦਾ ਹੈਗੀ, ਉਹਨਾਂ ਤੋਂ ਐਫੀਡੇਵਿਟ ਲੈ ਕੇ ਅਸੀਂ ਖੁਦ ਕੇਸ ਜਲਦੀ ਕਰ ਰਹੇ ਹਾਂ। ਸਾਡੀ ਟੀਮ ਫੇਥ ਵਰਸਸ ਵਰਡਿਕ ਟੀਮ ਹੈ ਸਾਡੀ ਬਣਾਈ ਹੋਈ, ਤੇ ਅਸੀਂ ਆਲਰੇਡੀ ਸਬੂਤ ਸਾਡੇ ਕੋਲੇ ਹੋ ਚੁੱਕੇ ਨੇ। ਜਾਂਦੀ ਡੇਰੇ ਦੇ ਜਿਹੜੇ ਵਕੀਲ ਹੈ ਅਸਲ ਦੇ ਵਿੱਚ, ਉਹ ਵਕੀਲਾਂ ਨੇ ਕਿਸ ਤਰ੍ਹਾਂ ਜਿਹੜਾ ਕਿ ਬਲਾਤਕਾਰ ਦਾ ਕੇਸ ਜਿਹੜੀ ਸਾਡੇ ਗੁਰੂ ਜੀ ਤੇ ਲਾਇਆ ਸੀ, ਉਹ ਬਣਦਾ ਹੀ ਨਹੀਂ ਸੀ, ਕਿਉਂਕਿ ਉਹ ਇੱਕ ਝੂਠੀ ਚਿੱਠੀ ਦੇ ਆਧਾਰ ਤੇ ਕੇਸ ਸੀਗਾ। ਤੇ ਉਹਦੇ ਤੇ ਧਾਰਾਵਾਂ ਜਦੋਂ ਵੀ, ਹੁਣ ਤੁਹਾਨੂੰ ਮੈਂ ਇੱਕ ਸਿੰਪਲ ਜੀ ਗੱਲ ਦੱਸਦਾ ਕਿ ਹਨੀਪ੍ਰੀਤ ਦੇ ਉੱਤੇ ਹੁਣ ਦੇਸ਼ ਆਪਣੇ ਜਿਹੜਾ ਦੰਗੇ ਦਾ ਕੇਸ ਪਿਆ ਸੀਗਾ, ਪੰਚਕੂਲਾ ਦੰਗੇ ਦਾ ਜਿਹੜਾ ਕੇਸ ਪਿਆ ਸੀ, ਇਹਦਾ ਦੇਸ਼ ਧਰੋਹ ਦਾ ਕੇਸ ਪਿਆ ਸੀ ਇਸ ਦੇ ਉੱਤੇ। ਹੁਣ ਇਸ ਕੁੜੀ ਦੇ ਉੱਤੇ ਜਦੋਂ ਕੇਸ ਪਿਆ, ਇਸ ਕੁੜੀ ਦੇ ਕੇਸ ਦੇ ਉੱਤੇ ਜਿਹੜੀ ਵਕੀਲ ਜਦੋਂ ਲੜ ਰਹੇ ਆ, ਉਹੀ ਵਕੀਲ ਸਾਡੇ ਗੁਰੂ ਜੀ ਦੇ ਵਕੀਲ ਆ, ਉਹੀ ਵਕੀਲ ਇਸ ਕੁੜੀ ਦੇ ਆ, ਹਨੀਪ੍ਰੀਤ ਦੇ। ਹੁਣ ਇਹਦੇ ਤੇ ਕੇਸ ਜਦੋਂ ਧਾਰਾਵਾਂ ਲੱਗਦੀਆਂ, 1 ਸਾਲ ਹੋ ਗਿਆ, ਪੂਰਾ 1 ਸਾਲ ਹੋ ਗਿਆ, ਹਜੇ ਤੱਕ ਧਾਰਾ ਨਹੀਂ ਇਹਦੇ ਤੇ ਨਿਸ਼ਚਿਤ ਹੋਈ। ਜਦੋਂ ਕਿ ਜਿਹੜੇ ਸਾਡੇ ਗੁਰੂ ਜੀ ਦੇ ਉੱਤੇ ਜਿਹੜਾ ਬਲਾਤਕਾਰ ਦਾ ਕੇਸ ਪਿਆ ਸੀ, ਉਹਦੇ ਉੱਤੇ ਜੇ ਤੁਸੀਂ ਜਾ ਕੇ ਕੇਸ ਓਪਨ ਕਰਕੇ ਦੇਖੋਗੇ ਨਾ, ਜਾਂਦੀ ਵੈਬਸਾਈਟ ਦੇ ਉੱਤੇ, ਇੱਕ ਵੈਬਸਾਈਟ ਹੈਗੀ ਆ E-Courts ਕਰਕੇ, ਉਹਦੇ ਉੱਤੇ ਸਿਰਫ 2 ਤਰੀਕਾਂ ਦੇ ਵਿੱਚ ਗੁਰੂ ਜੀ ਦੇ ਉੱਤੇ ਧਾਰਾਵਾਂ ਲਾ ਦਿੱਤੀਆਂ ਜਾਂਦੀਆਂ ਨੇ, ਸਿਰਫ 2 ਤਰੀਕਾਂ ਦੇ ਵਿੱਚ। ਜਦ ਕਿ ਤੁਸੀਂ ਇਹ ਦੇਖੋ ਵੀ ਹਨੀਪ੍ਰੀਤ ਦਾ ਕੇਸ ਹੁੰਦਾ, ਉਹ ਆਲਰੇਡੀ ਇਹਨਾਂ ਨੇ ਧਾਰਾ, ਇਹਦੇ ਵਕੀਲਾਂ ਨੇ ਤੋੜ ਲਈ ਹੈ, ਦੇਸ਼ ਧਰੋਹੀ ਧਾਰਾ ਉਹਦੇ ਤੋਂ, ਤੇ ਆਲਰੇਡੀ ਉਹ 2 ਸਾਲ ਜੇਲ੍ਹ ਦੇ ਵਿੱਚ ਲਾ ਚੁੱਕੀ। ਜਿਹੜੀ ਧਾਰਾ ਉਹਦੇ ਉੱਤੇ ਹੁਣ ਲੱਗੀ ਆ, ਉਹਦੇ ਵਿੱਚ 2 ਸਾਲ ਦੀ ਸਜ਼ਾ ਵੀ ਹੈ ਨਹੀਂ। ਜਦ ਕਿ ਗੁਰੂ ਜੀ ਦੇ ਉੱਤੇ ਜਿਹੜੀ ਜਦੋਂ ਰੇਪ ਦਾ ਕੇਸ ਜਿਹੜਾ ਰਜਿਸਟਰ ਕੀਤਾ ਜਾਂਦਾ, ਉਹਦੇ ਵਿੱਚ ਜਿਹੜੀਆਂ ਧਾਰਾਵਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਕੋਰਟ ਦੇ ਵਿੱਚ, ਉਹ ਸਿਰਫ 2 ਤਰੀਕਾਂ ਦੇ ਵਿੱਚ ਵਕੀਲ ਨਿਸ਼ਚਿਤ ਕਰਵਾ ਦਿੰਦੇ ਆ ਡੇਰੇ ਦੇ। ਜਾਂਦੀ ਇਹਦੀ ਸਾਡੇ ਕੋਲ ਪੂਰੀ ਤਰ੍ਹਾਂ ਇਨਫੋਰਮੇਸ਼ਨ ਹੈਗੀ ਹੈ। ਆਉਣ ਵਾਲੇ ਟਾਈਮ ਵਿੱਚ ਜਿਵੇਂ ਬਾਈ ਜਸਵਿੰਦਰ ਜੀ, ਤਾਂ ਇਹਨਾਂ ਨੂੰ ਹਜੇ ਸ਼ਾਇਦ ਇਹਨਾਂ ਗੱਲਾਂ ਬਾਰੇ ਬਿਲਕੁਲ ਹੋਣੀ ਨਹੀਂ। ਅਸੀਂ ਆਪ ਖੁਦ ਵੀ ਇਹਨਾਂ ਗੱਲਾਂ ਬਾਰੇ ਹਜੇ ਉਹ ਨਹੀਂ ਕਰਦੇ, ਕਿਉਂਕਿ ਅਸੀਂ ਐਕਸ਼ਨ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਵੀ ਕੋਰਟ 'ਚ ਜਾ ਕੇ ਆਪਾਂ ਇਹ ਚੀਜ਼ਾਂ ਓਪਨ ਕਰਾਂਗੇ ਤੇ ਕੀ ਕਰਨਾ ਕਿੱਦਾਂ ਨਹੀਂ। ਤੇ ਹਨੀਪ੍ਰੀਤ ਦਾ ਤਾਂ ਹੋਰ ਵੀ, ਹਨੀਪ੍ਰੀਤ ਨੇ ਇਹੋ ਜਿਹਾ ਸਬੂਤ ਵੀ ਗੁਰੂ ਜੀ ਤੇ ਰੇਪ ਸਿੱਧ ਹੋ ਜਾਣ ਕਿ ਜਾਂਦੀ ਇਹ ਕੇਸ ਬਣ ਜਾਵੇ। ਹਨੀਪ੍ਰੀਤ ਨੇ ਐਕਚੁਅਲ ਦੇ ਵਿੱਚ ਇੱਕ ਮੈਡੀਕਲ ਰਿਪੋਰਟ ਜਮ੍ਹਾਂ ਕਰਾਈ ਗੁਰੂ ਜੀ ਦੀ, ਉਹ ਕਰਵਾਈ ਹੈ 18 ਜਿਹੜੀ ਅਗਸਤ ਹੈ, ਉਹ ਜੱਜ ਕੋਲੇ ਜਾਂਦੀ ਡੇਟ। ਉਹ ਮੈਡੀਕਲ ਰਿਪੋਰਟ ਜਿਹੜੀ ਗੁਰੂ ਜੀ ਦੀ, ਉਹ 2009 ਤੋਂ ਲੈ ਕੇ 17 ਤੱਕ ਜੋ ਮੈਡੀਕਲ ਰਿਪੋਰਟ ਸੀ, ਉਹ ਜਮ੍ਹਾਂ ਕਰਾਈ। ਉਸ ਰਿਪੋਰਟ ਦੇ ਵਿੱਚ ਹਨੀਪ੍ਰੀਤ ਇਹ ਸਭ ਦਿਖਾ ਰਹੀ ਹੈ ਵੀ ਗੁਰੂ ਜੀ ਟੀਵੀ ਬਹੁਤ ਦੇਖਦੇ, ਕਿਉਂਕਿ ਜਿਹੜੀ ਝੂਠੀ ਚਿੱਠੀ ਗੁਰੂ ਜੀ ਦੇ ਖਿਲਾਫ ਲਿਖੀ ਗਈ ਸੀ, ਉਹਦੇ ਵਿੱਚ ਲਿਖਿਆ ਗਿਆ ਸੀਗਾ ਵੀ ਜਦੋਂ ਇੱਕ ਸਾਧਨ ਦੱਸਦੀ ਹੈ ਵੀ ਮੈਂ ਅੰਦਰ ਗਈ ਤਾਂ ਬਾਬਾ ਬਲੂ ਫਿਲਮ ਦੇਖ ਰਿਹਾ ਸੀ ਟੀਵੀ ਦੇ ਉੱਤੇ। ਉਹ ਟੀਵੀ ਇਹਨਾਂ ਬੰਦਿਆਂ ਨੇ ਪਹਿਲਾਂ ਤਾਂ ਲਵਾਇਆ 2013 ਦੇ ਵਿੱਚ, ਜਦਕਿ ਉਹ ਜਿਹੜੀ ਚਿੱਠੀ ਲਿਖੀ ਜਾਂਦੀ ਹੈ, ਉਹ 2000 ਦੇ ਵਿੱਚ ਲਿਖੀ ਜਾਂਦੀ ਹੈ। ਉਹ 2000 ਦੇ ਵਿੱਚ ਜਦਕਿ ਟੀਵੀ ਹੀ ਨਹੀਂ ਸੀ ਜਿੱਥੇ ਗੁਰੂ ਜੀ ਜਾਂਦੀ ਰਹਿੰਦੇ ਸੀਗੇ। ਤੇ ਇਹਨਾਂ ਬੰਦਿਆਂ ਨੇ, ਜਿਹੜੇ ਮੈਨੇਜਮੈਂਟ ਵਾਲੇ ਸੀ, ਹਨੀਪ੍ਰੀਤ ਸੀ, ਇਹਨਾਂ ਨੇ ਉੱਥੇ ਟੀਵੀ ਲਵਾਇਆ। ਫਿਰ ਹਨੀਪ੍ਰੀਤ 2015 ਦੇ ਵਿੱਚ ਹਨੀਪ੍ਰੀਤ ਡੇਰੇ ਦੇ ਵਿੱਚ ਜਿੱਥੇ ਗੁਰੂ ਜੀ ਰਹਿੰਦੇ ਸੀ, ਉਸ ਜਗ੍ਹਾ ਦੇ ਵਿੱਚ ਇੱਕ ਸਾਈਡ ਤੇ ਕਮਰਾ ਲੈ ਕੇ ਰਹਿਣ ਲੱਗੀ। ਤੇ ਉਹਨੇ ਉਸ ਮੈਡੀਕਲ ਦੇ ਵਿੱਚ ਇਹ ਸਾਬਤ ਕਰਿਆ ਰਿਪੋਰਟ ਦੇ ਵਿੱਚ ਵੀ ਗੁਰੂ ਜੀ ਟੀਵੀ ਬਹੁਤ ਜ਼ਿਆਦਾ, ਕਿਉਂਕਿ ਉਹ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਡਾਕਟਰ ਆ ਜਿਹਨਾਂ ਨੇ ਰਿਪੋਰਟ ਬਣਾਈ ਹੈ ਨਾ, ਉਹ ਡਾਕਟਰ ਵੀ ਇਸ ਮੈਨੇਜਮੈਂਟ ਦੇ ਨਾਲ ਰਲੇ ਹੋਏ ਨੇ। ਉਹਨਾਂ ਨੇ ਰਿਪੋਰਟ ਦੇ ਵਿੱਚ ਇਹ ਬਣਾਇਆ ਵੀ ਗੁਰੂ ਜੀ ਨੂੰ ਹਮੇਸ਼ਾ ਜਾਂਦੀ ਕਦੇ ਵੀ ਜਦੋਂ ਆਪਾਂ ਇੱਕ ਮੈਡੀਕਲ ਰਿਪੋਰਟ ਬਣਦੀ ਹੈ, ਜਾਂਦੀ ਡਾਕਟਰ ਮੈਡੀਕਲ ਰਿਪੋਰਟ ਦਿੰਦਾ, ਤਾਂ ਉਹਦੇ ਵਿੱਚ ਹਮੇਸ਼ਾ ਬੰਦੇ ਦੀ
ਜਿਹੜੀ ਬੰਦੇ ਨੂੰ ਜਾਂਦੀ ਪ੍ਰੋਬਲਮ ਹੈ ਉਹਦੇ ਬਾਰੇ ਡਿਸਕਸ ਹੁੰਦੀ ਹੈ, ਉਹਦੀ ਹੈਲਥ ਬਾਰੇ ਡਿਸਕਸ ਹੁੰਦੀ ਹੈ। ਨਹੀਂ, ਇਸ ਦਾ ਮਤਲਬ ਇਹ ਹੈਗਾ ਜਿਹੜੀ ਵੀ ਇਸ ਦਾ ਮਤਲਬ ਇਹ ਹੈਗਾ ਵੀ ਡੇਰੇ ਦੇ ਲੋਕ ਜਿਹੜੇ ਆਪਸ ਵਿੱਚ ਫਟੇ ਹੋਏ ਸੀਗੇ, ਇੱਕ ਦੂਜੇ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਸੀਗੇ, ਤੇ ਦੂਜੇ ਪਾਸੇ ਫਸਾਉਣ ਵਾਸਤੇ ਇੱਕ ਦੂਜੇ ਨੂੰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਕਰਵਾਈਆਂ ਤਾਂ ਕਿ ਬਾਬਾ ਇਹਦੇ ਵਿੱਚ ਫਸ ਜਾਵੇ। ਤੁਹਾਡੇ ਕਹਿਣ ਦੇ ਮੁਤਾਬਕ ਇਹ ਹੈ ਵੀ ਬਾਬੇ ਦੇ ਕਮਰੇ ਦੇ ਵਿੱਚ ਬਲੂ ਫਿਲਮਾਂ ਵਾਸਤੇ ਜਾਂ ਵੇਖਣ ਵਾਸਤੇ ਟੀਵੀ ਵੀ ਲਵਾਇਆ, ਉਹ ਵੀ ਹਨੀਪ੍ਰੀਤ ਨੇ। ਕੀ ਤੁਹਾਨੂੰ ਇਹ ਲੱਗਦਾ ਵੀ ਉਹ ਫਿਰ ਫਿਲਮਾਂ ਵਗੈਰਾ ਦੇਖਦੇ ਸੀ? ਸ਼ਾਇਦ ਉਹਨਾਂ ਦੀ ਜਿਹੜੀ ਆਵਾਜ਼ ਉਹਨਾਂ ਤੱਕ ਫੇਰ ਨਹੀਂ ਪਹੁੰਚ ਰਹੀ, ਕਿਉਂਕਿ ਨੈਟ ਦੀ ਕੋਈ ਪ੍ਰੋਬਲਮ ਲੱਗਦੀ ਹੈਗੀ ਹੈ। ਰਣਜੀਤ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਵੀ ਹਨੀਪ੍ਰੀਤ ਨੇ ਨਾਲ ਕਮਰਾ ਲੈ ਕੇ ਉੱਥੇ ਬਾਬੇ ਦੇ ਕਮਰੇ ਦੇ ਵਿੱਚ ਟੀਵੀ ਲਵਾਇਆ ਤਾਂ ਕਿ ਉਹ ਫਿਲਮਾਂ ਦੇਖ ਸਕਣ, ਤੁਹਾਡਾ ਕਹਿਣਾ ਇਹੀ ਹੈ ਨਾ ਵੀ? ਹਾਂਜੀ ਸ਼ੌਕੇ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਸ਼ੌਕੇ ਸਾਹਿਬ, ਹੈਲੋ। ਹਾਂ ਬਿਲਕੁਲ ਜੀ, ਆ ਰਹੀ ਮੈਨੂੰ ਤੁਹਾਡੀ ਮੇਰੀ ਐਕਚੁਅਲ ਗੱਲ ਵਿੱਚ ਮੇਰੀ ਕੱਟੀ ਗਈ ਸੀ। ਹੈਲੋ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ? ਹਾਂਜੀ 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 ਹਾਂਜੀ, ਬੋਲੋ ਬੋਲੋ, ਕਰੋ ਜੀ। ਹੈਲੋ, ਮੇਰੀ ਆਵਾਜ਼ ਆ ਰਹੀ ਹੈ ਬਾਈ ਜੀ? ਹੱਥ ਖੜਾ ਕਰਕੇ ਦੱਸ ਦਿਓ ਮੇਰੀ ਆਵਾਜ਼ ਆ ਰਹੀ ਹੈ, ਮੈਂ ਬੋਲ ਹਾਂ, ਓਕੇ ਓਕੇ, ਆਵਾਜ਼ ਆ ਰਹੀ ਹੈ ਬਾਈ ਜੀ? ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ। ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਸੀ ਮੈਡੀਕਲ ਰਿਪੋਰਟ ਬਾਰੇ, ਉਹ ਮੈਡੀਕਲ ਰਿਪੋਰਟ ਦੇ ਵਿੱਚ, ਉਹ ਮੈਡੀਕਲ ਰਿਪੋਰਟ ਜੋ ਦਿੱਤੀ ਗਈ ਹੈ ਕੋਰਟ ਦੇ ਵਿੱਚ, CBI ਕੋਰਟ ਦੇ ਵਿੱਚ, ਉਸ ਮੈਡੀਕਲ ਰਿਪੋਰਟ ਦੇ ਵਿੱਚ ਡਾਕਟਰ ਬਾਰ-ਬਾਰ ਇਹ ਲਿਖ ਰਿਹਾ ਹੈ, ਉਹਦੇ ਵਿੱਚ ਹਨੀਪ੍ਰੀਤ ਦਾ ਨਾਮ ਮੈਂਸ਼ਨ ਹੋ ਰਿਹਾ ਰਿਪੋਰਟ ਦੇ ਵਿੱਚ। 2009 ਤੋਂ ਉਹ ਰਿਪੋਰਟ ਜਮ੍ਹਾਂ ਕਰੀ ਜਾ ਰਹੀ ਹੈ। ਉਹ ਰਿਪੋਰਟ ਦੇ ਵਿੱਚ ਲਿਖਿਆ ਜਾ ਰਿਹਾ ਵੀ ਹਨੀਪ੍ਰੀਤ, ਤੁਸੀਂ ਗੁਰੂ ਜੀ ਨੂੰ ਟੀਵੀ ਘੱਟ ਦੇਖਣ ਦੇਣਾ। 2009 ਤੋਂ ਲੈ ਕੇ 2017 ਤੱਕ ਜੋ ਰਿਪੋਰਟ ਦਿੱਤੀ ਗਈ ਹੈ, ਰਿਪੋਰਟ ਦੇ ਵਿੱਚ ਲਿਖਿਆ ਜਾ ਰਿਹਾ ਵੀ ਤੁਸੀਂ ਗੁਰੂ ਜੀ ਦੇ ਨਾਲ ਰਹਿੰਦੇ ਹੋ। 2009 ਦੇ ਵਿੱਚ ਜਿਹੜੀ ਰਿਪੋਰਟ ਲਿਖੀ ਗਈ ਹੈ ਵੀ ਤੁਸੀਂ ਨਾਲ ਰਹਿੰਦੇ ਹੋ, ਤੁਸੀਂ ਗੁਰੂ ਜੀ ਦਾ ਸ਼ੂਗਰ ਵਗੈਰਾ ਚੈੱਕ ਕਰਦੇ ਹੋ, ਤੁਸੀਂ ਉਹਨਾਂ ਦਾ ਬਲੱਡ ਪ੍ਰੈਸ਼ਰ ਵਗੈਰਾ, ਤੁਸੀਂ ਗੁਰੂ ਜੀ ਨੂੰ ਟੀਵੀ ਘੱਟ, ਜਦੋਂ ਕਿ 2014-15 ਦੇ ਵਿੱਚ ਉਹ ਟੀਵੀ ਲਗਾਇਆ ਜਾਂਦਾ ਹੈ। ਪਰ 2009 ਦੀ ਰਿਪੋਰਟ ਦੇ ਵਿੱਚ ਡਾਕਟਰ ਦਾ ਇਹ ਰਿਪੋਰਟ ਦੇ ਵਿੱਚ ਲਿਖਣਾ ਤੇ ਹਨੀਪ੍ਰੀਤ ਨੂੰ ਕਹਿਣਾ ਵੀ ਤੁਸੀਂ ਟੀਵੀ ਦੇਖਣ ਨਹੀਂ ਦੇਣਾ, ਗੁਰੂ ਜੀ ਨੂੰ ਘੱਟ ਦੇਖਣ ਦੇਣਾ, ਗੁਰੂ ਜੀ ਐਡਿਕਟਡ ਹੈ ਟੀਵੀ ਦੇ, ਵੀ ਟੀਵੀ ਬਹੁਤ ਜ਼ਿਆਦਾ ਦੇਖਦੇ ਆ। ਤਾਂ ਇਹ ਜਿਹੜੀਆਂ ਗੱਲਾਂ ਨੇ, ਇਹ ਹੁਣ ਸਾਨੂੰ ਤਾਂ ਇਸ ਗੱਲ ਦੀ ਕਲੀਅਰਿਟੀ ਹੈਗੀ ਹੈ ਵੀ ਹਨੀਪ੍ਰੀਤ ਤਾਂ ਆਈ ਦੋ ਡੇਰੇ ਵਿੱਚ 2013 ਦੇ ਵਿੱਚ, ਤਾਂ 2009 ਦੀ ਡਾਕਟਰ ਦੀ ਰਿਪੋਰਟ ਦੇ ਵਿੱਚ ਹਨੀਪ੍ਰੀਤ ਦਾ ਕੀ ਕੰਮ ਹੈ? ਜਾਂਦੀ ਹਨੀਪ੍ਰੀਤ ਦਾ ਤਾਂ ਸਾਨੂੰ ਪੂਰੀ ਤਰ੍ਹਾਂ ਕਲੀਅਰ ਹੈ ਵੀ ਹਨੀਪ੍ਰੀਤ ਨੇ ਪੂਰਾ ਇਹ ਜਿਹੜਾ ਮੇਨ ਮਾਸਟਰਮਾਈਂਡ ਹੈ, ਜਿੰਨੀਆਂ ਵੀ ਇਹ ਚੀਜ਼ਾਂ ਜਾਂਦੀ ਡੇਰੇ ਨਾਲ ਜਿਹੜੀਆਂ ਕੌਂਸਪੀਰੇਸੀ ਜੁੜੀਆਂ ਹੋਈਆਂ, ਜਿਹੜੇ ਬੁਰੇ ਕੰਮ ਜੁੜੇ ਹੋਏ ਆ, ਉਹਦੀ ਮੇਨ ਮਾਸਟਰਮਾਈਂਡ ਤਾਂ ਸਾਨੂੰ ਪਤਾ ਵੀ ਹਨੀਪ੍ਰੀਤ ਹੈ। ਤੇ ਬਹੁਤ ਜਲਦੀ ਅਸੀਂ ਇਹਨਾਂ ਨੂੰ ਜਾਂਦੀ ਅਦਾਲਤ ਦੇ ਵਿੱਚ ਵੀ ਖਿੱਚਣ ਵਾਲੇ ਇਹਨਾਂ ਬੰਦਿਆਂ ਨੂੰ। ਤੇ ਪਰ ਜਿਹੜੀ ਗੱਲ ਬਾਈ ਜੀ ਕਹਿ ਰਹੇ ਸੀਗੇ, ਬਾਈ ਜੀ ਦੱਸ ਰਹੇ ਸੀਗੇ ਵੀ ਆਪਣੇ ਜਸਵਿੰਦਰ ਜੀ ਵੀ ਇਹਨਾਂ ਬੰਦਿਆਂ ਨੇ ਗੁਰੂ ਜੀ ਦਾ ਨਾਮ ਲੈਤਾ, ਜਿਹੜੇ ਬੰਦੇ ਫੜੇ ਗਏ ਜਾਂ ਜੋ ਵੀ ਵਾਟਐਵਰ, ਮੈਨੂੰ ਨਹੀਂ ਪਤਾ ਬਾਈ, ਮੈਨੂੰ ਗੱਲ ਸਮਝ ਨਹੀਂ ਆਈ ਪੂਰੀ ਤਰ੍ਹਾਂ। ਤਾਂ ਮੈਂ ਉਹਨਾਂ ਨੂੰ ਦੱਸ ਦਿਆਂ ਬਾਈ ਜੀ ਨੂੰ, ਬਾਈ ਜੀ ਜਦੋਂ ਮੇਨ ਬੰਦੇ ਜਿਹੜੇ ਮਾਸਟਰਮਾਈਂਡ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਨ ਵਾਲੇ, ਉਹ ਬੰਦੇ ਮੈਂ ਤੁਹਾਨੂੰ, ਮੈਨੂੰ ਪੂਰੀ ਕਲੈਰਿਟੀ ਹੈ ਵੀ ਉਹਨਾਂ ਦੇ ਵਿੱਚ ਦੋਨਾਂ SITਆਂ ਦੇ ਵਿੱਚ 3-4 ਬੰਦੇ ਪੱਕੇ ਆ ਜਿਨ੍ਹਾਂ ਦਾ ਨਾਮ ਆ ਰਿਹਾ। ਰਕੇਸ਼ ਹੈ ਜਿਹੜਾ ਵਿਰਵੀ ਵਾਲਾ, ਉਹ ਮਾਸਟਰਮਾਈਂਡ ਹੈ। ਹਰਸ਼ ਧੂਰੀ ਹੈ, ਪ੍ਰਦੀਪ ਕਲੇਰ, ਸੰਦੀਪ ਬਰੇਕਾ, ਜੁਨੀ ਪਿਰਥੀ ਤੇ ਬਿੱਟੂ ਦੀ ਹੱਤਿਆ ਹੋ ਚੁੱਕੀ ਹੈ। ਤੇ ਬਿੱਟੂ ਦੀ ਹੱਤਿਆ ਦਾ ਵੀ ਮੈਨੂੰ ਇਹ ਲੱਗ ਰਿਹਾ ਵੀ ਬਿੱਟੂ ਨੂੰ ਜਾਂ ਐਕਚੁਅਲ ਦੇ ਵਿੱਚ ਬਿੱਟੂ ਦੇ ਨਾਲ ਜੇਲ੍ਹ ਦੇ ਵਿੱਚ 1-2 ਬੰਦੇ ਹੋਰ ਸੀ, ਉਹਨਾਂ ਤੋਂ ਮੈਨੂੰ ਇਨਫੋਰਮੇਸ਼ਨ ਇਹ ਮਿਲੀ ਆ ਵੀ ਬਿੱਟੂ ਦੀ ਅਸਲ ਦੇ ਵਿੱਚ ਜ਼ਮਾਨਤ ਹੋਣ ਵਾਲੀ ਸੀ 1-2 ਦਿਨਾਂ ਦੇ ਵਿੱਚ। ਤੇ ਬਿੱਟੂ ਨੇ ਕਈ ਬੰਦਿਆਂ ਨੂੰ ਉੱਥੇ ਗੱਲ ਕਹੀ ਸੀ ਵੀ ਜਦੋਂ ਮੈਂ ਬਾਹਰ ਜਾਊਂਗਾ ਨਾ, ਹੁਣ ਮੈਂ ਕਈ ਅਫਸਰਾਂ ਦੀਆਂ ਵਰਦੀਆਂ ਲਾਉਂਗਾ, ਉਹਨੇ ਇਹ ਗੱਲ ਕਹੀ ਸੀ। ਤੇ ਮੈਨੂੰ ਇੰਨਾ ਪਤਾ ਵੀ ਇਹ ਰਕੇਸ਼ ਦਿੜਬਾ ਤੇ ਹਨੀਪ੍ਰੀਤ ਨੇ ਹੀ ਉਹਨੂੰ ਮਰਵਾਇਆ ਹੁਣ ਉਸ ਬੰਦੇ ਨੂੰ, ਤਾਂ ਜੋ ਕਿ ਵੀ ਸਾਡਾ ਨਾਂ, ਜੇ ਉਹ ਬੰਦਾ ਜਿਉਂਦਾ ਜਾਗਦਾ 164 ਦੇ ਧਾਰਾ ਦੇ ਜਿਹੜੀ ਕੋਰਟ ਚ ਉਹ ਬਿਆਨ ਦੇ ਗਿਆ ਵੀ ਇਹਨਾਂ ਬੰਦੇ ਕਰਮਸ਼ ਕਰਿਆ, ਜਿਹੜੇ ਆਮ ਲੋਕ ਉਹਨਾਂ ਨੂੰ ਇਦਾਂ ਮੈਂ ਭੜਕਾਇਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ, ਵੀ ਇਹ ਬੰਦਾ ਸਾਨੂੰ ਨਾ ਫਸਾ ਦੇਵੇ, ਸਾਡੇ ਵਿਰੁੱਧ ਬਿਆਨ ਨਾ ਦੇਵੇ। ਇਹਨਾਂ ਬੰਦਿਆਂ ਨੇ, ਜਿਹੜੀ ਮੈਨੂੰ ਲੱਗਦੀ ਹੈ ਪਰਸਨਲੀ, ਇਹਨਾਂ ਬੰਦਿਆਂ ਦਾ 100% ਇਕੱਲੇ ਇਹਨਾਂ ਦੇ ਨਾਲ ਬਾਦਲ ਸਰਕਾਰ ਦਾ ਤੇ ਹੋ ਸਕਦਾ ਕਾਂਗਰਸ ਦਾ ਵੀ ਹੱਥ ਹੋਵੇ, ਕਿਉਂਕਿ ਕਾਂਗਰਸ ਦਾ ਹੱਥ ਦਿਖ ਰਿਹਾ ਵੀ ਜਦੋਂ ਮੇਨ ਜਿਹੜੇ ਆਰੋਪੀ ਰਕੇਸ਼ ਵਰਗੇ, ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰਾ ਪਲੈਨਿੰਗ ਹੀ ਬਣਾਈ ਜਾਂਦੀ, ਮਾਸਟਰਮਾਈਂਡ ਹੈ ਜਿਹੜਾ ਬੰਦਾ, ਉਹ ਬੰਦੇ ਦੇ ਉੱਤੇ FIR ਦਰਜ ਨਾ ਕਰਕੇ ਸਿੱਧਾ ਜਿਹਨਾਂ ਦਾ ਕੋਈ ਸੰਬੰਧ ਹੀ ਨਹੀਂ ਗੁਰੂ ਜੀ ਦਾ ਇਸ ਮਾਮਲੇ ਦੇ ਨਾਲ, ਉਹਨਾਂ ਦੇ ਉੱਤੇ FIR ਦਰਜ ਕਰਵਾ ਰਹੇ ਆ ਉਹ। ਤਾਂ ਐਨੀਵੇ, ਉਹ ਤਾਂ ਬਾਕੀ ਪ੍ਰਮਾਤਮਾ ਸਾਰਾ ਕੁਝ ਦੇਖ ਰਿਹਾ। ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਲੋਕ, ਮੈਂ ਤਾਂ ਇਹੀ ਪ੍ਰਮਾਤਮਾ ਨੂੰ ਬੇਨਤੀ ਕਰਦਾ ਵੀ ਉਹਨਾਂ ਲੋਕਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ। ਤੇ ਹਾਂਜੀ, ਦੂਜੀ ਗੱਲ ਮੈਂ ਇਹ ਵੀ ਦੱਸ ਦਿੰਦਾ, ਜਿਹੜੇ ਬਾਈ ਜਸਵਿੰਦਰ ਜੀ ਕਹਿ ਰਹੇ ਆ, ਬਾਰ-ਬਾਰ ਕਹਿ ਰਹੇ ਆ ਵੀ ਤੁਹਾਡੇ ਬਾਬੇ ਨੇ ਕਰਵਾਈ ਹੈ ਇਹ ਗੱਲ,
ਭਾਈ ਜੀ ਇਹ ਗੱਲ ਤਾਂ ਪਹਿਲਾਂ ਆਉਣ ਵਾਲੇ ਟਾਈਮ ਦੇ ਵਿੱਚ ਅਦਾਲਤ ਦੀ ਤੁਹਾਨੂੰ ਸਾਬਤ ਕਰਾਂਗੇ। ਅਸੀਂ ਸਾਡੇ ਗੁਰੂ ਜੀ ਦਾ ਵੀ ਨਾਰਕੋ ਟੈਸਟ ਕਰਵਾਵਾਂਗੇ, ਹਰ ਇੱਕ ਜਿਹੜਾ ਲਾਈਵ ਡਿਟੈਕਟਰ ਟੈਸਟ ਉਹ ਵੀ ਅਸੀਂ ਚਾਹੁੰਦੇ ਆ, ਅਸੀਂ ਮੰਗ ਵੀ ਕਰਦੇ ਹਾਂ ਅਦਾਲਤ ਤੋਂ ਵੀ ਲਾਈਵ ਡਿਟੈਕਟਰ ਟੈਸਟ ਹੋਵੇ ਸਾਰੀ ਦੁਨੀਆ ਦੇ ਸਾਹਮਣੇ ਸਾਡੇ ਗੁਰੂ ਦਾ, ਤੇ ਪਤਾ ਲੱਗੇ ਸਾਰਿਆਂ ਨੂੰ ਦੁੱਧ ਪਾਣੀ ਦਾ ਪਾਣੀ ਆਜੂ, ਕਿਹੜੇ ਬੰਦੇ ਨੇ ਬੇਅਦਬੀ ਕਰੀ ਆ, ਕਿਹੜੇ ਬੰਦੇ ਨੇ ਬਲਾਕ ਕਰਿਆ, ਕਿਹਨੇ ਛਤਰਪਤੀ ਮਰਵਾਇਆ, ਕਿਹਨੇ ਰਣਜੀਤ ਹੱਤਿਆ ਕੀਤੀ ਆ, ਹਰ ਇੱਕ ਚੀਜ਼ ਦੀ ਸਾਰਿਆਂ ਦੇ ਸਾਹਮਣੇ ਆਜੂ ਭਾਈ ਜੀ। ਇਹ ਤਾਂ ਕੋਈ ਗੱਲ ਨਹੀਂ, ਤੁਸੀਂ ਭਾਈ ਜਸਵਿੰਦਰ ਜੀ ਰੋਕ ਲਾ ਰਹੇ, ਇਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਬਾਰੇ, ਕੋਈ ਗੱਲ ਨਹੀਂ, ਆਪਾਂ ਉਹਦੀ ਉਸ ਗੱਲ ਦੀ ਕੋਈ ਪ੍ਰੋਬਲਮ ਆਉਣ ਵਾਲੇ ਰਣਜੀਤ ਸਿੰਘ ਜੀ ਮੈਨੂੰ ਇੱਕ ਗੱਲ ਦਾ ਗਾਰੰਟੀ ਦਿੰਦੇ ਆਪਾਂ ਲਿਖ ਕੇ ਦਿੰਦਾ ਮੈਂ ਮੈਨੂੰ ਇੱਕ ਗੱਲ ਦਾ ਪਤਾ ਜਗਤਾਰ ਸਿੰਘ ਜੀ, ਰਣਜੀਤ ਸਿੰਘ ਜੀ ਮੈਨੂੰ ਇੱਕ ਗੱਲ ਦਾ ਪਤਾ ਸ਼ੌਕੇ ਸਾਹਿਬ ਇੱਕ ਮਿੰਟ ਰਣਜੀਤ ਸਿੰਘ ਜੀ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਵੀ ਤੁਸੀਂ ਕਹਿ ਰਹੇ ਆ ਵੀ ਡੇਰੀ ਮੈਨੂੰ ਦੋਨਾਂ ਦੀ ਆਵਾਜ਼ ਨਹੀਂ ਬਰਾੜ ਸਾਹਿਬ, ਡੇਰੀ ਰਣਜੀਤ ਸਿੰਘ ਜੀ ਮੇਰੀ ਆਵਾਜ਼ ਆ ਰਹੀ ਤੁਹਾਡੇ ਕੋਲ? ਮੇਰੀ ਆਵਾਜ਼ ਮੈਨੂੰ ਆਵਾਜ਼ ਨਹੀਂ ਆ ਰਹੀ ਬਰਾੜ ਸਾਹਿਬ, ਇਹਨਾਂ ਦਾ ਸਵਾਲ ਤੁਸੀਂ ਬੋਲੋਗੇ ਪ੍ਰਲੋਚਨ ਸਿੰਘ ਜੀ। ਹਾਂ ਜਗਤਾਰ ਤੁਸੀਂ ਆਪਣਾ ਸਵਾਲ ਕਰੋ, ਮੈਂ ਅੱਗੇ ਪਹੁੰਚਦਾ ਕਰੂੰਗਾ ਕਿਉਂਕਿ ਤੇਰੀ ਆਵਾਜ਼ ਰਣਜੀਤ ਸਿੰਘ ਕੋਲ ਨਹੀਂ ਪਹੁੰਚ ਰਹੀ। ਬਰਾੜ ਸਾਹਿਬ ਮੇਰਾ ਸਵਾਲ ਇਹ ਆ ਕਿ ਇਹ ਕਹਿ ਰਹੇ ਆ ਕਿ ਬੇਅਦਬੀ ਜਿਹੜੀ ਡੇਰੇ ਦੀ ਮੈਨੇਜਮੈਂਟ ਨੇ ਕਰਾਈ ਆ, ਤੇ ਜਦੋਂ ਕਿ ਰਣਜੀਤ ਸਿੰਘ ਵਰਗੇ ਬੰਦੇ ਆਪ ਖੁਦ ਆਪਣੇ ਚੈਨਲ ਦੇ ਉੱਤੇ ਮਾਰੀ ਮੰਨ ਰਹੇ ਆ, ਲਾਈਵ ਚੱਲ ਰਿਹਾ ਸਾਰਾ ਸਿਸਟਮ, ਇਹ ਕੱਲ ਨੂੰ ਇਹ ਜਸਵਿੰਦਰ ਸਿੰਘ ਸੌਕੇ ਦਾ ਸਹਿਯੋਗ ਦੇਣਗੇ ਬੇਅਦਬੀ ਵਾਲੇ, ਜੇ ਦੋਸ਼ੀ ਫੜਾਉਂਦੇ ਆ ਤਾਂ ਜੇ ਦੋਸ਼ੀ ਦਾ ਸਹਿਯੋਗ ਦੇਣਗੇ ਇਹ ਚੱਕਰ ਦੇ ਬੰਦਿਆਂ ਦਾ? ਜਗਤਾਰ ਜੀ ਤੁਹਾਡੇ ਸਵਾਲ ਦਾ ਮੈਨੂੰ ਸਮਝ ਨਹੀਂ ਲੱਗ ਸਕੀ ਵੀ ਤੁਸੀਂ ਕੀ ਕਹਿ ਰਹੇ ਹੋ, ਪਰ ਚਲੋ ਜਸਵਿੰਦਰ ਸਿੰਘ ਜੀ ਰਣਜੀਤ ਸਿੰਘ ਜੀ ਤੁਸੀਂ ਜਿਹੜੀ ਉਹ ਗੱਲਬਾਤ ਕਰ ਰਹੇ ਹੈਗੇ ਆ ਵੀ ਤੁਹਾਡੇ ਇਹ ਕਹਿ ਸਕਦੇ ਆ ਜਿਹੜਾ ਤੁਹਾਡੇ ਡੇਰੇ ਦੇ ਵਿੱਚ ਜਿਹੜਾ ਵੱਡਾ ਪਾੜ ਕਹਿ ਸਕਦੇ ਆ, ਡੇਰੇ ਦੇ ਵਿੱਚ ਡੇਰੇ ਦੇ ਲੋਕ ਹੀ ਸਾਰੀਆਂ ਸਾਜ਼ਿਸ਼ਾਂ ਰਚ ਕੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਕਰਾਉਣੀਆਂ ਜਾਂ ਬਲਾਤਕਾਰ ਦੇ ਜਿਹੜੇ ਕੇਸ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਾਂ ਤਿਆਰ ਕਰਨੀਆਂ, ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਵੀ ਹਨੀਪ੍ਰੀਤ ਨੇ ਕਿਸ ਤਰ੍ਹਾਂ ਉਹਨਾਂ ਦੇ ਕਮਰੇ ਦੇ ਨੇੜੇ ਜਾ ਕੇ ਰਹਿਣਾ ਸ਼ੁਰੂ ਕੀਤਾ, ਉੱਥੇ ਟੀਵੀ ਲਵਾਏ, ਤੇ ਪਰ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਆ ਉਹ ਸਿੱਧਾ ਨਾਮ ਆ ਜਿਹੜਾ ਬਾਬੇ ਦਾ ਲੈ ਰਹੇ ਆ, ਜਿਹੜੀ ਹੁਣ SIT ਨੇ ਆਪਦੀ ਦੁਬਾਰਾ ਜਾਂਚ ਕੀਤੀ ਹੈ, ਤੇ ਤੁਸੀਂ ਵੀ ਕੁਝ ਲੋਕਾਂ ਦੇ ਨਾਮ ਲਏ ਆ ਜਿਹੜੇ ਇਸ ਟਾਈਮ ਬਾਹਰ ਫਿਰਦੇ ਆ। ਜਸਵਿੰਦਰ ਜੀ ਜਿਹੜੇ ਰਣਜੀਤ ਸਿੰਘ ਉਹਨਾਂ ਨੇ ਕਿਹਾ ਹੈਗਾ ਵੀ ਕੁਝ ਲੋਕ ਆ ਜਿਹੜੇ 5 ਬੰਦਿਆਂ ਦੇ ਨਾਮ ਲਏ ਆ ਉਹ ਬਾਹਰ ਫਿਰਦੇ ਆ, ਉਹ ਵੀ ਮਾਸਟਰ ਮਾਈਂਡ ਆ, ਉਹ ਬਰਗਾੜੀ ਨਾਲ ਸੰਬੰਧਿਤ ਮਸਲੇ ਤੇ ਤੁਸੀਂ ਕੀ ਕਹੋਗੇ? ਮੈਂ ਸਮਝਦਾ ਜੀ, ਮੈਂ ਸਮਝਦਾ ਜਿਹੜਾ ਕੁਛ ਇਹ ਕਹਿ ਰਹੇ ਆ ਰਣਜੀਤ ਸਿੰਘ ਮੈਨੂੰ ਥੋੜਾ ਕਹਿ ਰਹੇ ਆ, ਮੈਂ ਸਮਝਦਾ ਜੀ, ਪਰ ਫਿਰ ਵੀ ਮੈਨੂੰ ਇੱਕ ਗੱਲ ਜਿਹੜੀ ਹੈਗੀ ਆ ਉਹ ਸਭ ਤੋਂ ਚੰਗੀ ਤਰ੍ਹਾਂ ਮੇਰੇ ਦਿਮਾਗ ਦੇ ਵਿੱਚ ਸਮਝ ਆ ਗਈ ਹੈ ਵੀ ਜਿਹੜਾ ਰੌਲਾ ਹੈਗਾ ਸਾਰਾ ਉੱਥੋਂ ਦੀ ਗੱਦੀ ਦਾ ਰੌਲਾ, ਵੀ ਉਹਨੇ ਤਾਂ ਬਾਹਰ ਆਉਣਾ ਨਹੀਂ ਹੁਣ, ਤੇ ਗੱਦੀ ਤੇ ਜਿਹੜਾ ਕਬਜ਼ਾ ਉਹ ਕਿਹੜੀ ਧਰਨੇ ਕਰਨਾ, ਇਹ ਸਾਰੇ ਉਸ ਦੇ ਪਿੱਛੇ ਲੱਗੇ ਹੋਏ ਆ। ਡੇਰੇ ਦੇ ਵਿੱਚ ਜਿਹੜੀਆਂ ਹੈਗੀਆਂ ਪਾਰਟੀ ਕਹਿ ਲਈਏ ਆਪਾਂ, ਧੜੇਬੰਦੀ ਕਹਿ ਲਈਏ, ਉਹ ਪੂਰੀ ਬਣ ਚੁੱਕੀ ਹੈ, ਠੀਕ ਹੈ। ਤੇ ਪਰ ਜਿਹੜਾ ਇਹ ਰਣਜੀਤ ਇੰਸਾ ਜੀ ਕਹਿ ਰਹੇ ਆ ਵੀ ਇਹਨਾਂ ਬੰਦਿਆਂ ਨੇ ਕਰਵਾਇਆ, ਉਹਨਾਂ ਦਾ ਨਾਂ ਨਹੀਂ ਆ ਰਿਹਾ, ਉਹਨਾਂ ਦਾ ਨਾਮ ਵੀ ਆਊਗਾ ਪਰ ਹਜੇ ਸਮਾਂ ਲੱਗੂ ਉਹਨਾਂ ਦੇ ਨਾਮ ਨੂੰ, ਉਹ ਕਿਹੜੇ ਕੇਸ ਦੇ ਵਿੱਚ ਆਉਂਦੇ ਆ, ਕਿਵੇਂ ਆਉਂਦੇ ਆ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸਟੈਪ ਬਾਈ ਸਟੈਪ ਸਰਦਾਰ ਰਣਵੀਰ ਸਿੰਘ ਖੱਟੜਾ, ਉਹਨਾਂ ਦੇ ਨਾਲ ਭਾਈ ਦਲਬੀਰ ਸਿੰਘ ਜੀ ਤੇ ਆਪਣਾ ਇਕਬਾਲ ਹੁਸੈਨ ਜੀ, ਉਹ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਨਿਭਾ ਰਹੇ ਆ। ਤਕਰੀਬਨ ਪਿਛਲੇ 5 ਸਾਲ ਹੀ ਹੋ ਗਏ, ਜੇਕਰ ਕੁਝ ਨਹੀਂ ਕਰਨ ਦਿੱਤਾ ਤਾਂ ਪਿਛਲੀ ਸਰਕਾਰ ਨੇ ਨਹੀਂ ਕਰਨ ਦਿੱਤਾ, ਪਹਿਲਾਂ ਬਾਦਲ ਕਿਆ ਨਹੀਂ ਕਰਨ ਦਿੱਤਾ, ਤੇ ਹੁਣ ਕੈਪਟਨ ਸਾਹਿਬ ਨੇ ਨਹੀਂ ਕਰਨ ਦਿੱਤਾ ਹੁਣ ਤੱਕ। ਪਹਿਲਾਂ ਇੱਕ ਵਾਰੀ ਜਦੋਂ ਮਾੜਾ ਜਿਹਾ ਹਲਾਸ਼ੇਰੀ ਦਿੱਤੀ ਤੇ ਉਹ ਗ੍ਰਿਫਤਾਰੀਆਂ ਪਵਾਈਆਂ ਉਹਨਾਂ ਦੀਆਂ, ਪਰ ਜਿਹੜਾ ਹੁਣ ਅੱਜ ਦਾ ਜਿਹੜਾ ਸਮਾਂ, ਮੈਂ ਕਹਿੰਦਾ ਵੀ ਭਾਈ ਜੀ ਮੈਂ ਇੱਕ ਮਿੰਟ ਬਾਈ ਜੀ ਮੈਂ ਗੱਲ ਕਰਨੀ ਚਾਹੁੰਦਾ ਜੀ। ਹਾਂਜੀ ਬੋਲੋ ਜੀ, ਬੋਲੋ। ਆਵਾਜ਼ ਆ ਰਹੀ ਹੈ? ਬੋਲਾਂ ਬਾਈ ਜੀ, ਮੈਂ ਬੋਲਾਂ। ਮੈਂ ਬਾਈ ਜੀ ਜਸਵਿੰਦਰ ਜੀ ਨੂੰ ਕਹਿ ਰਿਹਾ, ਬਾਈ ਜਸਵਿੰਦਰ ਜੀ ਨੂੰ 5 ਸਾਲ ਹੋ ਗਏ ਲੱਗੇ ਹੋਇਆ ਨੂੰ। ਬਾਈ ਜਸਵਿੰਦਰ ਜੀ ਤੁਹਾਨੂੰ 5 ਸਾਲ ਹੋ ਗਏ ਲੱਗਿਆ ਹੋਇਆ ਨੂੰ, ਤੁਹਾਡੇ ਤੋਂ ਤਾਂ ਨਹੀਂ ਹਜੇ ਤੱਕ ਕੁਝ ਹੋਇਆ ਬੇਅਦਬੀ ਕਾਂਡ ਦੇ ਵਿੱਚ, ਤੁਸੀਂ ਤਾਂ ਨਹੀਂ ਦਵਾਈ ਸਜ਼ਾ, ਪਰ ਇਹ ਗਰੰਟੀ ਤੁਹਾਨੂੰ ਮੈਂ ਲੈਣਾ ਵੀ ਅਸੀਂ ਤੁਹਾਨੂੰ ਸਜ਼ਾ ਦਵਾ ਕੇ ਦਿਖਾਵਾਂਗੇ ਬੰਦਿਆਂ ਨੂੰ, ਜਿਹੜੇ ਬੰਦਿਆਂ ਨੇ ਬੇਅਦਬੀ ਕਰੀ ਹੈ ਨਾ, ਉਹ ਬੰਦਿਆਂ ਦੀ ਸਜ਼ਾ ਤੁਹਾਨੂੰ ਅਸੀਂ ਦਵਾ ਕੇ ਦਿਖਾਵਾਂਗੇ। ਤੁਹਾਡੇ ਤੋਂ ਤਾਂ ਨਹੀਂ ਕੁਝ ਹੋਇਆ, ਪਰ ਅਸੀਂ ਵੀ, ਸਾਡਾ ਵੀ ਗੁਰੂ ਗ੍ਰੰਥ ਸਾਹਿਬ ਕੁਝ ਲੱਗਦਾ, ਇਹੋ ਜਿਹੀ ਗੱਲ ਨਹੀਂ ਕਿ ਸਾਨੂੰ ਕਿਹੜਾ ਕੋਈ ਸਿੱਟਿਆ ਹੋਇਆ ਯਾਰ, ਸਾਡਾ ਵੀ ਮੈਂ ਤੁਹਾਨੂੰ ਵਾਅਦਾ ਕਰਦਾ ਇਸ ਗੱਲ ਦਾ ਵੀ ਇਹ ਬੰਦੇ ਕੋਈ ਵੀ ਜਿਹੜੇ ਬੰਦੇ ਗੁਰੂ ਦੇ ਦੋਸ਼ੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਬੰਦਿਆਂ ਨੇ ਪਵਿੱਤਰ ਗੁਰਬਾਣੀ ਦਾ ਅਪਮਾਨ ਕੀਤਾ, ਉਹ ਬੰਦਿਆਂ ਨੂੰ ਫਾਂਸੀ ਵੀ ਹੋਣੀ ਚਾਹੀਦੀ, ਉਹ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਦੇ ਕੀੜੇ ਪੈਣੇ ਚਾਹੀਦੇ। ਮੈਂ ਤਾਂ ਪ੍ਰਮਾਤਮਾ ਨੂੰ ਇਹ ਗੱਲ ਕਰਦਾ, ਇਹ ਜੇ ਆਪਾਂ ਕਹੀਏ ਵੀ ਮੰਤਰੀ ਸ਼ੰਤਰੀ ਸਾਨੂੰ ਕੋਈ ਇਹ ਜੇ ਕਹੀਏ ਕੈਪਟਨ ਜਾਂ
ਬਾਦਲ ਜਾਂ ਇਹ ਲੋਕ ਸਾਨੂੰ ਫਾਇਰ ਕਰ ਦੇਣਗੇ। ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ, ਤੁਸੀਂ ਦੇਖੀ ਚਲੋ। ਹੁਣ ਅਸੀਂ ਸਾਡਾ ਪੂਰਾ ਫੋਕਸ ਰਣਜੀਤ ਜੀ, ਮੈਂ ਇੱਕ ਗੱਲ ਮੈਂ ਤੁਹਾਨੂੰ ਕਹਿਣਾ, ਜਿਹੜੇ ਤੁਹਾਡੇ ਪੱਖ ਵਾਲੇ ਬੰਦੇ ਆ ਜਿਹੜੇ ਇਹ ਮੰਨਦੇ ਪਏ ਆ ਵੀ ਇਹਨਾਂ ਨੇ ਗੁਨਾਹ ਕੀਤਾ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹਾਂ ਜਸਵਿੰਦਰ ਜੀ, ਜਸਵਿੰਦਰ ਜੀ ਤੁਹਾਡੇ ਕੋਲੇ ਵੀ ਆਉਣੇ ਜੀ, ਇੱਕ ਵਾਰ ਰਣਜੀਤ ਨੂੰ ਗੱਲ ਪੂਰੀ ਕਰ ਲੈਂਦੇ ਹੋ। ਜਸਵਿੰਦਰ ਜੀ ਤੁਹਾਡੇ ਕੋਲੇ ਆਉਣੇ ਗੱਲ ਕਰ ਲੈਂਦੇ ਹੋ। ਜਸਵਿੰਦਰ ਜੀ 1 ਮਿੰਟ, ਤੁਹਾਡੇ ਕੋਲੇ ਵੀ ਆਉਣੇ ਆ ਰਣਜੀਤ ਜੀ ਹੁਣੀ, ਰਣਜੀਤ ਜੀ ਉਹਨਾਂ ਨੂੰ ਗੱਲ ਪੂਰੀ ਕਰ ਲੈਂਦੇ ਹੋ। ਹਾਂਜੀ ਰਣਜੀਤ ਜੀ ਤੁਸੀਂ ਬੋਲੋ। ਮੈਂ ਤੁਹਾਨੂੰ ਇੰਨੀ ਗੱਲ ਕਹਿਣੀ ਚਾਹੁੰਦਾ ਜਸਵਿੰਦਰ ਜੀ, ਵੀ ਜਿਹੜਾ ਮਾਮਲਾ ਇਸ ਟਾਈਮ ਉੱਠ ਰਿਹਾ ਨਾ, ਜਿਹੜਾ ਵੀ ਇਹ ਕੈਪਟਨ ਸਾਹਿਬ ਨੇ ਚਲਾਇਆ, ਇਹ ਤਾਂ ਸਿਰਫ ਰਾਜਨੀਤੀ ਨਾਲ ਪ੍ਰਭਾਵਿਤ ਹੈ। ਕਿਉਂਕਿ ਤੁਹਾਨੂੰ ਪਤਾ ਸਾਲ 1.5 ਸਾਲ ਵੋਟਾਂ ਦੇ ਵਿੱਚ ਰਹਿੰਦਾ, ਉਹਨਾਂ ਨੂੰ ਚਾਹੁੰਦੇ ਵੀ ਸਿੱਖ ਵੋਟਾਂ ਵੀ ਸਾਨੂੰ ਪੈ ਜਾਣ ਤੇ ਪ੍ਰੇਮੀਆਂ ਦੀਆਂ ਵੋਟਾਂ ਵੀ ਪੈ ਜਾਣ। ਜੇ ਵੀ ਹੁਣ ਗੁਰੂ ਜੀ ਦਾ ਨਾਮ FIR 'ਚ ਕਰਾਵਾਂਗੇ, ਕੱਲ ਨੂੰ ਪ੍ਰੇਮੀਆਂ ਨੂੰ ਜਾ ਕੇ ਮੇਲਮੈਂਟ ਹੋ ਵੀ ਆਪਣੇ ਗੁਰੂ ਜੀ ਦਾ ਨਾਮ ਨਿਕਲ ਜੂ ਬੇਅਦਬੀ ਕਾਂਡ ਵਿੱਚੋਂ, ਵੀ ਆਪਾਂ ਕੈਪਟਨ ਨੂੰ ਵੋਟਾਂ ਪਾਈਏ। ਤਾਂ ਜੋ ਕਿ ਇਹ ਸਾਰਾ ਸਿਰਫ ਵੋਟਾਂ ਲੈਣ ਦਾ ਹੋ ਰਿਹਾ, ਕੁਛ ਇਹ ਹੋਰ ਕੁਛ ਨਹੀਂ। ਜੇ ਤੁਸੀਂ ਕਹੋ ਵੀ ਕੈਪਟਨ ਜਾਂ ਬਾਦਲ ਇਹ ਬੰਦੇ ਜਾਂਦੀ ਗੁਰੂ ਗ੍ਰੰਥ ਸਾਹਿਬ, ਤੁਸੀਂ ਪਹਿਲਾਂ ਇੱਕ ਚੀਜ਼ ਦੇਖੋ ਕਿ ਜੇ ਇਹ ਬੰਦੇ ਰੋਕਣਾ ਚਾਹੁੰਦੇ, ਜਦੋਂ ਬੰਦੇ ਜਾਂਦੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਦੇ ਆ, ਉਸ ਤੋਂ ਬਾਅਦ ਲਾਉਂਦੇ ਪੋਸਟਰ, ਉਹ ਕਹਿੰਦੇ ਹਫ਼ਤੇ ਵਿੱਚ ਅਸੀਂ ਬੇਅਦਬੀ ਕਰਾਂਗੇ, ਅਸੀਂ ਖਿਲਾਰਾਂਗੇ। ਕੀ ਇਹ ਲੋਕ ਚੱਪੇ ਤੇ ਪੁਲਿਸ ਨਹੀਂ ਲਾ ਸਕਦੇ ਸੀ? ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਕਿਵੇਂ ਬੇਅਦਬੀ ਹੋ ਜਾਂਦੀ? ਅਸਲ ਦੇ ਵਿੱਚ ਪ੍ਰਸ਼ਾਸਨ ਪੂਰੀ ਅਕਾਲੀ ਦਲ ਸਰਕਾਰ ਨੇਤਾ ਇਤਰੋਂਗੀ ਵਿੱਚੇ ਕਾਂਗਰਸ ਵੀ ਰਲੀ ਹੋਈ ਹੈ। ਇਹ ਵੀ ਤਾਂ ਲੋਕ ਵੋਟਾਂ ਲੈਣਾ ਚਾਹੁੰਦੇ ਆ। ਤੁਹਾਡੇ ਸਾਹਮਣੇ ਹੈ, ਕੈਪਟਨ ਸਾਹਿਬ ਨੇ 4 ਸਾਲ ਪਹਿਲਾਂ ਆਪਣਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਧੀ ਮੈਂ ਨਸ਼ਾ ਬੰਦ ਕਰ ਦੂੰ। ਬੰਦੇ ਨਸ਼ਾ ਬੰਦ ਕਰਿਆ? ਹੋਈ ਬੇਅਦਬੀ ਕਿ ਨਹੀਂ? ਪਵਿੱਤਰ ਗੁਰਬਾਣੀ ਦੀ ਕਰੀ ਹੈ ਨਾ ਉਸ ਬੰਦੇ ਨੇ। ਇਹਨਾਂ ਤੋਂ ਆਪਾਂ ਕੀ, ਇਹਨਾਂ ਬੰਦਿਆਂ ਨੇ ਆਪਾਂ ਨੂੰ ਕੁਛ ਨਹੀਂ ਦੇਣਾ। ਆਪਾਂ ਜੇ ਤੁਸੀਂ ਵਾਕਈ ਜਾਂਦੀ ਚਾਹੁੰਦੇ ਹੋ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਾਂ ਜਿਹੜੇ ਲੋਕਾਂ ਨੇ ਜਾਂਦੀ ਇਹ ਘਿਨਾਉਣਾ ਕੰਮ ਕੀਤਾ ਹੈ ਬੇਅਦਬੀ ਦਾ, ਮੈਂ ਚਾਹੂੰਗਾ ਵੀ ਮੈਂ ਤੁਹਾਨੂੰ ਸਾਡੀ ਟੀਮ ਦਾ ਨੰਬਰ ਵੀ ਦੇਵਾਂਗਾ, ਕੰਟੈਕਟ ਨੰਬਰ ਦੇ ਦੂੰਗਾ ਮੈਂ ਤੁਹਾਨੂੰ, ਤੁਸੀਂ ਉਹਨਾਂ ਨਾਲ ਗੱਲ ਕਰਿਓ, ਪੂਰੀ ਇਨਫੋਰਮੇਸ਼ਨ ਸਾਂਝੀ ਕਰੋ। ਆਪਾਂ ਇਹਨਾਂ ਬੰਦਿਆਂ ਨੂੰ ਛੱਡਾਂਗੇ ਨਹੀਂ। ਜਿਹੜੇ ਵੀ ਬੰਦੇ ਹੈਗੇ, ਮੈਨੂੰ ਪਤਾ ਕਿਉਂਕਿ ਤੁਹਾਨੂੰ ਸ਼ਾਇਦ ਇਸ ਗੱਲ ਬਾਰੇ ਤੁਹਾਨੂੰ ਨਾ ਪਤਾ ਨਹੀਂ, ਤੁਹਾਨੂੰ ਵਾਰ-ਵਾਰ ਇਦਾਂ ਲੱਗ ਰਿਹਾ ਵੀ ਇਹਨਾਂ ਦੇ ਗੁਰੂ ਨੇ ਕਰਾਇਆ, ਪਰ ਸਾਨੂੰ ਪੂਰੀ ਕਲੈਰਿਟੀ ਹੈ ਵੀ ਕਿਸ ਤਰ੍ਹਾਂ ਇਹਨਾਂ ਬੰਦਿਆਂ ਨੇ ਸਾਡੇ ਗੁਰੂ ਜੀ ਨੂੰ ਫਸਾਇਆ। ਜਾਂਦੀ ਦੇਖੋ ਤੁਸੀਂ ਇੱਕ ਚੀਜ਼ ਦੇਖੋ, ਪੂਰਾ ਸਿੱਖ ਧਰਮ ਬੇਅਦਬੀ ਇਹਨਾਂ ਬੰਦਿਆਂ ਨੇ ਕਰਾ ਕੇ, ਤੁਸੀਂ ਸਿੱਧੇ ਤੌਰ ਤੇ ਮੇਰੇ ਗੁਰੂ ਜੀ ਨੂੰ ਗਲਤ ਬੋਲ ਰਹੇ ਹੋ। ਜਾਂਦੀ ਕਰਵਾਤਾ ਨਾ ਤੁਹਾਡੇ ਤੋਂ, ਕਹਾਤਾ ਨਾ ਇਹਨਾਂ ਬੰਦਿਆਂ ਨੇ। ਜਾਂਦੀ ਕਰਨ ਵਾਲਾ ਬੰਦਾ ਕੋਈ ਹੋਰ, ਤੁਹਾਡੇ ਸਾਹਮਣੇ ਸਾਫ਼ ਕਿਸੇ ਬੰਦੇ ਨੂੰ ਹੋਰ ਕਰ ਰਿਹਾ, ਤਾਂ ਜੋ ਕਿ ਇੱਕ ਪੂਰਾ ਰਿਲੀਜਨ ਇੱਕ ਫਕੀਰ ਦੇ ਖਿਲਾਫ ਖੜਾ ਹੋ ਜਾਵੇ। ਜਦ ਕਿ ਫਕੀਰ ਨੇ ਅੱਜ ਤੱਕ, ਤੁਸੀਂ ਮੈਨੂੰ ਇੱਕ ਵੀ YouTube ਤੇ ਹਜ਼ਾਰਾਂ ਸਤਸੰਗ ਪਏ ਹੋਣ, ਕਿਤੇ ਵੀ ਗੁਰਬਾਣੀ ਨੂੰ ਕੱਲੀ ਗੁਰਬਾਣੀ ਕਿਹਾ ਹੋਵੇ, ਹਮੇਸ਼ਾ ਪਵਿੱਤਰ ਗੁਰਬਾਣੀ ਕਹਿੰਦੇ ਰਹੇ ਆ। ਹਮੇਸ਼ਾ ਸ਼੍ਰੀ ਗੁਰੂ ਜੀ ਤੋਂ ਬਿਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ। ਤੇ ਉਹ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਬੰਦੇ ਸਾਡੇ ਗੁਰੂ ਜੀ ਬੇਅਦਬੀ ਕਰਵਾ ਦੇਣ ਜਾਂ ਇਦਾਂ ਦੀ ਗੱਲ, ਇਦਾਂ ਦਾ ਤਾਂ ਹੋ ਹੀ ਸਕਦਾ। ਤੁਹਾਨੂੰ ਮੇਰੀ ਗੱਲ ਤੋਂ ਵੀ ਪਤਾ ਲੱਗਦਾ ਜੇ ਇਦਾਂ ਦੀ ਗੱਲਬਾਤ ਹੁੰਦੀ। ਮੈਂ ਦੂਜੀ ਗੱਲ ਦੇਖੋ, ਜੇ ਮੰਨ ਲਓ ਆਪਾਂ ਇੱਕ ਗੱਲ ਮੰਨ ਲਈਏ, ਆਪਾਂ ਇੱਕ ਗੱਲ ਮੰਨ ਲੈਣੇ ਤੁਹਾਡੀ ਵੀ ਆਪਾਂ, ਮੈਨੂੰ ਪਤਾ ਮੇਰੇ ਗੁਰੂ ਨੇ ਨਹੀਂ ਕਰਾਈ, ਪਰ ਫਿਰ ਵੀ ਮੈਂ ਤੁਹਾਡੀ ਗੱਲ ਮੰਨ ਲਾਂ, 1 ਸੈਕਿੰਡ ਲਈ ਮੈਂ ਤੁਹਾਡੀ ਗੱਲ ਸੁਣ ਲੈਣਾ ਵੀ ਤੁਸੀਂ ਕਹਿੰਦੇ ਵੀ ਤੁਹਾਡੇ ਗੁਰੂ ਨੇ ਕਰਾਈ ਹੈ, ਤਾਂ ਸਿੱਧੀ ਗੱਲ ਆ ਲਾਈਵ ਡਿਟੈਕਟਰ ਟੈਸਟ ਕਰਾਓ, ਸਾਡੇ ਗੁਰੂ ਜੀ ਦਾ ਵੀ ਕਰਾਓ, ਜਿਹੜੇ ਬੰਦੇ ਨਾਲ ਆ ਰਹੇ ਉਹਨਾਂ ਦਾ ਵੀ ਕਰਾਓ, ਜਿਹੜੇ ਬੰਦੇ ਜਾਂਦੀ ਨਾਰਕੋ ਟੈਸਟ ਹੈ ਸਾਰਿਆਂ ਦਾ ਕਰਾਓ। ਸਭ ਦਾ ਹੋਣਾ ਚਾਹੀਦਾ, ਪਤਾ ਲੱਗੇ ਸਾਰਿਆਂ ਨੂੰ, ਸੱਚ ਸਾਹਮਣੇ ਆਵੇ। ਕਿਉਂ ਲੋਕਾਂ ਦੀਆਂ ਚੰਦੀ ਭਾਵਨਾਵਾਂ ਆਤ ਕਰੀਆਂ ਐਡੇ ਪਵਿੱਤਰ ਗੁਰਬਾਣੀ ਦੀ ਇਹਨਾਂ ਲੋਕਾਂ ਨੇ ਰੋਲਤਾ, ਇਹਨਾਂ ਪੋਲੀਟੀਸ਼ੀਅਨਾਂ ਨੇ। ਚਲੋ ਬਾਈ ਸਾਊਕੇ ਸਾਹਿਬ ਤੁਸੀਂ ਸਹਿਯੋਗ ਲਓਗੇ, ਇਹਨਾਂ ਪ੍ਰੇਮੀਆਂ ਦਾ ਸਹਿਯੋਗ ਲਓਗੇ ਤੁਸੀਂ ਜਾਂਚ ਦੇ ਵਿੱਚ? ਦੇਖੋ ਜੇ ਇਹਨਾਂ ਨੇ ਸਹਿਯੋਗ ਦੇਣਾ ਤੇ ਗੁਰੂ ਵਾਲੇ ਬਣ ਕੇ ਦੇਣ, ਵੀ ਪਹਿਲਾਂ ਇੱਕ ਐਲਾਨ ਕਰਨ ਵੀ ਜੇਕਰ ਉਹ ਗੁਨਾਹਗਾਰ ਹੋਇਆ, ਗੁਨਾਹਗਾਰ ਨਿਕਲਿਆ, ਅਸੀਂ ਉਹਦਾ ਖਹਿੜਾ ਛੱਡ ਕੇ ਅਸੀਂ ਸਾਰੇ ਗੁਰੂ ਘਰ ਨਾਲ ਜੁੜਾਂਗੇ। ਇਹ ਐਲਾਨ ਕਰਨ, ਤੁਸੀਂ ਇਹ ਐਲਾਨ ਕਰਨ, ਤੁਸੀਂ ਇਹ ਐਲਾਨ ਕਰਨ ਕਿ ਅਸੀਂ ਵੀ ਜੀ। ਅੱਛਾ ਤੁਸੀਂ ਇਹ ਗੱਲ ਇੱਕ ਮਿੰਟ ਮੈਨੂੰ ਏਦਾਂ ਲੱਗ ਰਿਹਾ ਬਾਈ ਜੀ ਮੈਨੂੰ ਏਦਾਂ ਕਹਿ ਰਹੇ ਆ ਸ਼ਾਇਦ। ਰਣਜੀਤ ਜੀ ਇੱਕ ਮਿੰਟ ਸਾਊਕੇ ਸਾਹਿਬ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਪਵਿੱਤਰ ਗੁਰਬਾਣੀ ਨਾਲ ਜੁੜ ਕੇ ਅੰਮ੍ਰਿਤਪਾਨ ਕਰਕੇ ਜੁੜ ਕੇ ਫਿਰ ਜਾਂਚ ਸਹਿਯੋਗ ਦੇਣ? ਬਿਲਕੁਲ ਜੀ ਬਿਲਕੁਲ, ਫਿਰ ਆਪਣਾ ਜੀਵਨ ਨਹੀਂ ਸਹਿਯੋਗ ਦੇਣ। ਜੇ ਸਰਸੇ ਵਾਲਾ ਉਹ ਪਖੰਡੀ ਸਾਧ ਜਿਹੜਾ ਹੈਗਾ ਦੋਸ਼ੀ ਨਿਕਲਿਆ, ਤਾਂ ਉਸ ਦੇ ਜਿਹੜਾ ਹੈਗਾ ਉਹਨੂੰ ਛੱਡ ਕੇ, ਉਹਦਾ ਖਹਿੜਾ ਛੱਡ ਕੇ ਇਹ ਸੰਗਤ ਕਿੰਨੀ ਲੈ ਕੇ ਆਉਂਦੇ ਆ, ਉਹ ਐਲਾਨ ਕਰਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਚੈਨਲਾਂ ਦੇ ਉੱਪਰ, ਸਾਰਾ ਮੀਡੀਆ ਦੇ ਰਾਹੀਂ। ਅੱਜ ਵੀ ਤੁਹਾਡੇ ਚੈਨਲ ਦੇ ਰਾਹੀਂ ਤਕਰੀਬਨ ਮੇਰੇ ਹਿਸਾਬ ਨਾਲ ਵੀ ਬਹੁਤ ਦੁਨੀਆ ਨੇ ਦੇਖ ਲੈਣਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਜਿਹੜੀ ਇਹਨਾਂ ਦੀ ਕਮੇਟੀ ਆ ਉਹ ਵੀ ਨਸ਼ਰ ਕਰੋ। ਰਣਜੀਤ ਸਿੰਘ ਜੀ, ਜੇ ਕੱਲ ਨੂੰ ਬਾਬਾ ਰਾਮ ਜੀ ਦੋਸ਼ੀ ਪਾਇਆ ਜਾਂਦਾ ਤੇ ਤੁਸੀਂ ਵਾਪਸੀ ਕਰੋਗੇ?
ਰਣਜੀਤ ਸਿੰਘ ਜੀ, ਕੱਲ ਨੂੰ ਜੇ ਬਾਬਾ ਰਾਮ ਰਹੀਮ ਦੋਸ਼ੀ ਪਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਮੈਨੂੰ ਆਵਾਜ਼ ਨਹੀਂ ਆ ਰਹੀ ਜੀ, ਮੈਨੂੰ ਦੋਨਾਂ ਦੀ ਆਵਾਜ਼ ਨਹੀਂ ਆ ਰਹੀ ਬਾਈ ਜੀ। ਮੈਨੂੰ ਬਰਾੜ ਸਾਹਿਬ ਤੁਸੀਂ ਬੋਲੋ, ਬਰਾੜ ਸਾਹਿਬ ਤੁਸੀਂ ਮੈਨੂੰ ਇੱਕ ਵਾਰੀ ਬੋਲ ਕੇ ਦੱਸ ਦਿਓ ਕੀ ਕਹਿ ਰਹੇ, ਮੈਨੂੰ ਸਮਝ ਨਹੀਂ ਲੱਗੀ। ਦੂਜਾ, ਸਭ ਤੋਂ ਪਹਿਲਾਂ ਤਾਂ ਜਸਵਿੰਦਰ ਸਿੰਘ ਉਹਨਾਂ ਨੇ ਕਿਹਾ ਸੀਗਾ ਵੀ ਅਗਰ ਜੇ ਤੁਸੀਂ ਸਪੋਰਟ ਕਰਨੀ ਚਾਹੁੰਦੇ ਆ ਤਾਂ ਤੁਸੀਂ ਸਿੱਖ ਧਰਮ 'ਚ ਵਾਪਸੀ ਕਰਕੇ ਸਾਡੀ ਸਪੋਰਟ ਕਰੋ। ਤੇ ਜਗਤਾਰ ਸਿੰਘ ਉਹਨਾਂ ਨੇ ਇਹ ਕਿਹਾ ਹੈਗਾ ਵੀ ਅਗਰ ਜੇ ਬਾਬਾ ਦੋਸ਼ੀ ਪਾਇਆ ਜਾਂਦਾ ਤਾਂ ਕੀ ਤੁਸੀਂ ਸਿੱਖ ਧਰਮ ਦੇ ਵਿੱਚ ਵਾਪਸੀ ਕਰਕੇ ਤੇ ਸਾਰੇ ਬਾਕੀ ਦਾ ਐਲਾਨ ਕਰੋਗੇ ਤੁਸੀਂ? ਉਹਨਾਂ ਦਾ ਭਾਵ ਇਹ ਕਹਿਣ ਦਾ ਸੀ। ਮੈਨੂੰ ਬਾਈ ਜੀ, ਮੈਨੂੰ ਬਰਾੜ ਸਾਹਿਬ ਆਵਾਜ਼ ਸਮਝ ਨਹੀਂ ਆ ਰਹੀ ਤੁਹਾਡੀ, ਤੁਸੀਂ ਕੀ ਨਹੀਂ ਸਮਝ ਆਉਣੀ ਜੀ, ਨਹੀਂ ਸਮਝ ਆਇਆ ਸਿਰਫ ਇੱਕ ਸ਼ਬਦ ਤੁਹਾਡਾ ਸਮਝ ਨਹੀਂ ਆ ਲੱਗ ਰਹੀ ਮੈਨੂੰ, ਸਵਾਲ ਕੀ ਕਰਿਆ ਤੁਸੀਂ? ਆਵਾਜ਼ ਬ੍ਰੇਕ ਬਹੁਤ। ਜਸਵਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ ਸੀਗੀ, ਉਹ ਕਹਿੰਦੇ ਵੀ ਜੇ ਤੁਸੀਂ ਸਾਡੀ ਸਪੋਰਟ ਕਰਨੀ ਚਾਹੁੰਦੇ ਆ ਵੀ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਤੇ ਤੁਸੀਂ ਸਿੱਖ ਧਰਮ 'ਚ ਵਾਪਸੀ ਕਰਕੇ ਫਿਰ ਸਾਡੀ ਸਪੋਰਟ ਕਰੋ। ਦਰਸ਼ਕੋ, ਕਾਫੀ ਲੰਬੇ ਸਮੇਂ ਤੋਂ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਸਾਡੇ ਨਾਲ ਜੁੜੇ ਸੀਗੇ ਰਣਜੀਤ ਇੰਸਾ ਆਸਟ੍ਰੇਲੀਆ ਤੋਂ। ਉਹ ਡੇਰਾ ਸਿਰਸਾ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਆ। ਉਹਨਾਂ ਨੇ ਬਾਬਾ ਰਾਮ ਰਹੀਮ ਦਾ ਪੱਖ ਰੱਖਿਆ। ਉਹਨਾਂ ਨੇ ਕਿਹਾ ਵੀ ਬਾਬੇ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ, ਜਿਹੜੇ ਖਾਸ ਕਰਕੇ ਜਿਹੜੀ ਅਜੇ ਤੱਕ ਕਦੇ ਕਿਸੇ ਵੀ ਡੇਰਾ ਪ੍ਰੇਮੀ ਨੇ ਇਹ ਗੱਲ ਨਹੀਂ ਕੀਤੀ ਸੀ ਵੀ ਡੇਰੇ ਦੇ ਵਿੱਚ ਦੋ ਧੜੇ ਆ, ਪਰ ਇਹਨਾਂ ਨੇ ਦੋ ਧੜੇ ਹੋਣ ਦਾ ਇੱਕ ਇਸ਼ੂ ਨਵਾਂ ਸਾਹਮਣੇ ਲੈ ਕੇ ਆਂਦਾ ਹੈ, ਜਿਹਦੇ ਵਿੱਚ ਇਹਨਾਂ ਨੇ ਸਿੱਧੇ ਇਲਜ਼ਾਮ ਲਾਏ ਆ ਹਨੀਪ੍ਰੀਤ ਤੇ ਉੱਥੋਂ ਦੀ ਮੈਨੇਜਮੈਂਟ ਜਿਹੜੀ ਕਮੇਟੀ ਹੈਗੀ ਹੈ ਵੀ ਉਹ ਜਿਹੜੀ ਕਮੇਟੀ ਹੈ ਬਾਬੇ ਨੂੰ ਬਾਹਰ ਰੱਖ ਕੇ ਉਹਨੂੰ ਜੇਲ੍ਹ ਭੇਜ ਕੇ ਉੱਥੇ ਆਪ ਰਾਜ ਕਰਨਾ ਚਾਹੁੰਦੇ ਆ, ਤੇ ਹਨੀਪ੍ਰੀਤ ਉੱਥੋਂ ਦੀ ਜਿਹੜੀ ਮਤਲਬ ਕਬਜ਼ਾ ਕਰਨਾ ਚਾਹੁੰਦੀ ਹੈ। ਇਹ ਰਣਜੀਤ ਸਿੰਘ ਇੰਸਾ ਦਾ ਦੋਸ਼ ਹੈ, ਜਿਹੜੇ ਆਸਟ੍ਰੇਲੀਆ ਵਿੱਚ ਬੈਠੇ ਆ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਜਥੇਬੰਦੀਆਂ ਬਾਬੇ ਜਾਂ ਉਹ ਤੇ ਇਲਜ਼ਾਮ ਲਾਉਂਦੇ ਆ ਉਹ ਗਲਤ ਲਾਉਂਦੇ ਆ, ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹ ਲੋਕ ਹਜੇ ਵੀ ਬਾਹਰ ਫਿਰਦੇ ਆ, ਤੇ ਅਸੀਂ ਉਹਨਾਂ ਨੇ ਕਿਹਾ ਵੀ ਅਸੀਂ ਕੇਸ ਕਰਕੇ ਉਹਨਾਂ ਬੰਦਿਆਂ ਨੂੰ ਜਾਗਰ ਕਰਾਂਗੇ ਵੀ ਇਹ ਲੋਕ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕ ਹੈ, ਤੇ ਨੰਗੇ ਕਰਨ ਦੀ ਗੱਲ ਕੀਤੀ ਹੈ। ਕਿਉਂਕਿ ਹੁਣ ਤੱਕ ਕਿਸੇ ਵੀ ਡਿਬੇਟ ਦੇ ਵਿੱਚ ਕਿਸੇ ਵੀ ਡੇਰਾ ਪ੍ਰੇਮੀ ਨੇ ਇਹ ਗੱਲ ਨਹੀਂ ਕੀਤੀ ਸੀ। ਇਹ ਬਹੁਤ ਵੱਡਾ ਸਵਾਲ ਹੈ ਵੀ ਡੇਰੇ ਦੇ ਵਿੱਚ ਦੋ ਧੜੇ ਬਣ ਚੁੱਕੇ ਆ, ਤੇ ਇੱਕ ਧੜਾ ਜਿਹੜਾ ਬਾਬੇ ਰਾਮ ਰਹੀਮ ਨੂੰ ਪਾਸੇ ਕਰਕੇ ਉੱਤੇ ਕਬਜ਼ਾ ਕਰਨਾ ਚਾਹੁੰਦਾ, ਜਿਹਦੇ ਵਿੱਚ ਖਾਸ ਕਰਕੇ ਹਨੀਪ੍ਰੀਤ ਦਾ ਨਾਮ ਲਿਆ ਗਿਆ। ਮੈਂ ਜਸਵਿੰਦਰ ਸਿੰਘ ਹੋਣਾ ਦਾ ਸਾਡੇ ਨਾਲ ਜੁੜਨ ਤੇ ਰਣਜੀਤ ਇੰਸਾ ਦਾ ਤੇ ਜਗਤਾਰ ਸਿੰਘ ਦਾ ਮੈਂ ਧੰਨਵਾਦ ਕਰਦਾ, ਉਹਨਾਂ ਨੇ ਸਮਾਂ ਸਾਨੂੰ ਦਿੱਤਾ। ਤੇ ਦਰਸ਼ਕੋ ਅਸੀਂ ਬੇਅਦਬੀ ਤੇ ਜਿਹੜੀ ਇਹ ਗੱਲਬਾਤ ਕੀਤੀ ਹੈ, ਥੋੜੇ ਸਮੇਂ ਦੇ ਵਿੱਚ ਗੱਲਬਾਤ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਜੋ ਡੇਰਾ ਪ੍ਰੇਮੀਆਂ ਦੇ ਦਿਮਾਗ ਦੇ ਵਿੱਚ ਗੱਲਬਾਤ ਸੀਗੀ ਵੀ ਕਿਹਨੇ ਸਾਜ਼ਿਸ਼ ਕੀਤੀ ਹੈ, ਉਹ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਰਣਜੀਤ ਸਿੰਘ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ, ਤੇ ਸਿੱਖ ਜਥੇਬੰਦੀਆਂ ਆਪਣੇ ਲੈਵਲ ਤੇ ਸਾਰੀ ਗੱਲਬਾਤ ਜਿਹੜੀ ਜੋ ਵੀ ਕੇਸ ਆ ਉਹ ਲੜਾਈ ਲੜ ਰਹੇ ਹੈਗੇ ਆ। ਤੇ ਇਸ ਵਿਸ਼ੇ ਤੇ ਮੈਂ ਸਾਰੇ ਦਰਸ਼ਕਾਂ ਨੂੰ ਅਪੀਲ ਕਰੂੰਗਾ ਵੀ ਸਾਡਾ ਜਿਹੜਾ ਜਗਤ ਸੇਵਕ ਚੈਨਲ ਹੈਗਾ, ਇਹ ਸਾਡੀ ਜਿਹੜੀ ਵੀਡੀਓ ਇਹਨੂੰ ਸ਼ੇਅਰ ਜ਼ਰੂਰ ਕਰੋ, ਤੇ ਕਮੈਂਟ ਵੀ ਅਗਰ ਕਰਨਾ ਦਾਇਰੇ ਦੇ ਵਿੱਚ ਰਹਿ ਕੇ ਹੀ ਕਮੈਂਟ ਕੀਤਾ ਜਾਵੇ, ਕੋਈ ਮੰਦੀ ਸ਼ਬਦਾਵਲੀ ਨਾ ਵਰਤੀ ਜਾਵੇ। ਤੇ ਮੈਂ ਸਾਰੇ ਹੀ ਦਰਸ਼ਕਾਂ ਦਾ ਫੇਰ ਧੰਨਵਾਦ ਕਰਦਾ, ਤੇ ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਸਾਹੋਕੇ ਦਾ ਵੀ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।